ਜੀਵਨ ਦੇ ਬੇਸ਼ੁਮਾਰ ਰੰਗਾਂ ਚੋਂ ਅਕਸਰ ਸਾਨੂੰ ਸੁਰਖ ਰੰਗ ਜ਼ਿਆਦਾ ਪਾਉਂਦੇ ਨੇ ਔਰ ਜਿਹੜੀਆਂ ਪੈੜਾਂ ਜ਼ਿਆਦਾ ਗੂੜ੍ਹੀਆਂ ਹੋਣ ਉਹਨਾਂ ਪੈੜਾਂ ਤੇ ਅਸੀਂ ਤੁਰਨਾ ਚਾਹੁੰਦੇ ਆ। ਜਿਹੜੀਆਂ ਸ਼ਖਸੀਅਤਾਂ ਇਸ ਸਮਾਜ ਨੂੰ ਬਿਹਤਰ ਦਿੰਦੀਆਂ ਨੇ, ਜਿਹੜੇ ਆਪਣਾ ਰੰਗ ਸਰੂਪ ਜਿਹੜਾ ਵਾ ਉਹ ਸਮਾਜ ਦੇ ਉੱਪਰ ਛੱਡ ਜਾਂਦੇ ਨੇ, ਉਹਨਾਂ ਨੂੰ ਅਸੀਂ ਜ਼ਿਆਦਾ ਧਿਆਨ ਤੇ ਗੌਰ ਨਾਲ ਵੇਖਦੇ ਹਾਂ। ਜਿਹੜੀਆਂ ਹਸਤੀਆਂ ਸਾਨੂੰ ਆਦਰਸ਼ ਦਿੰਦੀਆਂ ਨੇ, ਸਾਡੇ ਲਈ ਆਦਰਸ਼ ਬਣਦੀਆਂ ਨੇ, ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹਾਂ, ਮੰਨਣਾ ਚਾਹੁੰਦੇ ਹਾਂ, ਜਾਣਨਾ ਚਾਹੁੰਦੇ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਬਹੁਤ ਚੰਗਾ ਕੰਮ ਕਰ ਰਹੇ ਆ, ਲੇਕਿਨ ਬਹੁਤ ਉੱਤਮ ਦਰਜੇ ਦੇ ਪੋਲੀਟੀਸ਼ੀਅਨ ਜਿਹੜੇ ਉਹਨਾਂ ਨੂੰ ਅੱਜ ਵੀ ਸੁਣਨ ਲਈ ਹਰ ਪੰਜਾਬੀ ਕਾਲਾ ਹੈ। ਉਹਨੂੰ ਲੱਗਦਾ ਹੈ ਕਿ ਸਾਡੇ ਸਮਾਜ ਨੂੰ ਦਿਸ਼ਾ ਦੇਣ ਵਾਲੇ ਇਹ ਪੋਲੀਟੀਸ਼ੀਅਨ ਬਹੁਤ ਸਿਆਣੇ ਹੋਣੇ ਚਾਹੀਦੇ ਹੈ। ਤੇ ਮੇਰੀ ਅੱਜ ਖੁਸ਼ਕਿਸਮਤੀ ਹੈ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਨਾਲ ਇੱਕ ਬਹੁਤ ਹੀ ਪ੍ਰੌੜ ਸਿਆਸਤਦਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਿਹੜੇ ਕਿ ਮੈਂਬਰ ਨੇ ਰਾਜ ਸਭਾ ਦੇ, ਉਹ ਸਾਡੇ ਕੋਲ ਰੂਬਰੂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੈ। ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ, ਤੁਹਾਡੇ ਰੂਬਰੂ ਉਹਨਾਂ ਨੂੰ ਕਰਵਾਉਣਾ ਹੈ। ਬਹੁਤ ਸਾਰੀਆਂ ਖੂਬੀਆਂ, ਬਹੁਤ ਸਾਰੇ ਗੁਣ ਇਹਨਾਂ ਦੇ ਕੋਲ ਨੇ ਔਰ ਇੱਕ ਪੋਲੀਟੀਸ਼ੀਅਨ ਵਜੋਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਵੇਂ-ਨਵੇਂ ਮੁਕਾਮ ਸਿਰਜੇ ਨੇ। ਇਹ ਪੰਜਾਬ ਦੇ ਕੈਬਨਿਟ ਮਿਨਿਸਟਰ ਵੀ ਰਹੇ ਨੇ। ਇਹ ਪੰਜਾਬ ਦੇ ਜਿਹੜੇ ਨੇ ਲਗਭਗ ਹਰ ਸ਼ੋਬੇ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਔਰ ਮੈਨੂੰ ਮਾਣ ਇਸ ਗੱਲ ਦਾ ਹੈ ਕਿ ਭੂੰਦੜ ਸਾਹਿਬ ਨੇ ਨਵੀਆਂ ਲੀਹਾਂ ਸਿਰਜੀਆਂ। ਸੋ ਤੁਹਾਡੇ ਨਾਲ ਇਹਨਾਂ ਨੂੰ ਮਿਲਾਉਣ ਲੱਗੇ ਹਾਂ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਦੇ ਛੋਟੇ ਜਿਹੇ ਪਿੰਡ ਭੂੰਦੜ ਤੋਂ ਇਹਨਾਂ ਨੇ ਆਪਣੇ ਪਿੰਡ ਦੇ ਨਾਂ ਨੂੰ ਵੀ ਵੱਡਿਆਂ ਕਰ ਲਿਆ ਔਰ ਮੈਨੂੰ ਲੱਗਦਾ ਹੈ ਕਿ ਦੇਸ਼ ਦੇਸ਼ਾਂਤਰਾਂ ਦੇ ਵਿੱਚ ਹੁਣ ਭੂੰਦੜ ਨਾਂ ਜਿਹੜਾ ਹੈ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਰਿਹਾ। ਭੂੰਦੜ ਸਾਹਿਬ, ਤੁਹਾਨੂੰ ਜਿਉਂ ਆਖਦੇ ਆ ਜੀ, ਜੇ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਹਾਡੀਆਂ ਪ੍ਰਾਪਤੀਆਂ ਗਿਣਾਉਣ ਲੱਗਾ ਤੇ ਮੈਨੂੰ ਲੱਗਦਾ 15-20 ਮਿੰਟ ਚਾਹੀਦੇ ਆ। ਮੈਂ ਅੰਕੜੇ ਦੇਖਦਾ ਸੀਗਾ ਦਰਸ਼ਕੋ, ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਡਿਬੇਟਸ ਦੇ ਵਿੱਚ ਹਿੱਸਾ ਲਿਆ, ਜਿਸ ਤਰ੍ਹਾਂ ਦੀ ਇਹਨਾਂ ਦੀ ਹਾਜ਼ਰੀ ਰਹੀ, ਕੁਐਸਚਨਸ ਦੀ ਗੱਲ ਰਹੀ, ਉਹ ਸਾਰੇ ਮਸਲੇ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਸਾਡਾ ਇਹ ਲਾਈਵ ਫੋਨ ਇਨ ਪ੍ਰੋਗਰਾਮ ਹੈ। ਤੁਸੀਂ ਵੀ ਆਪਣਾ ਸਵਾਲ ਰੱਖ ਸਕਦੇ ਹੋ 0181284261 ਤੇ 0181284264। ਦੋ ਲਾਈਨਾਂ ਦੇ ਉੱਪਰ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਭੂੰਦੜ ਸਾਹਿਬ ਕੋਲ ਬਹੁਤ ਗਿਆਨ ਹੈ, ਬਹੁਤ ਸਾਰੇ ਸ਼ਬਦ ਨੇ, ਇਹਨਾਂ ਦੀ ਸ਼ੈਲੀ ਬੜੀ ਅੱਛੀ ਹੈ, ਸਿਆਣੇ ਨੇ, ਬਹੁਤ ਚੰਗਾ ਬੋਲਦੇ ਆ। ਮੈਂ ਜ਼ਿਆਦਾ ਨਾ ਬੋਲਾਂ ਔਰ ਮੈਂ ਭੂੰਦੜ ਸਾਹਿਬ ਵੱਲ ਜਾਵਾਂ। ਭੂੰਦੜ ਸਾਹਿਬ, ਉਹ ਭੂੰਦੜ ਸਰਦਾਰ ਬਲਵਿੰਦਰ ਸਿੰਘ ਜਿਹੜੇ 20 ਸਾਲ ਦੀ ਉਮਰ 'ਚ ਲਗਭਗ ਸਰਪੰਚ ਬਣ ਗਏ ਆਪਣੇ ਪਿੰਡ ਦੇ, ਔਰ ਤੁਸੀਂ ਪੌਣੀ ਸਦੀ ਵਾਂਗ ਮਾਣਿਆ ਹੈ ਸਾਰਾ ਕੁਝ। ਸਿਆਸਤਾਂ ਨੂੰ ਨੇੜਿਓਂ ਦੇਖਿਆ, ਪੰਜਾਬ ਨੂੰ ਬਦਲਦਿਆਂ ਦੇਖਿਆ, ਨਵੀਆਂ ਚੀਜ਼ਾਂ ਇੱਥੇ ਹੁੰਦੀਆਂ ਦੇਖੀਆਂ ਨੇ। ਸੋ ਅੱਜ ਕਦੇ ਪਿਛਾਂਹ ਪਰਤਦੇ ਹੋ ਸੁਪਨੇ ਵਰਗੇ ਉਹ ਦਿਨ, ਉਹ ਆਦਰਸ਼, ਉਹ ਕਲਪਨਾ, ਉਹ ਵੱਡੇ ਸੁਪਨੇ, ਤੇ ਕਿਵੇਂ ਮਹਿਸੂਸ ਕਰਦੇ ਹੋ ਔਰ ਇਹ ਜਿਹੜਾ ਹੁਣ ਤੱਕ ਦਾ ਸਫ਼ਰ ਹੈ ਕਿਵੇਂ ਦਾ ਰਿਹਾ? ਰੰਧਾਵਾ ਸਾਹਿਬ, ਤੁਹਾਡਾ ਦੂਰਦਰਸ਼ਨ ਤੇ ਅੱਜ ਇੱਥੇ ਹੁਕਮ ਦੇ ਕੇ ਮੈਨੂੰ ਬੁਲਾਇਆ ਤੇ ਮੈਂ ਬਹੁਤ ਪਿਆਰ ਨਾਲ ਤੁਹਾਡੇ ਹੁਕਮ ਨੂੰ ਮੰਨ ਕੇ ਆਇਆ। ਮੈਨੂੰ ਖੁਸ਼ੀ ਹੈ, ਮੈਂ ਤੁਹਾਡਾ ਧੰਨਵਾਦ ਕਰਦਾ। ਜੋ ਸਾਰੇ ਆਪਣੇ ਦੂਰਦਰਸ਼ਨ ਵਾਲੇ ਸੁਣਨ ਵਾਲੇ ਵੀਰ ਹੈ, ਸੰਗਤ ਹੈ, ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਤੁਸੀਂ ਇੱਕ ਬੜੀ ਉਹ ਗੱਲ ਯਾਦ ਕਰਾਈ ਹੈ ਬਚਪਨ ਦੀ, ਜਵਾਨੀ ਦੀ, 20 ਸਾਲ ਦੀ ਜੀ, ਜੋ ਹਰ ਬੰਦਾ ਯਾਦ ਰੱਖਣਾ ਚਾਹੁੰਦਾ ਹੈ ਤੇ ਹਰ ਬੰਦਾ ਹੀ ਚਾਹੁੰਦਾ ਕਿ ਉਹ ਕਿਤੇ ਦੁਬਾਰਾ ਵੀ ਆ ਜਾਵੇ, ਜਿਹੜੀ ਆਉਂਦੀ ਨਹੀਂ ਜੀ, ਜੋ ਕੁਦਰਤ ਦੇ ਨਿਯਮ ਹੈ। ਹਾਂਜੀ। ਸੋ ਜੋ ਜਵਾਨੇ ਸੀ ਬਹੁਤ ਵਧੀਆ ਜਵਾਨੇ ਸੀ ਜੀ। ਲੋਕ ਸਾਫ ਸੁਥਰੇ, ਸਾਦਾ ਜੀਵਨ, ਇੱਕ ਦੂਸਰੇ ਦੀ ਇੱਜ਼ਤ ਕਰਦੇ ਸੀ ਔਰ ਉਹਨਾਂ ਸਮਿਆਂ ਜਦੋਂ ਅਸੀਂ ਇਸ ਕਾਲਜ ਛੱਡ ਕੇ ਪਿੰਡਾਂ 'ਚ ਆ ਕੇ ਖੇਤੀ ਕਰਨ ਲੱਗ ਗਏ ਜੀ, ਜੋ ਕਿ ਅੱਜ ਵੀ ਮੇਰਾ ਕਾਰੋਬਾਰ ਖੇਤੀ ਹੈ। ਮੈਂ ਕਿਸੇ ਬਿਜ਼ਨਸ 'ਚ ਨਹੀਂ, ਨਾ ਕੋਈ ਮੇਰਾ ਕਾਰਖਾਨਾ ਹੈ। ਉਸੇ ਖੇਤੀ 'ਤੇ ਆਪਣੇ ਭਰਾਵਾਂ ਨਾਲ ਗੁਜ਼ਾਰਾ ਕੀਤਾ, ਅੱਜ ਵੀ ਉਸੇ ਖੇਤੀ 'ਤੇ ਆਪਣੇ ਭਰਾਵਾਂ ਨਾਲ ਆ। ਥੋੜ੍ਹਾ ਘਣਾ ਜ਼ਿੰਦਗੀ 'ਚ ਹਰ ਬੰਦਾ ਵੱਧਦਾ ਰਹਿੰਦਾ, ਉਹਨਾਂ ਕੁ ਜ਼ਰੂਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਸਿਆਸਤ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ? ਸੋ ਇਸ ਕਰਕੇ ਮੈਂ ਤੁਹਾਨੂੰ ਇੱਥੇ ਹੀ ਆਉਂਦਾ ਸੀ ਜੀ ਕਿ ਜਦੋਂ ਮੈਂ ਖੇਤੀ ਕਰਨ ਲੱਗ ਗਿਆ, ਮੈਂ ਵੱਡਾ ਸਾਂ ਭਰਾਵਾਂ 'ਚ ਜੀ। ਪਿਤਾ ਜੀ ਥੋੜ੍ਹੇ ਵੱਡੀ ਉਮਰ ਸਨ। ਉਹਨੇ ਕਿਹਾ, ਕਾਕਾ ਜ਼ਮੀਨ ਸੰਭਾਲਣੀ ਉਹ ਸੰਭਾਲ ਲਾ, ਨੌਕਰੀ ਜਾਣਾ ਉਹ ਵਗ ਜਾ, ਨਹੀਂ ਤਾਂ ਫਿਰ ਇਹ ਜ਼ਮੀਨ ਮੇਰੇ ਤਾਂ ਹੁਣ ਖੇਤੀ ਹੋਣੀ ਨਹੀਂ। ਤਾਂ ਮੈਂ ਜਾ ਕੇ ਖੇਤੀ ਕਰਨ ਲੱਗ ਗਿਆ। ਅੱਛਾ। ਖੇਤੀ ਕਰਦੇ ਨੂੰ ਜੇ ਮੈਨੂੰ ਸਾਲ ਹੀ ਹੋਇਆ ਸੀ ਕਿ ਕੁਛ ਪਿੰਡ ਦੇ ਐਸੇ ਕੰਮ ਸੀ ਜਿਹੜੇ ਕੰਮਾਂ 'ਚ ਮੈਂ ਅੱਗੇ ਲੱਗ ਕੇ, ਜੋ ਕਿ ਪਿੰਡ ਦੇ ਜ਼ਿਮੀਂਦਾਰ ਨੂੰ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੈ ਜੀ, ਜੋ ਸਾਡੇ ਟੇਲਾਂ ਸੀ, ਕਮੀ ਸੀ ਜੀ। ਮੈਨੂੰ ਪਿੰਡ ਵਾਲਿਆਂ ਨੇ ਅੱਗੇ ਲਾਇਆ, ਕਾਕਾ ਤੂੰ ਪੜ੍ਹਿਆ ਲਿਖਿਆ, ਇਸ ਕਰਕੇ ਤੂੰ ਅੱਗੇ ਲੱਗ, ਮੋਗਾ ਲਵਾ।
ਤਾਂ ਮੈਂ ਅੱਗੇ ਲੱਗਿਆ, ਉਹ 'ਚ ਮੈਂ ਸਫਲ ਹੋਇਆ 6-7 ਮਹੀਨਿਆਂ 'ਚ। ਤਾਂ ਉਹਦੇ ਨਾਲ ਥੋੜ੍ਹਾ ਲੋਕਾਂ 'ਚ ਪ੍ਰੇਮ ਬਣਿਆ ਕਿ ਲੜਕਾ ਜਿਹੜਾ ਇਹ ਛੋਟੀ ਉਮਰ 'ਚ ਹੈ ਲੇਕਿਨ ਗਲਤ ਪਾਸੇ ਨਹੀਂ, ਇਹ ਅੱਛੇ ਪਾਸੇ ਲੱਗ ਕੇ ਅਗਵਾਈ ਕਰਦਾ ਹੈ। ਅਤੇ ਫਿਰ ਚੋਣਾਂ ਆ ਗਈਆਂ ਕੁਦਰਤੀ, ਜੋ 64 ਦੀਆਂ ਦਸੰਬਰ ਦੀਆਂ ਚੋਣਾਂ ਪੰਚਾਇਤੀ ਜੀ, ਤਾਂ 2 ਪਿੰਡਾਂ ਦੀ ਸਾਡੀ ਇੱਕ ਪੰਚਾਇਤ ਸੀ ਜੀ। ਸਾਡੇ ਉਦੋਂ ਪਹਿਲਾਂ ਵੀ ਕਦੇ ਚੋਣ ਨਹੀਂ ਸੀ ਹੋਈ, ਅਤੇ ਦੋਨੋਂ ਪਿੰਡ ਇਕੱਠੇ ਹੋ ਕੇ ਬਜ਼ੁਰਗਾਂ ਕੋਲ ਆਏ ਕਿ ਤੁਸੀਂ ਕਾਕੇ ਸਰਪੰਚ ਬਣ ਜਾਓ। ਕਹਿੰਦੇ ਮੈਂ ਤਾਂ ਬਣਨਾ ਨਹੀਂ। ਫਿਰ ਕਹਿੰਦੇ ਕਾਕੇ ਨੂੰ ਬਣਾ ਦਿਓ। ਤਾਂ ਮੈਨੂੰ ਪੁੱਛਣ ਲੱਗ ਗਏ। ਮੈਂ ਕਿਹਾ ਵੀ ਜੇ ਤਾਂ ਚੋਣ ਲੜਨੀ ਹੈ ਫਿਰ ਤਾਂ ਮੈਂ ਲੜਨਾ ਨਹੀਂ, ਭਾਈ ਝਗੜੇ ਪੈਂਦੇ ਨੇ, ਵੈਸੇ ਬਣਾ ਦਿਓ ਤਾਂ ਮੈਂ ਮੰਨ ਜਾਵਾਂਗਾ ਜੀ। ਉਹਨਾਂ ਨੇ ਕਿਹਾ ਨਹੀਂ ਕਿ ਅਸੀਂ ਕੋਈ ਚੋਣ ਨਹੀਂ ਲੜਨੀ, ਇਸ ਤਾਂ ਤੁਹਾਡੇ ਪਿਤਾ ਜੀ ਦੇ ਮੁਤਾਬਕ ਤੁਸੀਂ ਪੜ੍ਹੇ ਲਿਖੇ ਹੋ ਜੀ, ਇਹ ਨਹੀਂ ਬਣਦੇ, ਅਸੀਂ ਤੁਹਾਨੂੰ ਬਣਾਉਣਾ ਚਾਹੁੰਦੇ। ਤਾਂ ਸਰਬਸੰਮਤੀ ਨਾਲ ਮੈਨੂੰ ਪਿੰਡ ਦਾ ਸਰਪੰਚ ਬਣਾਤਾ ਜੀ। ਉਹ ਜਦੋਂ ਸਰਪੰਚ ਬਣ ਗਏ ਫਿਰ ਹੌਲੀ ਅੱਗੇ ਪਾਰਟੀ 'ਚ ਪਹਿਲਾਂ ਹੀ ਬਜ਼ੁਰਗ ਵੀ ਅਕਾਲੀ ਦਲ ਸੀ, ਪਿੰਡਾਂ ਦੇ ਕਿਸਾਨ ਜਨਰਲੀ ਅਕਾਲੀ ਦਲ ਨਾਲ ਬਹੁਤੇ ਸੀ, ਹੁਣ ਵੀ ਤਕਰੀਬਨ। ਅਤੇ ਫਿਰ ਹੌਲੀ ਉਸ ਤੋਂ ਬਾਅਦ ਮੈਂ ਅੱਗੇ ਆਉਂਦਾ ਗਿਆ, ਪਾਰਟੀ 'ਚ ਕੰਮ ਕਰਦਾ ਗਿਆ, ਤਾਂ ਅੱਗੇ ਫਿਰ ਵਧਣ ਦਾ ਮੌਕਾ ਪਾਰਟੀ ਨੇ ਅਤੇ ਸੰਗਤ ਨੇ ਦਿੱਤਾ। ਭੁੰਦੜ ਸਾਹਿਬ, ਤੁਹਾਡੇ ਕੋਲ ਤਾਂ ਇੰਨੀ ਵਸੀਹ ਜਾਣਕਾਰੀ ਹੈ, ਪਰ ਮੈਂ ਆਪਣੇ ਦਰਸ਼ਕਾਂ ਲਈ ਇਹ ਪੁੱਛਣਾ ਚਾਹੁੰਦਾ ਹੈ ਕਿ ਕਿਉਂਕਿ ਤੁਸੀਂ ਪਹਿਲਾਂ ਹੀ ਇਹ ਜ਼ਿਕਰ ਕਰਤਾ ਕਿ ਉਹ ਦਿਨ ਬੜੇ ਅੱਛੇ ਸੀ, ਤੁਸੀਂ ਹਰ ਮੂਮੈਂਟ ਨੂੰ ਨੇੜਿਓਂ ਤੱਕਿਆ ਔਰ ਬਹੁਤ ਸਾਰੀਆਂ ਮੂਮੈਂਟਸ ਦਾ ਹਿੱਸਾ ਵੀ ਰਹੇ ਸਿਆਸਤ ਵਿੱਚ ਰਹਿੰਦਿਆਂ, ਔਰ ਇਹ ਜਿਵੇਂ ਪੰਜਾਬ ਬਦਲਿਆ ਇਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਔਰ ਕਿਵੇਂ ਸਮਝਦੇ ਹੋ ਕਿ ਅੱਜ ਇੱਥੇ ਖੜੇ ਹਾਂ ਅਸੀਂ, ਉਹ ਸਾਡੀ ਹੋਣੀ ਠੀਕ ਹੈ, ਸਾਡਾ ਨਸੀਬ, ਸਾਡੇ ਮੁਕੱਦਰ, ਜਾਂ ਇਹ ਵਿਕਾਸ ਦੀ ਇਹ ਜਿਹੜਾ ਪੜਾਅ ਹੈ ਇਹਨੂੰ ਕਿਵੇਂ ਆਂਕਦੇ ਹੋ? ਮੈਂ ਸਮਝਦਾ ਕਿ ਇੱਕ ਦੌਰ ਸੀ 64 'ਚ ਮੈਂ ਸਰਪੰਚ ਬਣਿਆ, 72 'ਚ ਮੈਂ ਫਸਟ ਟਾਈਮ MLA ਬਣ ਗਿਆ ਜੀ। ਫਿਰ 75 'ਚ ਐਮਰਜੈਂਸੀ ਲੱਗ ਗਈ ਜੀ। ਐਮਰਜੈਂਸੀ ਤੋਂ ਬਾਅਦ ਸਰਕਾਰ ਆ ਗਈ, ਮੈਂ ਕੈਬਨਿਟ ਬਣਿਆ, 80 ਸਾਡੀ ਸਰਕਾਰ ਟੁੱਟ ਗਈ ਜੀ। ਉਹ ਇੱਕ ਦੌਰ ਸੀ ਜੀ। ਉਸ ਦੌਰ ਦੇ ਵਿੱਚ ਪਬਲਿਕ ਵੀ, ਐਡਮਿਨਿਸਟ੍ਰੇਸ਼ਨ ਵੀ, ਪੋਲੀਟੀਕਲ ਬੰਦੇ ਵੀ ਹੁਣ ਦੇ ਸਮੇਂ ਨਾਲੋਂ ਹਰ ਗੱਲ ਪਬਲਿਕ 'ਚ ਡਰ ਕੇ, ਸ਼ਰਮ ਨਾਲ ਸੋਚ ਕੇ ਕਰਦੇ ਸੀ ਕਿ ਲੋਕਾਂ ਦਾ ਭਲਾ ਕਿਸ 'ਚ ਹੈ, ਜੋ ਕਰ ਰਹੇ ਹਾਂ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ ਜੀ। ਐਮਰਜੈਂਸੀ ਆਈ, ਐਮਰਜੈਂਸੀ ਤੋਂ ਬਾਅਦ 80 ਦੀਆਂ ਜਦੋਂ ਤੁਸੀਂ ਐਮਰਜੈਂਸੀ ਦੇ ਵਿੱਚ ਮੇਰੇ ਖਿਆਲ 6 ਮਹੀਨੇ ਜੇਲ੍ਹ 'ਚ ਵੀ ਰਹੇ। ਮੈਂ ਐਮਰਜੈਂਸੀ ਦੇ ਵਿੱਚ ਪਹਿਲਾਂ ਪਾਰਟੀ ਨੇ ਜਦੋਂ ਵੱਡੇ ਲੀਡਰ ਅੰਦਰ ਚਲੇ ਗਏ, ਮੈਂ ਅਤੇ ਸਰਜੀਤ ਸਿੰਘ ਬਰਨਾਲਾ, ਸਰਦਾਰ ਤੁਰ ਸਾਹਿਬ ਸਾਡੇ ਜਥੇਦਾਰ ਜੀ ਸਤਿਕਾਰਯੋਗ ਪ੍ਰਧਾਨ ਸਨ ਜੀ, ਮੈਨੂੰ ਤੇ ਬਰਨਾਲਾ ਸਾਹਿਬ ਨੂੰ ਉਹਨਾਂ ਦੇ ਕੋਲੇ ਛੱਡਿਆ ਕਿ ਤੁਸੀਂ ਇਹਨਾਂ ਦੀ ਮਦਦ ਵਾਸਤੇ ਮੋਰਚਾ ਚਲਾਓ, ਮੂਵਮੈਂਟ ਚਲਾਉਣੀ ਹੈ। 6 ਮਹੀਨੇ ਮੂਵਮੈਂਟ ਚਲਾਉਣ ਤੋਂ ਬਾਅਦ ਫਿਰ ਮੈਨੂੰ ਪਾਰਟੀ ਨੇ ਹੁਕਮ ਦਿੱਤਾ ਕਿ ਤੂੰ ਹੁਣ ਪਹਿਲੀ ਗ੍ਰਿਫਤਾਰੀ ਫੀਲਡ 'ਚੋਂ ਦਾਗ ਜਾ ਕੇ ਦੇ, ਜਿਹੜੀ ਪਹਿਲੀ ਸੀ ਅੰਮ੍ਰਿਤਸਰੋਂ ਦਿੰਦੇ ਸੀ। ਅੱਛਾ। ਤਾਂ ਐਮਰਜੈਂਸੀ ਦੀ ਫਸਟ ਜਿਹੜੀ ਗ੍ਰਿਫਤਾਰੀ ਸੀ ਮਾਨਸਾ ਤੋਂ ਜਾ ਕੇ 180 ਬੰਦੇ ਇਕੱਠੇ ਕਰਕੇ ਮਾਨਸਾ ਮੁਜ਼ਾਹਰਾ ਕਰਕੇ, ਨਹੀਂ CID ਨੂੰ ਪਤਾ ਲੱਗਣ ਤਾਂ ਗੌਰਮੈਂਟ ਨੇ ਤਾਂ ਇੱਕਦਮ, ਮੈਂ ਉੱਥੇ ਜਦੋਂ ਆਇਆ ਤਾਂ ਉਹਨਾਂ ਨੇ ਸਾਨੂੰ ਅਰੈਸਟ ਕੀਤਾ, ਲੇਕਿਨ 5 ਬੰਦੇ ਰੱਖੇ, ਬਾਕੀ ਸਾਡੇ ਛੱਡਤੇ ਸਨ। ਮੈਨੂੰ 5 ਬੰਦੇ ਨਾਲ ਫਿਰ ਬਠਿੰਡੇ ਜੇਲ੍ਹ 'ਚ ਰੱਖਿਆ ਜੀ। ਉਹ ਫਿਰ ਅਸੀਂ 6 ਮਹੀਨੇ ਜੇਲ੍ਹ ਦੇ ਵਿੱਚ ਰਹੇ। ਉਹ ਐਮਰਜੈਂਸੀ ਦਾ ਹਾਲਾਤ ਸੀ ਜੀ। ਫਿਰ ਐਮਰਜੈਂਸੀ ਟੁੱਟਣ ਤੋਂ ਪਹਿਲਾਂ ਮਹੀਨਾ ਕੁ ਅਸੀਂ ਰਿਲੀਜ਼ ਹੋ ਗਏ ਜੀ। ਮਹੀਨੇ ਕੁ ਬਾਅਦ ਐਮਰਜੈਂਸੀ ਟੁੱਟ ਗਈ। ਫਿਰ ਚੋਣਾਂ ਆ ਗਈਆਂ। ਚੋਣਾਂ ਦੇ ਵਿੱਚ ਸਾਰੀ ਅਪੋਜੀਸ਼ਨ ਦਾ ਰਾਜ ਬਣ ਗਿਆ, ਜਿਹੜੀ ਜਨਤਾ ਦਲ ਗੌਰਮੈਂਟ। ਤੁਸੀਂ ਕਿਸਾਨੀ ਘੋਲਾਂ 'ਚ ਵੀ, ਕਿਸਾਨੀ ਮੋਰਚਿਆਂ ਦੇ ਵਿੱਚ ਜਿੱਥੇ ਵੀ ਇਹ ਸੰਘਰਸ਼ ਹੋਏ, ਉਹਦੇ ਵਿੱਚ ਵੀ ਮੈਨੂੰ ਲੱਗਿਆ ਕਿ ਜੋ ਮੈਂ ਪੜ੍ਹਿਆ ਤੁਹਾਡੇ ਬਾਰੇ, 4 ਵਾਰ ਤੁਸੀਂ ਜੇਲ੍ਹ ਦੇ ਵਿੱਚ ਗਏ। ਪੰਜਾਬ ਕਿਉਂਕਿ ਕਿਸਾਨੀ 'ਤੇ ਹੀ ਨਿਰਭਰ ਹੈ, ਔਰ ਮੇਰੇ ਕੋਲ ਜੇ ਅੰਕੜੇ ਦੇਖੀਏ ਤਾਂ ਸਾਡੀਆਂ ਇੱਥੇ ਇੰਨੀਆਂ ਕਿਸਾਨ ਯੂਨੀਅਨ, 1-2 ਨੂੰ ਸਰਪ੍ਰਸਤੀ ਤੁਸੀਂ ਵੀ ਦਿੰਦੇ ਰਹੇ ਹੋ ਅਕਾਲੀ ਦਲ ਵਾਲੇ। ਅਸਲ ਦੇ ਵਿੱਚ ਕਿਸਾਨੀ ਕਿਉਂ ਡੁੱਬਦੀ ਗਈ? ਅਸੀਂ ਇਹਦੇ ਲੀਡਰ ਵੀ ਸਾਰੇ ਅਸੀਂ ਇਹਦੇ ਸੀਗੇ ਕਿਸਾਨੀ ਦੇ, ਔਰ ਸ਼ਹਿਰੀ ਵੀ ਅੱਜ ਤੱਕ ਇਸ ਗੱਲ ਨੂੰ ਕਹਿੰਦੇ ਨੇ ਕਿ ਦੇਖੋ ਜੀ ਜੱਟਾਂ ਦੀ ਸਰਕਾਰ ਰਹਿੰਦੀ ਹੈ ਜੀ, ਕਿਸਾਨਾਂ ਦੀ ਸਰਕਾਰ ਹੈ। ਫਿਰ ਵੀ ਕਿਸਾਨੀ ਖੁਦਕੁਸ਼ੀਆਂ ਤੇ ਹੈ, ਫਿਰ ਵੀ ਕਿਸਾਨੀ ਦਾ ਹੀ ਹਰ ਸਰਕਾਰ 'ਚ ਰੌਲਾ ਹੈ। ਬਦਲਾਅ ਕੀ ਆਇਆ? ਰੰਧਾਵਾ ਸਾਹਿਬ, ਤੁਹਾਡਾ ਇਹ ਕੁਐਸਚਨ ਅੱਜ ਦੇ ਸਮੇਂ 'ਚ ਸਭ ਤੋਂ ਢੁਕਵਾਂ ਕੁਐਸਚਨ ਹੈ ਜੀ। ਬੜੀ ਅੱਛੀ ਗੱਲ ਹੈ, ਤੁਸੀਂ ਗੱਲ ਕੀਤੀ ਹੈ। ਕਿਸਾਨ ਯੂਨੀਅਨ ਬਣਾਈ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੀ ਪਹਿਲਾਂ ਜੀ ਜੀ, ਔਰ ਮੈਂ ਸਟੇਟ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਬਹੁਤ ਦੇਰ ਰਿਹਾ। ਅਕਾਲੀ ਦਲ ਦੇ ਕਿਸਾਨ ਵਿੰਗ ਦਾ ਅਕਾਲੀ ਦਲ ਦਾ ਕਿਸਾਨ ਉਸ ਵੇਲੇ ਪਹਿਲਾਂ ਬਣਾਈ ਕਿਸਾਨ ਯੂਨੀਅਨ ਅਕਾਲੀ ਦਲ ਨੇ ਖੜੀ ਕੀਤੀ ਜੀ। ਸਰਦਾਰ ਰਾਮ ਸੁਭਾਗ ਸਿੰਘ ਕਾਂਗਰਸ ਛੱਡ ਕੇ ਬਿਹਾਰ 'ਚ ਆ ਗਿਆ ਸੀ, ਉਹਨੂੰ ਅਸੀਂ ਆਲ ਇੰਡੀਆ ਦਾ ਪ੍ਰਧਾਨ ਬਣਾਇਆ। ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ, ਸ਼ੇਖਾਵਤ ਬਾਲ ਸਾਹਿਬ, ਇਹ ਸਾਰੇ ਇਕੱਠੇ ਹੋ ਕੇ ਅਸੀਂ ਜਿਹੜੀ ਹੈ ਪਹਿਲਾਂ ਕਿਸਾਨ ਯੂਨੀਅਨ ਦੀ ਨਿਊ ਧਰ ਕੇ ਉਹਨੂੰ ਪ੍ਰਧਾਨ ਬਣਾਇਆ।
ਉਹਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲਿਆ ਕੇ ਅਸੀਂ ਕਾਰ ਭੇਟ ਕੀਤੀ ਪਬਲਿਕ ਵੱਲੋਂ, ਅੰਬੈਸਡਰ ਜਿਹੜੀ 18,000 ਦੀ ਹੁੰਦੀ ਸੀ ਉਦੋਂ। ਅਸੀਂ ਪਿੰਡਾਂ 'ਚੋਂ 10-10 5-5 ਰੁਪਏ ਇਕੱਠੇ ਕੀਤੇ। ਪਰ ਕਿਸਾਨੀ ਦਾ ਸੰਵਰਿਆ ਕੁਝ ਅਸੀਂ ਇਹੋ ਹੀ, ਮੈਂ ਇੱਥੇ ਹੀ ਆਉਣ ਲੱਗਿਆ। ਇੱਕ ਦਰਸ਼ਕ ਲੈ ਲਈਏ, ਤੁਹਾਡੀ ਗੱਲ ਤਾਂ ਰੋਕੀ ਜਾਣੀ ਹੈ ਲੇਕਿਨ ਸ਼ਾਇਦ ਸਵਾਲ ਜ਼ਿਆਦਾ। ਦਰਸ਼ਕੋ ਸਵਾਗਤ ਕਰਦੇ ਹਾਂ ਜੀ ਤੁਹਾਡਾ। ਹੈਲੋ ਹੈਲੋ ਜੀ, ਆਪਣੀ ਗੱਲ ਰੱਖੋ। ਹਾਂਜੀ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੁੰਦਰ ਸਾਹਿਬ ਸਾਡੇ ਨਾਲ ਆ, ਤੁਸੀਂ ਸਵਾਲ ਕਰ ਸਕਦੇ ਹੋ ਜੀ। ਭੁੰਦਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਬਲਵੀਰ ਸਿੰਘ ਦਿਲਦਾਰ ਪਟਿਆਲਾ ਤੋਂ ਬੇਨਤੀ ਕਰ ਰਿਹਾ ਜੀ। ਜੀ ਦਿਲਦਾਰ ਸਾਹਿਬ, ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਜੀ। ਦੇਖੋ ਬੇਨਤੀ ਇਹ ਹੈ ਜੀ, ਭੁੰਦਰ ਸਾਹਿਬ ਬੈਠੇ ਨੇ, ਬੜੀ ਦੇਰ ਤੋਂ ਇਹਨਾਂ ਦਾ ਨਾਮ ਸੁਣ ਰਹੇ ਹਾਂ ਅਸੀਂ। ਪੋਲੀਟੀਕਲ ਲਾਈਨ ਦੇ ਵਿੱਚ ਹੈਗੇ ਨੇ ਇਹ ਜੀ, ਔਰ ਬੜੀ ਸੇਵਾ ਕਰਦੇ ਆ ਰਹੇ ਨੇ। ਬੜੀ ਖੁਸ਼ੀ ਦੀ ਗੱਲ ਹੈ ਜੀ। ਔਰ ਕਿਸੇ ਤਰ੍ਹਾਂ ਦੇ ਘੁਟਾਲੇ ਦੇ ਵਿੱਚ ਜਾਂ ਕਿਸੇ ਹੋਰ ਵਾਦ ਵਿਵਾਦ ਦੇ ਵਿੱਚ ਇਹਨਾਂ ਦਾ ਨਾਮ ਅਸੀਂ ਕਦੇ ਨਹੀਂ ਸੁਣਿਆ ਜੀ। ਦੇਖੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਅੱਜ ਕੱਲ੍ਹ ਬੋਲਬਾਲਾ ਹੋਇਆ ਹੈ, ਕੋਈ ਵੀ ਇਦਾਂ ਦਾ ਜਿਹੜਾ ਬੰਦਾ ਫੜਿਆ ਜਾਂਦਾ ਹੈ ਨਸ਼ੇ ਵੇਚਦਾ ਜੀ, ਉਹ ਤਕਰੀਬਨ ਪੋਲੀਟੀਕਲ ਬੰਦਿਆਂ ਦਾ ਨਾਮ ਲੈ ਦਿੰਦਾ ਹੈ ਜੀ। ਪੋਲੀਟੀਕਲ ਜਿਹੜੇ ਸਾਡੇ ਲੀਡਰ ਨੇ, ਉਹ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਨੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਜੀ, ਬਹੁਤ ਤਰ੍ਹਾਂ ਦੇ ਵਾਅਦੇ ਕਰ ਲੈਂਦੇ ਨੇਗੇ। ਲੇਕਿਨ ਫਿਰ ਉਹ ਪੈਸੇ ਦੇ ਲਾਲਚ ਦੇ ਵਿੱਚ ਵੀ ਅਸੀਂ ਜਲਦੀ ਅਮੀਰ ਬਣੀਏ, ਉਹ ਇਹ ਨਹੀਂ ਪਤਾ ਵੀ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਉਹ ਇਦਾਂ ਦੇ ਬੰਦਿਆਂ ਦੇ ਨਾਲ ਉਹਨਾਂ ਦਾ ਪਤਾ ਨਹੀਂ ਤਾਲਮੇਲ ਹੋ ਜਾਂਦਾ ਹੈ ਜਾਂ ਉਹ ਕਿਸ ਤਰ੍ਹਾਂ ਨਾਂ ਲੈਂਦੇ ਨੇ, ਵੀ ਇਸ ਤਰ੍ਹਾਂ ਦੀ ਸੋਚ ਕਿਉਂ ਬਣ ਗਈ ਅੱਜ ਕੱਲ੍ਹ ਇਹਨਾਂ ਦੀ। ਥੈਂਕ ਯੂ, ਧੰਨਵਾਦ। ਭੁੰਦਰ ਸਾਹਿਬ, ਸਮਾਜ ਉਹ ਕਹਿੰਦੇ ਨਿੱਘਰ ਗਿਆ। ਸਰ ਸਾਹਿਬ, ਜੋ ਤੁਹਾਡਾ ਕੁਐਸਚਨ ਹੈ ਬਹੁਤ ਵਧੀਆ ਹੈ। ਤੁਸੀਂ ਆਪਣੇ ਹਿਸਾਬ ਨਾਲ ਬੜੀ ਸਿਆਣਪ ਨਾਲ ਗੱਲ ਕੀਤੀ ਹੈ, ਮੈਂ ਤੁਹਾਡਾ ਧੰਨਵਾਦ ਕਰਦਾ। ਇਹ ਅਣਜਾਣਤਾ ਹੈ ਕੁਛ ਤਾਂ ਲੀਡਰਸ਼ਿਪ ਦੀ, ਕਿ ਲੀਡਰਸ਼ਿਪ ਨੂੰ ਪਤਾ ਨਹੀਂ ਲੱਗਦਾ ਜਦੋਂ ਕਿਸੇ ਦੀ ਮਦਦ ਕਰਦਾ, ਜਦੋਂ ਵੋਟਰ ਹੈ, ਪਿੰਡ ਦੀ ਪੰਚਾਇਤ ਆਉਂਦੀ ਹੈ ਤਾਂ ਲੀਡਰ ਨੂੰ, ਨਵੇਂ ਨੂੰ, ਤੇ ਕਈ ਵਾਰੀ ਪੁਰਾਣੇ ਨੂੰ ਵੀ ਪਤਾ ਨਹੀਂ ਲੱਗਦਾ ਵੀ ਬੰਦੇ ਆ ਜਾਂਦੇ ਨੇ ਕਿ ਜੇ ਬੰਦਾ ਠੀਕ ਹੈ, ਧੱਕਾ ਹੋ ਰਿਹਾ। ਜਿਸ ਕੋਲੇ ਤਾਕਤ ਹੈ ਉਹਦੇ ਕੋਲ 1 2 3 5 ਬੰਦੇ ਆਏ, ਕੰਮ ਜੋ ਤੁਸੀਂ ਕਹਿੰਦੇ ਹੋ ਵਾਕਿਆ ਸਮਾਜ 'ਚ ਨਸ਼ਾ ਵਧਿਆ ਹੋਇਆ, ਤਾਂ ਉਹ ਜਦੋਂ 5 7 10 ਬੰਦਿਆਂ ਦੀ ਮਦਦ ਕਰੀ ਗਿਆ, ਉਹਦੇ ਕੋਲ ਸ਼ਕਤੀ ਹੈ। ਅਫਸਰ ਅੱਗੋਂ ਐ ਨਹੀਂ ਕਹਿੰਦੇ ਗਲਤ ਆ, ਉਹ ਕਹਿੰਦੇ ਹਾਂ ਜੀ, ਉਹ ਹੌਲੀ ਹੌਲੀ ਉਹਦਾ ਨਾਂ ਲੱਗਣ ਲੱਗ ਜਾਂਦਾ ਕਿ ਇਹ ਬੰਦਾ ਪ੍ਰੋਟੈਕਸ਼ਨ ਦਿੰਦਾ ਹੈ। ਇੱਕ ਤਾਂ ਪੁਆਇੰਟ ਇਹ ਹੈ। ਸੈਕੰਡ ਪੁਆਇੰਟ ਜਿਹੜਾ ਤੁਸੀਂ ਕਹਿੰਦੇ ਹੋ, ਮੈਂ ਉਹਦੇ 'ਚ ਕਿਸੇ 'ਤੇ ਕਿੰਤੂ ਪਰੰਤੂ ਨਹੀਂ ਕਰਦਾ। ਹੋ ਸਕਦਾ ਕੁਛ ਬੰਦੇ ਕਿਸੇ ਲਾਲਚ 'ਚ ਵੀ ਕਰਦੇ ਹੋਣ, ਲੇਕਿਨ ਮੈਂ, ਤੁਸੀਂ ਕਹਿ ਸਕਦੇ ਹੋ, ਤੁਹਾਡਾ ਹੱਕ ਹੈ, ਮੈਂ ਉਸ ਪਾਸੇ ਨਹੀਂ ਜਾਂਦਾ। ਵੈਸੇ ਭੁੰਦਰ ਸਾਹਿਬ, ਆਪਾਂ ਬਚ ਕੇ ਨਿਕਲਣ ਦੀ ਕਿੰਨਾ ਚਿਰ ਕੋਸ਼ਿਸ਼ ਕਰਾਂਗੇ? ਸਮਾਜ ਦੇ ਵਿੱਚ ਨਿਘਾਰਤਾ ਆਇਆ, ਸਾਨੂੰ ਮੰਨਣਾ ਪਊਗਾ। ਤੁਸੀਂ ਆਪ ਹੀ ਗੱਲ ਕਰਦੇ ਹੁੰਦੇ ਹੋ, ਵੈਲਿਊਜ਼ ਦਾ ਬੜਾ ਬੁਰਾ ਹਸ਼ਰ ਹੋਇਆ, ਔਰ ਇਸੇ ਕਾਰਨ ਹੀ ਸ਼ਾਇਦ ਮੈਨੂੰ ਲੱਗਦਾ ਖੁਦਕੁਸ਼ੀਆਂ ਵਧੀਆਂ, ਕਿਰਦਾਰਕੁਸ਼ੀ ਹੋਈ। ਮੈਂ ਇਹੀ 2 ਪੁਆਇੰਟਾਂ 'ਤੇ 2 ਹੁਣ ਇਕੱਠੇ ਹੋ ਗਏ ਪੁਆਇੰਟ, ਇਹ ਕਿਸਾਨੀ ਤੇ ਨਸ਼ਾ ਜੀ, ਜਾਂ ਕਹਿ ਲਓ ਕਿਸਾਨੀ ਤੇ ਜਵਾਨੀ, ਦੋਨੇ ਹੀ। ਕਿਸਾਨੀ ਵੀ ਬਰਬਾਦ ਹੋ ਰਹੀ ਹੈ, ਜਵਾਨੀ ਵੀ ਬਰਬਾਦ ਹੋ ਰਹੀ ਹੈ। ਇਸ 'ਚ ਕਿਸੇ ਨੂੰ ਕੋਈ, ਮੈਂ ਤਾਂ ਮੁੱਕਰਦਾ ਨਹੀਂ ਹੋ ਕੇ ਮੁੱਕਰ ਜੇ, ਲੇਕਿਨ ਜ਼ਿੰਮੇਵਾਰੀ ਤਾਂ ਤੈਅ ਹੋਊ ਨਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਕਿਸੇ ਨੇ ਅਜੇ ਤੱਕ ਸੋਚਿਆ ਹੀ ਨਹੀਂ ਕਿ ਕੀ ਕਿਸਾਨ ਨੂੰ ਮਾਰ ਕੇ ਦੇਸ਼ ਦੀ ਮਹਿੰਗਾਈ ਘਟ ਜੂਗੀ? ਬਿਲਕੁਲ ਨਹੀਂ। ਕੀ ਕਿਸਾਨ ਜਿਹੜਾ ਪੈਦਾ ਕਰਦਾ, ਜੇ ਉਹਨੂੰ ਖਤਮ ਕਰਤਾ, ਕੀ ਇੱਥੇ ਪੈਦਾਵਾਰ ਵੱਧ ਕੇ ਦੇਸ਼ ਲੈ ਜਾਊਗਾ ਅੱਗੇ, ਬਫਰ ਸਟਾਕ ਬਣਾ ਲੂ? ਬਦਕਿਸਮਤੀ ਹੈ ਕਿ ਕਿਸਾਨ ਖੁਦ ਨਹੀਂ ਸਮਝ ਸਕਿਆ ਜੀ। ਯੂਨੀਅਨਾਂ ਸਾਡੀਆਂ ਸਪਲਿਟ ਆ ਗਈਆਂ, 20 ਬਣ ਗਈਆਂ ਜੀ। ਇੱਕ ਦੂਜੇ ਦਾ ਵਿਰੋਧ ਕਰਨ ਦੀ ਬਜਾਏ, ਮੈਂ ਨਹੀਂ ਕਹਿੰਦਾ ਸਾਰੀਆਂ ਯੂਨੀਅਨਾਂ ਰਹਿਣ, ਧੰਨਵਾਦ, ਲੇਕਿਨ ਇੱਕ ਆਵਾਜ਼ ਕੱਢਣ, ਇੱਕ ਦੂਜੇ ਦਾ ਵਿਰੋਧ ਨਾ ਕਰਨ, ਕਿ ਕਿਸਾਨੀ ਦੀ ਆਵਾਜ਼ ਕੱਢਣ ਕਿ ਕਿਸਾਨੀ ਇਸ ਵੇਲੇ ਅੱਜ ਨਹੀਂ ਡਾਊਨ ਗਈ, ਲਗਾਤਾਰ ਡਾਊਨ ਹੁੰਦੀ ਆ ਰਹੀ। ਅੰਗਰੇਜ਼ ਤੋਂ ਬਾਅਦ ਸੀ ਕਿ ਅੱਗੇ ਆਊਗੀ, ਲੇਕਿਨ ਅੱਗੇ ਨਹੀਂ, ਪਿੱਛੇ ਜਾ ਰਹੀ ਹੈ ਜੀ। ਕੁਛ ਸਮਾਂ ਆਇਆ, ਗ੍ਰੀਨ ਇਨਕਲਾਬ, ਮੈਂ ਕਹਿੰਦਾ ਉਹ ਸਾਨੂੰ ਬਰਬਾਦ ਕਰ ਗਿਆ। ਉਹਦੇ ਨਾਲ ਸਾਡਾ ਪਾਣੀ, ਜ਼ਮੀਨ, ਵਾਤਾਵਰਨ ਸਾਡਾ ਸਭ ਖਤਮ ਹੋ ਗਿਆ। ਈਵਨ ਇਹੀ ਨਹੀਂ, ਸਾਡਾ ਖਾਣ ਪਾਣ ਖਤਮ ਹੋ ਗਿਆ ਕਿ ਹਾਈਬ੍ਰਿਡ ਆ ਗਏ, ਸਾਰੀਆਂ ਚੀਜ਼ਾਂ ਉਹਨਾਂ ਜ਼ਹਿਰਾਂ ਮਿਲ ਗਈਆਂ। ਸੋ ਇਹਨੂੰ ਸੁਧਾਰਨ ਵਾਸਤੇ ਸਾਨੂੰ ਸਾਰਿਆਂ ਨੂੰ, ਜਿੰਨਾ ਚਿਰ ਇੱਕ ਮਤ, ਇੱਕ ਆਵਾਜ਼ ਹੋ ਕੇ ਅਸੀਂ ਨਹੀਂ ਲੜਾਂਗੇ ਕਿ ਜੇ ਦੇਸ਼ ਬਚਾਉਣਾ ਤੇ ਕਿਸਾਨ ਨੂੰ ਬਚਾਉਣਾ ਪਹਿਲਾਂ ਜ਼ਰੂਰੀ ਹੈ। ਭੁੰਦਰ ਸਾਹਿਬ, ਜੇ ਬੇਰੁਜ਼ਗਾਰੀ ਖਤਮ ਕਰਨੀ ਹੈ ਤਾਂ ਵੀ ਕਿਸਾਨੀ ਜ਼ਰੂਰੀ ਹੈ, ਕਿਉਂਕਿ 60% 65% ਲੋਕ ਅਜੇ ਇਸ 'ਤੇ ਨੇ। ਭੁੰਦਰ ਸਾਹਿਬ, ਤੁਸੀਂ ਕਿਉਂਕਿ ਤੁਸੀਂ ਬਹੁਤ ਵੱਡੇ ਅਹੁਦੇ 'ਤੇ ਹੋ, ਔਰ ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਿਲਕੁਲ ਐਨ ਜਾਂ ਖੱਬੇ ਜਾਂ ਸੱਜੇ ਬੈਠੇ ਹੁੰਦੇ ਹੋ, ਤੇ ਲੋਕ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮੇਰੇ ਫਿਕਰ ਵਾਂਗ ਉਹ ਫਿਕਰ 'ਚ ਸ਼ਾਮਲ ਹੋ ਜਾਓ ਕਿ ਬਹੁਤ ਬੁਰਾ ਹੋ ਰਿਹਾ। ਤੁਸੀਂ ਨਿਰਣਾਇਕ ਭੂਮਿਕਾ 'ਚ ਰਹੇ ਹੋ ਸਦਾ, ਬੇਸ਼ੱਕ ਉਹ ਸਲਾਹਕਾਰ ਵਾਲੀ ਸੀਗੀ ਜਾਂ ਤੁਸੀਂ ਆਪ ਉਹਨਾਂ ਮੰਚਾਂ 'ਤੇ ਸੀਗੇ। ਇਤਿਹਾਸ ਜਦੋਂ ਲਿਖਿਆ ਜਾਂਦਾ ਹੈ ਤੇ ਉਦੋਂ ਸਮਿਆਂ ਦੀ ਗੱਲ ਹੁੰਦੀ ਹੈ, ਤੇ ਇਹਨਾਂ ਸਮਿਆਂ 'ਚ ਆਈਆਂ ਜਿੰਨੀਆਂ ਵੀ ਕੁਰੀਤੀਆਂ ਉਹਨਾਂ ਨੇ ਪੜਚੋਲ ਤਾਂ ਕਰਨੀ ਹੈ, ਤੇ ਫਿਰ ਕਿਹੜੇ ਕਿਹੜੇ ਚਿਹਰਿਆਂ 'ਤੇ ਗੱਲ ਆਊਗੀ। ਸਰਕਾਰਾਂ ਤੇ ਅਸੀਂ ਵੀ ਸਾਰੀਆਂ ਚਲਾਈਆਂ ਨੇ।
ਇਹ ਕਿਤੇ ਇਕੱਲੇ ਬੈਠਿਆਂ ਮਨ 'ਚ ਤਕਲੀਫ ਆਉਂਦੀ ਹੈ ਕਿ ਸਾਡੇ ਪ੍ਰਸ਼ਾਸਕੀ ਦੌਰਾਂ 'ਚ ਇਹ ਕੁਝ ਗੁਨਾਹ ਵਰਗੀਆਂ ਗੱਲਾਂ ਹੋਈਆਂ ਔਰ ਤੁਸੀਂ ਕੁਝ ਨਹੀਂ ਕਰ ਸਕੇ, ਵੇਂਦੇ ਰਹਿ ਗਏ। ਇਹ ਜਿਹੜਾ ਸਬਜੈਕਟ ਹੈ ਇਹੋ ਹੀ ਮੁਸ਼ਕਲ ਹੈ ਕਿ ਟਾਈਮ ਆਪਣੇ ਕੋਲ ਥੋੜਾ, ਸਵਾਲ ਥੋੜਾ ਇੱਕ ਬਹੁਤ ਵੱਡਾ ਸਵਾਲ ਹੈ ਤੇ ਅਹਿਮ ਹੈ। ਜੋ ਪਹਿਲਾਂ ਭਾਈ ਸਾਹਿਬ ਨੇ ਸਵਾਲ ਕੀਤਾ ਸੀ ਸਾਰਾ ਇੱਕ ਇਕੱਠਾ, ਇਹਦਾ ਸਾਰੇ ਦਾ ਮਤਲਬ ਇੱਕੋ ਹੀ ਹੈ, ਨਸ਼ੇ, ਜਵਾਨੀ, ਕਿਸਾਨੀ, ਤਰੱਕੀ ਨਾ ਹੋਣਾ, ਅਸੀਂ ਜ਼ਿੰਮੇਵਾਰੀ ਦੇ ਵਿੱਚ ਰਹਿਣਾ, ਅਸੀਂ ਕਿਉਂ ਜ਼ਿੰਮੇਵਾਰੀ ਨਾਲ, ਮੈਂ ਕਿਸੇ ਤੇ ਕਹਿਣ ਦੀ ਬਜਾਏ ਕਿਉਂ ਜ਼ਿੰਮੇਵਾਰੀ ਨਾਲ ਨਿਭਾ ਸਕਣਾ, ਯਤਨ ਕਰਨੇ। ਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਕਿਸਾਨੀ ਵਾਸਤੇ ਕੋਈ ਨਹੀਂ ਲੜਿਆ, ਬਿਲਕੁਲ ਲੜੇ, ਉਹ ਲੜਿਆ ਤੇ ਕੁਦਰਤੀ ਅਸੀਂ ਮਗਰ ਲੜੇ, ਲੇਕਿਨ ਨਹੀਂ, ਜੋ ਹੱਲ ਹੈ ਉਹ ਨਹੀਂ ਹੋ ਸਕੇ। ਉਹਦਾ ਕਾਰਨ ਹੈ ਕਿ ਦੇਸ਼ ਦਾ ਇੱਕ ਸਿਸਟਮ ਹੈ, ਇਹ ਦੇਸ਼ ਦੇ ਵਿੱਚ ਜਿਹੜੀ ਪਾਵਰ ਹੈ ਉਹ ਸੈਂਟਰ ਕੋਲ ਹੈ, ਜਿਹੜਾ ਕਿਸੇ ਸੈਂਟਰਲ ਸਟੇਟ ਪਾਵਰ ਦੇ ਰਿਲੇਸ਼ਨ ਤੇ ਅਸੀਂ ਮੋਰਚੇ ਵੀ ਲਾਉਂਦੇ ਰਹੇ ਔਰ ਉਹਨਾਂ ਮੋਰਚਿਆਂ ਤੇ ਅਸੀਂ ਮਾਰ ਵੀ ਖਾਧੀ ਹੈ। ਜੇ ਅਸੀਂ ਸਟੇਟ ਰਿਲੇਸ਼ਨ ਤੇ ਲੜਾਈ ਲੜੀ, ਇਹ ਖਾਲਿਸਤਾਨ ਮੰਗਦੇ ਨੇ, ਜਿਹੜਾ ਕਿ ਸਾਨੂੰ ਗਲਤ ਪਾਸੇ ਲਗੇ, ਬਿਲਕੁਲ ਠੀਕ ਹੈ, ਆਊਟ ਕਰਨ ਦੇ ਬਾਰੇ, ਜਿਹੜੇ ਕਿ ਨਹੀਂ ਸਾਡਾ ਬਿਲਕੁਲ, ਅਸੀਂ ਉੱਪਰਲੀ ਕਹਿ ਰਹੇ ਸਾਂ ਕਿ ਸਾਡਾ ਦੇਸ਼ ਇੱਕ ਹੈ। ਅਸੀਂ ਲੋਕ ਵਾਸਤੇ, ਲੋਕ ਸਾਥੋਂ ਮੰਗ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੂੰ ਕਣਕ ਦਾ ਭਾਅ ਕਿਉਂ ਨਹੀਂ ਦਿੰਦਾ, ਬੰਨਣਾ ਦਿੰਨੀ ਹੈ, ਤੂੰ ਖਾਦ ਕਿਉਂ ਨਹੀਂ ਠੀਕ ਕਰਦਾ, ਭਾਅ ਦਿੱਲੀ ਹੈ। ਇਸ ਕਰਕੇ ਸੂਬਿਆਂ ਦੀਆਂ ਸਰਕਾਰਾਂ ਕੋਲੇ ਉਹ ਪਾਵਰ ਨਹੀਂ ਜਿਹੜੀ ਸੈਂਟਰ ਕੋਲੇ ਹੈ। ਭੁੰਦਰ ਸਾਹਿਬ, ਮੈਨੂੰ ਇੱਕ ਦਰਸ਼ਕ ਲੈਣ ਦਿਓ, ਆਗਿਆ ਦੇ ਦਿਓ। ਸਵਾਗਤ ਕਰਦੇ ਹਾਂ ਜੀ, ਸਵਾਗਤ ਹੈ ਜੀ। ਹੈਲੋ ਜੀ ਜੀ, ਹੈਲੋ, ਹਾਂਜੀ, ਸਾਡੇ ਲੀਡਰ ਆ ਜੀ, ਇਹ ਮਾਨਕੇੜੇ ਤੋਂ ਬੋਲਦੇ ਆ, ਸਦੂਕਾ ਹਲਕੇ ਤੋਂ ਜੀ। ਇਹ ਤਾਂ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਮਾਨਸੇ ਵਾਲੇ ਹੀ ਸਾਡੇ ਨਾਲ ਸ਼ਾਮਲ ਨੇ। ਹਾਂਜੀ, ਸਾਡੇ ਬਹੁਤ ਵਧੀਆ ਲੀਡਰ ਆ ਜੀ। ਸਾਡਾ ਕੋਈ ਅੱਜ ਤੱਕ ਜਿਵੇਂ ਕੋਈ ਬੈਰ ਭਾਵ ਨਹੀਂ ਕਰਦੇ ਕਿਸੇ ਨਾਲ, ਜਿਹੜਾ ਮਰਜ਼ੀ ਜਾਵੇ ਜੀ, ਕੋਈ ਪਾਰਟੀਬਾਜ਼ੀ ਨਹੀਂ ਕਰਦੇ ਜੀ, ਇਹ ਕੋਈ ਕਿਸੇ ਨੂੰ ਲੜਾਉਂਦੇ ਨਹੀਂ, ਪਾਰਟੀਬਾਜ਼ੀ ਨਹੀਂ ਪਾਉਂਦੇ ਜੀ, ਬਹੁਤ ਵਿਕਾਸ ਕਰਿਆ ਜੀ ਸਾਡੇ। ਕੋਈ ਸਵਾਲ ਜਿਹੜਾ ਤੁਸੀਂ ਇਹਨਾਂ ਨਾਲ ਸਾਹਮਣੇ ਨਹੀਂ ਕਰ ਸਕਦੇ ਹੋਵੋ ਤੇ ਸਾਡੇ ਮਾਧਿਅਮ ਰਾਹੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ, ਨਿੱਜੀ ਸਵਾਲ ਜਾਂ ਸਿਆਸੀ ਸਵਾਲ? ਨਾ ਕੁਛ ਨਹੀਂ ਜੀ, ਬਸ ਬਹੁਤ ਸਾਡੇ ਲੀਡਰ ਜਿਉਂਦੇ ਵਾਸਤੇ ਰਹਿਣ, ਬਹੁਤ ਕਰਿਆ ਸਾਡਾ। ਭੁੰਦਰ ਸਾਹਿਬ, ਲੋਕ ਤੁਹਾਨੂੰ ਬਹੁਤ ਮਿਹਰਬਾਨੀ ਜੀ, ਬਹੁਤ ਤੁਹਾਡਾ ਪਿਆਰ ਸਤਿਕਾਰ, ਤੁਸੀਂ ਉਮਰ ਲੰਬੀ ਕਰਤੀ ਜੀ, ਬਹੁਤ ਧੰਨਵਾਦ। ਭੁੰਦਰ ਸਾਹਿਬ, ਮੈਂ ਉਹ ਇੱਕ ਸਵਾਲ ਸ਼ੁਰੂ 'ਚ ਕੀਤਾ ਸੀਗਾ, ਮੈਂ ਉਹੀ ਜਾਣਨਾ ਚਾਹੁੰਦਾ ਹੈ ਕਿ ਸਿਆਸਤ ਵਿੱਚ ਆਉਣ ਦਾ ਇੱਕ ਸੁਪਨਾ ਵੀ ਹੁੰਦਾ ਤੇ ਕੁਝ ਆਦਰਸ਼ ਹੁੰਦੇ ਆ ਤੇ ਕੁਝ ਏਜੰਡਾ ਹੁੰਦਾ ਹੈ ਵੀ ਆਪਾਂ ਇਹ ਕਰਾਂਗੇ, ਤੇ ਇੰਨੇ ਸਾਲਾਂ ਦੇ ਸਫ਼ਰ ਤੋਂ ਬਾਅਦ, ਇੰਨਾ ਕੁਝ ਕਰਨ ਤੋਂ ਬਾਅਦ ਹੁਣ ਤਸੱਲੀ ਮਹਿਸੂਸ ਕਰਦੇ ਹੋ ਜਿੰਨਾ ਕੁਝ ਵੀ ਕਰ ਸਕੇ ਜਾਂ ਜੋ ਰਹਿ ਗਿਆ? ਅਸਲ 'ਚ ਇਹੀ ਹੈ ਕਿ ਟਾਈਮ ਤੁਸੀਂ ਜਿਹੜਾ ਕੁਐਸਚਨ ਕਰਦੇ ਹੋ ਉਹ ਲੰਬਾ ਹੁੰਦਾ, ਉਹਦਾ ਜਿਹੜਾ ਆਨਸਰ ਹੈ ਟਾਈਮ ਹੈ ਥੋੜਾ। ਜਿਸ ਵੇਲੇ ਆਏ ਆ ਬਿਲਕੁਲ ਜੋ ਤੁਹਾਡੇ ਮਨ 'ਚ ਹੈ, ਸਾਡੇ ਮਨ 'ਚ ਅਸੀਂ ਜਵਾਨ ਸੀ, ਸਰਪੰਚ ਬਣ ਗਏ, ਲੋਕਾਂ ਦੇ ਕੰਮਾਂ ਜਾਂਦੇ, ਉਦੋਂ ਅਫਸਰ ਵੀ ਅੱਛੇ ਹੁੰਦੇ ਸੀ, ਬਗੈਰ ਰਿਸ਼ਵਤ ਦੇ ਕੰਮ ਹੁੰਦੇ, ਪਿਆਰ ਨਾਲ ਕੰਮ ਹੁੰਦੇ, ਤਾਂ ਇਹ ਸੀ ਕਿ ਜੇ ਹੋਰ ਅੱਗੇ ਜਾਈਏ ਇਦੋਂ ਜ਼ਿਆਦਾ ਲੋਕਾਂ ਦਾ ਭਲਾ ਕਰਾਂਗੇ ਔਰ ਆ ਕੇ ਯਤਨ ਵੀ ਕੀਤਾ। ਮੈਂ ਕਹਿੰਦਾ ਇੱਕ ਗੱਲਾਂ ਤੋਂ, ਕੁਛ ਗੱਲਾਂ ਤੋਂ ਮੈਂ ਸੰਤੁਸ਼ਟ ਹਾਂ ਕਿ ਜਿਹੜੇ ਏਰੀਆ 'ਚ ਪਾਣੀ ਨਹੀਂ ਸੀ ਹੁੰਦਾ, ਹੋਰ ਚੀਜ਼ਾਂ ਕਿਸਾਨੀ ਵਾਸਤੇ ਜਿੰਨਾ ਅਸੀਂ ਬਿਜਲੀ, ਪਾਣੀ, ਸੜਕਾਂ, ਸਕੂਲ ਕਰ ਸਕੇ ਕੀਤਾ, ਲੇਕਿਨ ਮੁਕੰਮਲ ਕੋਈ ਕਹਿ ਨਹੀਂ ਸਕਦਾ ਮੈਂ ਕਰਤਾ। ਲੇਕਿਨ ਵੱਡਾ ਸਵਾਲ ਇਹ ਹੈ ਕਿ ਜੇ ਮੈਂ ਇੱਕ ਥਾਂ ਇੱਕ ਗੱਲ ਕਰਤੀ, ਸਟੇਟ, ਦੇਸ਼ ਸਭ ਦਾ ਭਲਾ ਨਹੀਂ ਹੋ ਸਕਿਆ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ, 5 ਵਾਰ ਰਹੇ, ਅਸੀਂ 5 ਵਾਰੀ ਨਹੀਂ, ਅਸੀਂ ਤੀਜੀ ਵਾਰ ਤੋਂ ਬਾਅਦ ਸ਼ਾਮਲ ਹੋਏ, ਇੱਕ ਵਾਰੀ ਨਾ ਰਹੇ 2.5 ਸਾਲ ਖੇਤੀਬਾੜੀ ਵਜ਼ੀਰ, ਫਿਰ ਮੁੜ ਕੇ ਬਤੌਰ ਅਪੋਜੀਸ਼ਨ ਨਾਲ ਹਮੇਸ਼ਾ ਰਹੇ। ਤੁਸੀਂ ਜਿਵੇਂ ਕਿਹਾ ਸੀਨੀਅਰ ਸੀ, ਸਾਥੀਆਂ 'ਚ ਰਹੇ, ਰਾਏ 'ਚ ਰਹੇ ਹਮੇਸ਼ਾ। ਯਤਨ ਉਹਨਾਂ ਨੇ ਵੀ ਕੀਤੇ, ਜਿੰਨੀ ਕਿ ਸਾਡੇ 'ਚ ਮਤ ਸੀ ਅਸੀਂ ਰਾਏ ਦੇ ਕੇ ਕਰੇ, ਉਹਨਾਂ ਤੋਂ ਕਾਬਲ ਤਾਂ ਅਸੀਂ ਹੋ ਹੀ ਨਹੀਂ ਸਕਦੇ। ਲੇਕਿਨ ਇਹ ਸਾਰੇ ਦੇ ਬਾਵਜੂਦ ਮੈਂ ਕਹਿ ਸਕਦਾ ਕਿ ਅਸੀਂ ਉਹਨਾਂ ਯਤਨਾਂ 'ਚ ਸਫਲ, ਮੈਂ ਆਪਦੇ ਆਪ ਨੂੰ ਨਹੀਂ ਮੰਨਦਾ। ਮੈਂ ਕਹਿੰਦਾ ਕਿ ਜਿੰਨਾ ਚਿਰ ਸੈਂਟਰ ਗੌਰਮੈਂਟ ਦੇ ਦਿਮਾਗ 'ਚ ਇਹ ਗੱਲ ਨਹੀਂ ਆਏਗੀ, ਕੋਈ ਵੀ ਉੱਥੇ ਗੱਦੀ ਤੇ ਬੈਠੇ, ਕਿ ਅਸੀਂ ਇਕੱਲਾ ਇੱਕ ਖੇਤਰ ਨਹੀਂ ਬਚਾਉਣਾ, ਕਿ ਮਹਿੰਗਾਈ ਰੋਕਣੀ, ਮਹਿੰਗਾਈ ਨਹੀਂ ਹੈ, ਮਹਿੰਗਾਈ ਰੋਕਣ ਦੇ ਬੜੇ ਤਰੀਕੇ ਹੋਰ ਹੋਣਗੇ। ਕੀ ਜੇ ਕਣਕ ਦਾ ਰੇਟ ਘਟਾ ਕੇ ਜੱਟ ਨੂੰ ਮਾਰ ਕੇ ਤਾਂ ਰੇਟ ਘਟੂਗਾ? ਕੀ ਅਸੀਂ ਡਿਪੂਆਂ 'ਤੇ ਉਹਨੂੰ ਸਸਤੀ ਸਬਸਿਡੀ ਦੇ ਕੇ ਜਿਹੜੀ ਅਸੀਂ ਖਰਚ ਕਰਦੇ ਹਾਂ, 1 ਰੁਪਏ ਕਿਸਾਨ ਨੂੰ ਦਿੰਦੇ ਹਾਂ, 3 ਰੁਪਏ ਖਰਚਾ ਸਰਕਾਰ ਨੂੰ ਪੈਂਦਾ, ਕਿਉਂ ਨਹੀਂ ਅਸੀਂ ਕੰਟਰੋਲ ਕਰਦੇ? ਕਿਉਂ ਅਸੀਂ ਇਸ ਤਰ੍ਹਾਂ ਦੇ ਖਰਚੇ ਨਜਾਇਜ਼ ਕਰਦੇ ਹਾਂ? ਸੋ ਇਹ ਜਿਹੜੇ ਖਰਚੇ ਰੋਕ ਕੇ ਜਿਹੜਾ ਲੈਣ ਵਾਲਾ ਗਰੀਬ ਹੈ ਉਹਨੂੰ, ਜਿਵੇਂ ਹੁਣ ਅਸੀਂ BPL ਕਾਰਡ ਬਣਾਏ, ਹੋਰ ਬਣਾਏ ਨੇ, ਇਸ ਤਰੀਕੇ 'ਚ ਕਰ ਸਕਦੇ ਹਾਂ, ਦੁਕਾਨਾਂ ਸਰਕਾਰੀ ਖੋਲ੍ਹ ਕੇ ਕਰ ਸਕਦੇ ਹਾਂ। ਲੇਕਿਨ ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ। ਅੱਜ ਜਿਹੜਾ ਕੁਝ ਸਮਝ ਨਹੀਂ ਰਹੇ, ਅਸੀਂ ਲੜੀ ਜਾਂਦੇ ਹਾਂ, ਕਿਸਾਨ ਦੇ ਸਿਰ 'ਤੇ ਮਹਿੰਗਾਈ ਰੋਕੀ ਜਾ ਰਹੀ ਹੈ, ਜਿਹੜੀ ਬਦਕਿਸਮਤੀ ਹੈ। ਕਿਸੇ ਨੇ 60 ਸਾਲ, ਉਹ ਉਹਨਾਂ ਨੂੰ ਹੈ, ਕਿਸਾਨ ਨੂੰ ਪਤਾ ਨਹੀਂ ਲੱਗ ਰਿਹਾ। ਲੇਕਿਨ ਮੈਂ ਰੌਲਾ ਪਾ ਕਹਿਣਾ, ਕਿਸਾਨੋ ਆਪਾਂ ਮਰ ਗਏ ਭਰਾਵੋ, ਜਿੰਨਾ ਚਿਰ ਆਪਾਂ ਇਕੱਠੇ ਹੋ ਕੇ ਨਹੀਂ ਲੜਾਂਗੇ
ਨਾ ਮੈਂ ਇਕੱਲਾ ਪਾਰਲੀਮੈਂਟ 'ਚ ਕੁਝ, ਪਾਰਲੀਮੈਂਟ 'ਚ ਵੀ ਮੈਂ ਕਰਦਾ, ਕਈ ਵਾਰ ਅਸੀਂ ਇਕੱਠੇ ਹੁੰਦੇ ਆ, ਸਵਾਲ ਵੀ ਕਰਦਾ ਮੈਂ। ਬਲਕਿ ਕੀ ਕਿਹਾ ਸੀ ਕਿ ਅਸੀਂ ਸਾਰੇ ਬੋਲਦੇ ਆ, ਮੈਂ ਨਹੀਂ ਕਹਿੰਦਾ ਮੈਥੋਂ ਕੋਈ ਘੱਟ ਬੋਲਦਾ, ਬਹੁਤ ਸਾਰੀਆਂ ਡਿਬੇਟਸ ਕਿ ਸਾਰੇ ਬੋਲਦੇ ਆ, ਤੁਸੀਂ ਮੈਥੋਂ ਵੱਧ ਬੋਲਦੇ ਆ, ਪਰ ਅਫਸੋਸ ਹੈ ਕਿ ਅਸੀਂ ਬੋਲ ਕੇ ਕਰ ਕੁਝ ਨਹੀਂ ਸਕੇ। ਮੇਰੀ ਇਹ ਉੱਥੇ ਲਫ਼ਜ਼ ਰਿਕਾਰਡ ਹੈ। ਇੱਕ ਦਰਸ਼ਕ ਸਾਡੇ ਕੋਲ ਨੇ, ਦਸਤਕ ਹੈ ਉਹਨਾਂ ਦੀ, ਸਵਾਗਤ ਕਰਦੇ ਆ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਸਰ ਬੇਨਤੀ ਹੈ ਵੀ ਅੱਜ ਤੋਂ 35-40 ਸਾਲ ਪਹਿਲਾਂ ਜੋ ਸਿਆਸਤਦਾਨ ਹੁੰਦੇ ਸੀ ਉਹ ਲੋਕਾਂ ਦੀ ਸੇਵਾ ਵੱਲ ਬਹੁਤ ਧਿਆਨ ਦਿੰਦੇ ਸੀ ਤੇ ਆਪਣੇ ਘਰ ਬਣਾਉਣ ਵੱਲ ਘੱਟ। ਪਰ ਅੱਜ ਦੇ ਸਿਆਸਤਦਾਨ ਲੋਕਾਂ ਦੀ ਸੇਵਾ ਤੋਂ ਦੂਰ ਹੁੰਦੇ ਜਾ ਰਹੇ ਹੈ ਤੇ ਜੋ ਆਪਣੇ ਘਰ ਨਿੱਜੀ ਕਰਨੀ ਜ਼ਿਆਦਾ ਖਿਆਲ ਦਿੰਦੇ ਹੈ। ਤੇ ਸੋ ਮੈਂ ਬੇਨਤੀ ਇਹ ਕਰਦਾ ਵੀ ਇਹ ਰੁਝਾਨ ਰੋਕਣ ਦੀ ਕੋਈ ਉਮੀਦ ਹੈ ਵੀ ਲੋਕਾਂ ਦੀ ਸੇਵਾ ਵੱਲ ਫੇਰ ਲੋ ਤੇ ਸਿਆਸਤਦਾਨ ਮੁੜ ਆਉਣਗੇ ਕਿ ਜਾਂ ਇਸੇ ਤਰ੍ਹਾਂ ਹੀ ਚੱਲੀ ਜਾਊ ਜੋ ਹੁਣ ਚੱਲਦਾ ਜੀ। ਸਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਹਾਡਾ ਸਵਾਲ ਬਹੁਤ ਵਧੀਆ ਹੈ। ਅੱਜ ਫਿਕਰ ਇਹ ਪੈ ਰਿਹਾ ਕਿ ਸਿਆਸਤ ਗਲਤ ਪਾਸੇ ਚਲੀ ਗਈ। ਵੈਸੇ ਭੁੰਦੜ ਸਾਹਿਬ ਨੇ ਇੱਕ ਗੱਲ ਬੜੀ ਕਲੀਅਰ ਕਹਿਤੀ ਹੈ ਕਿ ਮੈਂ ਬਈ ਖੇਤੀ ਤੋਂ ਚੱਲਿਆ ਸੀ ਤੇ ਮੈਂ ਹੁਣ ਵੀ ਕੋਈ ਕਾਰਖਾਨੇ ਨਹੀਂ ਲਾਏ, ਔਰ ਮੇਰਾ ਅੱਜ ਵੀ, ਮੈਂ ਇਹਨਾਂ ਨੂੰ ਪੁੱਛਿਆ ਕਿ ਚੰਡੀਗੜ੍ਹ ਕਿੰਨਾ ਸਮਾਂ ਰਹਿੰਦੇ ਹੋ, ਤੇ ਇਹਨਾਂ ਦਾ ਜਵਾਬ ਸੀਗਾ ਕਿ ਮੈਂ ਜ਼ਿਆਦਾ ਸਮਾਂ ਆਪਣੇ ਲੋਕਾਂ 'ਚ ਵਿਚਰਦਾ। ਔਰ ਇਹਨਾਂ ਦੀ ਸਾਦਗੀ ਔਰ ਇਹਨਾਂ ਦਾ ਜਿਹੜਾ ਸੁਭਾਅ ਹੈ ਗਵਾਹ ਇਸ ਗੱਲ ਦਾ। ਪਰ ਭਾਜੀ ਤੁਹਾਡੇ ਵਰਗੇ ਇੰਨੇ ਸਾਰੇ ਵਧੀਆ ਪੋਲੀਟੀਸ਼ੀਅਨ ਹੋਣ ਦੇ ਬਾਵਜੂਦ ਇਸ ਵੇਲੇ ਸਿਆਸਤ ਵਪਾਰ ਵਰਗੀ ਕਿਉਂ ਹੋ ਗਈ? ਜੋ ਸਾਰਿਆਂ ਨੇ ਗੱਲ ਕਹੀ ਹੈ, ਤੁਸੀਂ ਉਸ ਗੱਲ ਨੂੰ ਅੱਗੇ ਖੋਲ ਕੇ ਕੀਤਾ, ਮੈਂ ਇਹਦੇ ਨਾਲ ਸਹਿਮਤ ਹਾਂ। ਇਹ ਦੁੱਖ ਹੈ ਸਾਨੂੰ। ਮੈਂ ਤਾਂ ਜੇ ਮੈਂ ਇੱਥੇ ਵੀ ਕਹਿ ਦਿੰਦਾ ਕਿ ਡੈਮੋਕ੍ਰੇਸੀ ਫੇਲ ਵਾਲੇ ਪਾਸੇ ਜਾ ਰਹੀ ਹੈ। ਅਸੀਂ ਜਿਹੜਾ ਸਾਡਾ ਪਹਿਲਾ ਸਿਸਟਮ ਸੀ, ਹਰ ਪਾਰਟੀ ਦਾ ਪਹਿਲਾਂ ਥੱਲਿਓਂ ਕੰਮ ਕਰਕੇ ਦਰੀਆਂ ਚੱਕ ਕੇ ਆਉਂਦੇ ਬੰਦੇ ਆ ਕੇ ਲੀਡਰ ਬਣਦੇ ਸੀ। ਹੁਣ ਪੈਸੇ ਵਾਲੇ ਆ ਕੇ, ਕੋਈ ਫਿਲਮ ਸਟਾਰ ਆ ਗਿਆ, ਕੋਈ ਕਿਤੇ ਪਲੇਅਰ ਹੈ, ਕੋਈ ਕਾਸੇ 'ਚੋਂ ਆ ਗਿਆ, ਆ ਕੇ ਲੀਡਰ ਬਣ ਜਾਂਦਾ। ਫਿਰ ਉਹ ਕਹਿੰਦਾ ਉਹ ਮੌਜ ਮਸਤੀ 'ਚੋਂ ਆਇਆ, ਉਹਨੂੰ ਮੌਕਾ ਲੈਣਾ ਬੜਾ ਔਖਾ ਹੈ, ਉਹਨੂੰ ਧਰਤੀ 'ਤੇ ਬੈਠਣਾ ਬੜਾ ਔਖਾ ਹੈ, ਲੋਕਾਂ ਜਾਣਾ ਬੜਾ ਔਖਾ ਹੈ, ਸੇਵਾ ਬੜੀ ਔਖੀ ਹੈ। ਜੋ ਭਾਈ ਸਾਹਿਬ ਕਹਿੰਦੇ ਉਹ ਤਾਂ ਭੁੱਖੇ ਮਰਨਾ ਪੈਂਦਾ, ਉਹ ਤਾਂ ਫਿਰ ਭਾਰ ਘਟਾਉਣਾ ਪੈਂਦਾ, ਢਿੱਡ ਨਹੀਂ ਵੱਧਦਾ। ਤਾਂ ਫਿਰ ਉਹ ਬੰਦੇ ਕਹਿੰਦੇ ਨੇ ਯਾਰ ਅਸੀਂ ਐਸ਼ੇਸ਼ਤ ਕਿਵੇਂ ਕਰਨੀ, ਹੱਥ 'ਚ ਤਾਕਤ ਆ ਗਈ, ਲੋਕਾਂ ਦੀ ਸ਼ਰਮ ਹੈ ਨਹੀਂ। ਜੇ ਤਾਂ ਸ਼ਰਮ ਲੋਕ ਲੀਡਰ ਲੋਕਾਂ ਦੀ ਮੰਨਣਗੇ, ਲੋਕ ਡਰਦੇ ਰਹਿਣਗੇ। ਤੇ ਦੂਜਾ ਡੈਮੋਕ੍ਰੇਸੀ 'ਚ ਮੈਂ ਇਹਨਾਂ ਭਰਾਵਾਂ ਨੂੰ ਵੀ ਅਪੀਲ ਕਰਦਾ ਕਿ ਵੀਰੋ ਤੁਸੀਂ ਵੀ ਇੱਕ ਚੀਜ਼ ਸਿੱਖ ਲਓ ਕਿ ਅਸੀਂ ਵੋਟ ਸੋਚ ਕੇ ਪਾਉਣੀ ਹੈ। ਸ਼ਰਾਬ ਤੇ ਪੈਸਾ ਕੋਈ ਦੇਣ ਆਵੇ, ਬਿਲਕੁਲ ਉਸ ਗੱਲ ਨੂੰ ਮੰਨਣਾ ਨਹੀਂ। ਅੱਛਾ ਭੁੰਦੜ ਸਾਹਿਬ, ਇਹ ਚੀਜ਼ਾਂ ਖਤਮ ਹੋ ਜਾਣ। ਇਹ ਚੀਜ਼ਾਂ ਆ ਗਿਆ, ਪੈਸਾ ਤੇ ਸ਼ਰਾਬ ਆ ਗਈ ਤੇ ਸਰਮਾਏਦਾਰੀ ਆ ਗਈ, ਨਿੱਕੀਆਂ ਚੀਜ਼ਾਂ, ਤੇ ਡੈਮੋਕ੍ਰੇਸੀ ਆ ਗਈ, ਧੱਕਾ ਆ ਗਿਆ, ਤਿੰਨ ਚੀਜ਼ਾਂ ਆ ਗਿਆ। ਮੈਂ ਤਾਂ ਆਪ ਦੁਖੀ ਹਾਂ ਇਸ ਗੱਲ ਤੋਂ। ਨਿੱਕੀਆਂ ਚੀਜ਼ਾਂ ਨੇ ਭੁੰਦੜ ਸਾਹਿਬ, ਕਿਉਂਕਿ ਮੈਂ ਕੋਈ ਵੀ ਸਵਾਲ ਕਰੂੰਗਾ ਤੇ ਤੁਸੀਂ ਉੱਤੇ 2 4 5 ਮਿੰਟ ਲਗਾਤਾਰ ਬੋਲੋਗੇ। ਲੇਕਿਨ ਲੋਕਾਂ ਦਾ ਸਵਾਲ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਪੋਲੀਟੀਸ਼ੀਅਨ ਨੂੰ ਟਿੱਚ ਜਾਣਦੀ ਹੈ, ਤੇ ਬਹੁਤੇ ਪੋਲੀਟੀਸ਼ੀਅਨ ਬਹੁਤੇ ਪੜ੍ਹੇ ਲਿਖੇ ਨਾ ਹੋਣ ਕਰਕੇ ਤੁਸੀਂ ਜ਼ਿੰਮੇਵਾਰੀ ਲੈਣੀ ਤਾਂ ਦੂਰ ਦੀ ਗੱਲ, ਤੁਸੀਂ ਕੀਤਾ ਵੀ ਕੁਛ ਨਹੀਂ, ਲੇਕਿਨ ਗੁਨਾਹ ਵੀ ਸਾਰੇ ਜਿਹੜੇ ਹੋ ਗਏ। ਮੈਨੂੰ ਲੱਗਦਾ ਕਿ ਇਹ ਜਿਹੜਾ ਡੋਮੀਨੇਟਿੰਗ ਫੈਕਟਰ ਹੈ ਬਿਊਰੋਕ੍ਰੇਸੀ ਵੱਲੋਂ, ਇਹਨੂੰ ਤੁਸੀਂ ਕਿੰਨਾ ਕੁ ਫੀਲ ਕਰਦੇ ਹੋ? ਬਿਲਕੁਲ ਹੈ, 100% ਤੁਹਾਡੀ ਗੱਲ ਕਰੈਕਟ ਹੈ। ਉਹਦੇ ਦੋ ਕਾਰਨ ਹੈ। ਨੰਬਰ 1 ਤਾਂ ਸਿਆਸਤਦਾਨ ਮਿਹਨਤ ਨਹੀਂ ਕਰਦੇ, ਨੰਬਰ 2 ਰੁੱਖੀ ਰੋਟੀ ਨਹੀਂ ਖਾਂਦੇ, ਨੰਬਰ 3 ਇੱਕ ਦੂਜੇ ਦੀ ਪੱਗ ਲਾਉਣ ਲੱਗ ਗਏ। ਇੱਕ ਦੂਜੇ ਦੀ ਪੱਗ ਲਾਉਣੀ ਛੱਡਣੀ ਚਾਹੀਦੀ ਹੈ। ਜਿਹੜਾ ਲੀਡਰ ਗਲਤੀ ਕਰਦਾ ਉਹਨੂੰ ਪਬਲਿਕ ਸਜ਼ਾ ਦਿੰਦੀ ਹੈ। ਜਿਵੇਂ ਭਾਈ ਸਾਹਿਬ ਨੇ ਸਵਾਲ ਕੀਤਾ, ਲੋਕ ਸਵਾਲ ਕਰਦੇ ਨੇ, ਸਜ਼ਾ ਦਿੰਦੇ ਨੇ। ਇਹ ਬਜਾਏ ਪੱਗ ਲਾਉਣ ਦੇ ਸੁਧਾਰ ਵੱਲ ਜਾਣ, ਮਿਹਨਤ ਕਰਨ। ਮਿਹਨਤ ਕਰਕੇ ਸਾਨੂੰ ਲੋੜ ਹੈ ਕਿ ਵਾਕਈ ਬਿਊਰੋਕ੍ਰੇਸੀ ਹਾਵੀ ਹੋ ਗਈ ਹੈ। ਜੋ ਲੋਕਾਂ ਦੀ ਲੀਡਰਸ਼ਿਪ ਹੈ ਉਹ ਉਸ ਤੋਂ ਥੱਲੇ ਆ ਗਈ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਤੇ ਵੀ ਮੈਂ ਤੁਹਾਡੀ ਗੱਲ ਨੂੰ ਡਰਾਈ ਨਹੀਂ ਕਰਦਾ। ਇੱਕ ਹੋਰ ਸਵਾਲ ਹੈ ਕਿ ਪੋਲੀਟੀਸ਼ੀਅਨ ਦੇ ਕੋਲ ਸਿਰਫ ਤੇ ਸਿਰਫ ਏਜੰਡਾ ਇਲੈਕਸ਼ਨ ਜਿੱਤਣ ਤੱਕ ਸੀਮਤ ਰਹਿ ਗਿਆ, ਔਰ ਉਹ ਇਲੈਕਸ਼ਨ ਜਿੱਤਣ ਲਈ ਸਭ ਤੋਂ ਸੌਖਾ ਤਰੀਕਾ ਲੱਭਦਾ ਕਿ ਕਿਸੇ ਨੂੰ ਦਾਲ ਦੇ ਦਿਓ, ਕਿਸੇ ਨੂੰ ਪਾਣੀ ਦੇ ਦਿਓ, ਕਿਸੇ ਨੂੰ ਬਿਜਲੀ ਫ੍ਰੀ ਦੇ ਦਿਓ, ਕਿਸੇ ਨੂੰ ਰਾਦਰ ਟੈਲੀਫੋਨ ਦੇ ਦਿਓ, ਕਿਸੇ ਨੂੰ ਤੁਸੀਂ ਸਾਈਕਲ ਦੇ ਦਿਓ। ਤੁਸੀਂ ਪੰਜਾਬ ਭਿਖਾਰੀ ਜਿਹਾ ਕਿਉਂ ਮੰਨਦੇ ਹੋ? ਹਰੇਕ ਨੂੰ ਤੁਸੀਂ ਬੁਰਕੀ ਜੀ ਸੁੱਟ ਕੇ ਕਿਉਂ ਖਰੀਦਣਾ ਚਾਹੁੰਦੇ ਹੋ? ਮੈਂ ਤਾਂ ਪੋਲੀਟੀਸ਼ੀਅਨ ਸਾਰੇ, ਤੁਸੀਂ ਨਿੱਜੀ ਤੌਰ ਤੇ ਨਹੀਂ। ਮੈਂ ਕਹਿੰਦਾ ਜੋ ਤੁਸੀਂ ਇੱਕ ਸਵਾਲ ਆ ਰਿਹਾ ਹੈ ਬੜਾ ਕੀਮਤੀ, ਤੁਸੀਂ ਸਵਾਲ ਕਰ ਰਹੇ ਹੋ, ਪਤਾ ਨਹੀਂ ਕਿੱਧਰੋਂ ਅੱਜ ਲਿਆ ਰਹੇ ਹੋ। ਮੇਰਾ ਤਾਂ ਲਾਈਨ ਹੀ ਇਹ ਹੈ ਜੀ, ਬਿਲਕੁਲ ਮੈਂ ਕਹਿਣਾ ਕਿ ਜਿਹੜੀਆਂ ਅਸੀਂ ਇਹਨਾਂ ਗੱਲਾਂ 'ਚ ਪੈਂਦੇ ਕਿ ਆਹ ਦੇ ਦਿਆਂਗੇ, ਆਹ ਦੇ ਦਿਆਂਗੇ, ਨਹੀਂ, ਅਸੀਂ ਆਹ ਕਰਾਂਗੇ। 5 ਸਾਲ ਬਾਅਦ ਆਈਏ ਨਾ ਆਈਏ, ਅਸੀਂ ਕਿਆ ਸੁਧਾਰ ਕਰਨਾ ਹੈ। ਜੇ ਸੁਧਾਰ ਸਾਰੇ ਬਹੁਤ ਸਰਬਸੰਮਤੀ ਨਾਲ ਮੰਨ ਲਿਆ ਕਿ ਗੱਲ ਠੀਕ ਹੈ, ਤੇ ਸਾਨੂੰ ਸਾਰਿਆਂ ਨੂੰ ਇਕੱਠੇ ਕੁਛ ਗੱਲ ਤੇ ਸਾਨੂੰ ਦੇਸ਼ ਪਹਿਲਾਂ ਹੈ। ਦੇਸ਼ ਦੇ ਵਿੱਚ ਅੱਜ ਮੈਂ MLA MP ਹਾਂ, ਵਜ਼ੀਰ ਹਾਂ, ਕੱਲ੍ਹ ਮੇਰੀ ਰਾਜ ਜ਼ਰੂਰਤ ਨਹੀਂ ਵਜ਼ੀਰ MLA MP ਬਣੂਗੀ, ਕੀ ਉਹ ਪਬਲਿਕ ਨਹੀਂ? ਇਸ ਕਰਕੇ ਸਾਨੂੰ ਹਰ ਵੇਲੇ ਪਬਲਿਕ ਮੰਨ ਕੇ ਕਿ ਪਬਲਿਕ ਦੀ ਭਲਾਈ ਕੀ ਹੈ, ਦੇਸ਼ ਦੀ ਭਲਾਈ ਕੀ ਹੈ, ਜੇ ਅਸੀਂ ਇਹ ਸੋਚਣ ਲੱਗ ਜਾਂਦੇ ਸੁਧਾਰ ਹੋਊ, ਜਿਹੜਾ ਕਿ ਅਸੀਂ ਸੋਚਦੇ ਭੁੰਦੜ ਸਾਹਿਬ ਪਿੱਛੇ ਅਸੀਂ ਆਪਾਂ ਸੋਚਣ ਲੱਗ ਗਿਆ। ਮੈਂ ਸਾਹਿਬ ਪਿੱਛੇ ਇਲੈਕਸ਼ਨ ਹੋਈ
ਔਰ ਤੁਸੀਂ ਕਿਉਂਕਿ ਲੋਕਾਂ ਦੇ ਨੁਮਾਇੰਦੇ ਹੋ ਔਰ ਲੋਕ ਸੱਚ ਜਾਣਨਾ ਚਾਹੁੰਦੇ ਆ ਔਰ ਤੁਹਾਨੂੰ ਸੁਣਨਾ ਚਾਹੁੰਦੇ ਆ, ਤੇ ਮੈਂ ਮਾਧਿਅਮ ਆ। ਮੈਨੂੰ ਲੱਗਦਾ ਕਿ ਪਿੱਛੇ ਜਿਹੜੀ ਇਲੈਕਸ਼ਨ ਹੋਈ ਆ ਉਹਦੇ 'ਚ ਇੰਨਾ ਸ਼ੋਰ ਸੀ, ਇੰਨੀ ਬਕਵਾਸਬਾਜ਼ੀ ਸੀਗੀ, ਲੋਕ ਸੁਣਨਾ ਹਟ ਗਏ ਕਿ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਔਰ ਇੱਕ ਦੂਜੇ ਤੋਂ ਟੱਪ ਕੇ ਰਿਆਇਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਔਰ ਰਿਆਇਤਾਂ ਕਿੱਥੋਂ ਦੇਣੀਆਂ? ਸਟੇਟ ਨੂੰ ਹਰ ਕੋਈ ਕਹਿ ਰਿਹਾ ਕਿ ਕਰਜ਼ਈ ਹੈ, 2 ਲੱਖ ਕਰੋੜ ਦਾ ਕਰਜ਼ਾ ਹੈ, ਲੇਕਿਨ ਕਹਿ ਰਿਹਾ ਕਿ ਅਸੀਂ ਤੁਹਾਨੂੰ 1 ਲੱਖ ਕਰੋੜ ਦੀਆਂ ਰਿਆਇਤਾਂ ਹੋਰ ਦੇ ਦਿਆਂਗੇ। ਤੁਸੀਂ ਵੀ ਕਿਹਾ, ਕਾਂਗਰਸ ਨੇ ਵੀ ਕਿਹਾ, ਆਮ ਆਦਮੀ ਪਾਰਟੀ ਵੀ ਆਈ, ਸੋਸ਼ਲ ਮੀਡੀਆ ਤੇ ਸ਼ੋਰ ਸ਼ਰਾਬਾ ਸੀ। ਇਹ ਲੋਕਾਂ ਨੂੰ ਬੇਵਕੂਫ ਸਮਝਣ ਦੀ ਪ੍ਰਵਿਰਤੀ 'ਚ ਤੁਸੀਂ ਤੇ ਸ਼ਾਮਲ ਨਹੀਂ ਨਾ। ਮੈਂ ਕਹਿਣਾ, ਮੈਂ ਅੱਗੇ ਜਿਵੇਂ ਤੁਸੀਂ ਸਵਾਲ ਕੀਤਾ, ਮੈਂ ਲੋਕਾਂ ਦੇ ਸਵਾਲ ਕਰਦਾ ਕਿ ਮੈਂ ਕਹਿਣਾ ਕਿ ਪੜ੍ਹੀ ਲਿਖੀ ਹੋ ਗਈ ਹੈ ਪਬਲਿਕ, ਅੱਗੇ ਨਾਲੋਂ ਬੱਚੇ ਪੜ੍ਹ ਲਿਖ ਗਏ ਨੇ ਜੀ। ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਸਾਨੂੰ ਘਰ ਘਰ ਨੌਕਰੀ ਦਿਓਗੇ, ਉਹਦਾ ਸਾਧਨ ਕੀ ਹੈ? ਖਜ਼ਾਨੇ 'ਚ ਕਿੰਨੇ ਪੈਸੇ, ਮੈਨੂੰ ਇੰਨੀ ਤਨਖਾਹ ਮਿਲਣੀ, ਇੰਨੇ ਲੱਖ ਬੰਦੇ ਲੱਗਣੇ, ਕਿੱਥੋਂ ਪੈਸਾ ਲਿਆਓਗੇ? ਜੀ। ਨੰਬਰ 1, ਆਹ ਚੀਜ਼ ਤੁਸੀਂ ਛੋੜ ਦਿੰਦੇ ਹੋ, ਇਹਦਾ ਪੈਸਾ ਕਿੱਥੋਂ ਆਊਗਾ? ਹਾਂਜੀ। ਜੇ ਇਹ ਸਵਾਲ ਸਾਡੇ ਤੇ ਮੁੜ ਕੇ ਕਰ ਦੇਣ, ਅਸੀਂ ਆਪੇ ਇਹ ਗਲਤ ਨਾਅਰੇ ਲਾਉਣੋਂ ਹਟ ਜਾਈਏ। ਜਦੋਂ ਸਾਡੇ ਤੇ ਸਵਾਲ ਨਹੀਂ ਕੀਤੇ ਜਾਂਦੇ, ਉਸ ਨਾਅਰੇ 'ਚ ਲੋਕ ਫਸਦੇ ਆ, ਤਾਂ ਅਗਲਾ ਕਹਿੰਦਾ ਕਿਹੜਾ ਫਸਾ ਲਓ, ਦੇਖੀ ਜਾਏਗੀ। ਮਤਲਬ ਕੁਰਸੀ ਮਿਲ ਜੇ, ਸੱਤਾ ਮਿਲ ਜੇ ਕਿਸੇ ਵੀ ਹੱਦ ਤੇ। ਇਹ ਜਿਹੜੀ ਸੱਤਾ ਹੋ ਗਈ ਨਾ, ਮਾਫ ਕਰਨਾ, ਪੱਗ ਲਾਉਣ ਦੀ ਪ੍ਰਵਿਰਤੀ ਲੀਡਰਸ਼ਿਪ ਛੱਡੇ ਜੀ, ਸੱਤਾ ਦੀ ਪ੍ਰਵਿਰਤੀ ਛੱਡੇ। ਜੇ ਸੱਤਾ ਦੇਣੀ ਹੈ, ਲੋਕਾਂ ਨੇ ਦੇਣੀ ਹੈ। ਇਸ ਵੇਰਾ ਕਰੋੜਾਂ ਰੁਪਏ ਲਾਏ ਵਾਲੇ ਲੋਕ ਹਰੇ ਨੇ, ਸ਼ਰਾਬਾਂ ਪੈਸੇ ਵੰਡਣ ਵਾਲੇ, ਲੇਕਿਨ ਇਸ ਹਾਲਾਤ 'ਚ ਵੀ ਮੈਂ ਕਹਿ ਸਕਦਾ ਕਿ ਕੋਈ ਪੜਤਾਲ ਕਰ ਲੇ, ਕੋਈ ਪੈਸਾ ਕੋਈ ਸ਼ਰਾਬ ਇੱਕ ਤੁਪਕਾ ਨਹੀਂ। ਮੈਂ ਪਹਿਲਾਂ 6 ਚੋਣਾਂ ਨੇ ਦਿੱਤਾ। ਲੋਕ ਜੇ ਚਾਹੁਣ, ਕੋਈ ਪੈਸੇ ਸ਼ਰਾਬ ਦੀ ਜ਼ਰੂਰਤ ਨਹੀਂ ਮੰਨਦੇ। ਮੈਂ ਗਰੀਬਾਂ, ਮੈਂ ਧੰਨਵਾਦ ਕਰਦਾ ਗਰੀਬ ਲੋਕਾਂ ਦਾ ਕਿ ਜ਼ੋਰ ਲਾ ਲਿਆ ਲੋਕਾਂ ਨੇ, ਗਰੀਬਾਂ ਨੇ ਵੋਟ % ਪਾਈ। ਲੋਕ ਕਹਿੰਦੇ ਆ ਪੋਲੀਟੀਸ਼ੀਅਨ ਜਿਹੜੇ ਜਾਦੂਗਰ ਹੁੰਦੇ ਆ, ਇਹ ਹਿਪਨੋਟਾਈਜ਼ ਕਰ ਲੈਂਦੇ ਆ। ਮੈਂ ਇੱਕ ਕਮਰਸ਼ੀਅਲ ਬ੍ਰੇਕ ਲਈ ਰੁਕਣਾ, ਜੇ ਮੈਨੂੰ ਆਗਿਆ ਦੇ ਦਿਓ। ਦਰਸ਼ਕੋ, ਅਸੀਂ ਕੁਝ ਪਲ ਦੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਭੁੰਦੜ ਸਾਹਿਬ ਨਾਲ ਗਰਮਾ ਗਰਮ ਸਵਾਲ ਲੈ ਕੇ। ਦਰਸ਼ਕੋ, ਪ੍ਰੋਗਰਾਮ ਰੂਬਰੂ ਦੇ ਵਿੱਚ ਤੁਹਾਡੇ ਰੂਬਰੂ ਹੈ ਔਰ ਮੇਰੇ ਨਾਲ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ, ਜਿਹੜੇ ਕਿ ਪੰਜਾਬ ਦੀ ਸਿਆਸਤ ਦੀਆਂ ਮੂਹਰਲੀਆਂ ਸਫਾ ਦੇ ਬਿਹਤਰੀਨ ਹਸਤਾਖਰ ਨੇ। ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਦਰਸ਼ਕੋ, ਇੱਕ ਸਵਾਲ ਬਾਰ-ਬਾਰ ਜ਼ਿਹਨ 'ਚ ਆਉਂਦਾ ਹੈ ਕਿ ਅਕਸਰ ਪੰਜਾਬ ਬਹੁਤ ਸਾਰੀਆਂ ਲਹਿਰਾਂ ਦੇ ਨਾਲ ਵਹਿ ਤੁਰਿਆ। ਗੱਲ ਭੁੰਦੜ ਸਾਹਿਬ, ਜਦੋਂ ਮੈਂ ਪਿਛਾਂਹ ਨੂੰ ਜਦੋਂ ਵੀ ਝਾਤੀ ਮਾਰਦਾ ਤੇ ਮੈਨੂੰ ਇੰਝ ਲੱਗਦਾ ਹੈ ਕਿ ਜੇਕਰ ਇੱਥੇ ਨਕਸਲਾਈਟ ਮੂਵਮੈਂਟ ਦੀ ਗੱਲ ਹੈ, ਮਾਰਕਸਿਸਟ ਜਿਹੜਾ ਉਹ ਸਿਸਟਮ ਸੀ ਉੱਧਰ ਦੀ ਗੱਲ ਹੈ, ਫਿਰ ਉਸ ਤੋਂ ਬਾਅਦ ਇੱਥੇ ਖੜਕੂਵਾਦ ਦੀ ਇੱਕ ਭਾਸ਼ਾ ਸੀਗੀ, ਇਸ ਤੋਂ ਬਾਅਦ ਨਸ਼ੇ ਦਾ ਦੌਰ ਸੀਗਾ, ਔਰ ਇਹ ਜਿਹੜੀਆਂ ਲਹਿਰਾਂ ਅਸੀਂ ਇਹਦਾ ਪੁਰਜਾ ਬਣ ਜਾਂਦੇ ਹਾਂ, ਅਸੀਂ ਇਹਦਾ ਹਿੱਸਾ ਬਣ ਜਾਂਦੇ ਹਾਂ, ਅਸੀਂ ਵਹਿ ਜਾਂਦੇ ਹਾਂ ਭਾਵਨਾਵਾਂ ਦੇ ਵਹਿਣ ਦੇ ਵਿੱਚ। ਤੁਸੀਂ ਇਹਨੂੰ ਸਭ ਕੁਝ ਨੂੰ ਨੇੜਿਓਂ ਦੇਖਿਆ, ਪੰਜਾਬੀਆਂ ਦਾ ਇਹ ਕਿਹੜਾ ਸੁਭਾਅ ਹੈ ਜਿਹੜਾ ਹਰ ਲਹਿਰ ਦੇ ਨਾਲ ਹੀ ਵਹਿ ਗਿਆ? ਪੰਜਾਬੀਆਂ 'ਚ ਇੱਕ ਹੈ ਕਿ ਬਹੁਤ ਅਗਰੈਸਿਵ ਨੇ, ਅੱਗੇ ਵਧੂ ਨੇ, ਜੋਸ਼ੀਲੇ ਨੇ ਜੀ, ਔਰ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਇਸ ਗੱਲ ਨਾਲ ਅਸੀਂ ਜਲਦੀ ਇਨਕਲਾਬ ਲੈ ਆਵਾਂਗੇ, ਤਰੱਕੀ ਕਰ ਜਾਵਾਂਗੇ। ਜਿਹੜੀ ਮੂਵਮੈਂਟ ਚੱਲਦੀ ਹੈ, ਜਿਵੇਂ ਧਰਮ ਕੋਈ ਮਾੜਾ ਨਹੀਂ ਜੇ ਬੰਦੇ ਮਾੜੇ ਨਾ ਹੋਣ, ਜੀ, ਪਾਰਟੀ ਕੋਈ ਮਾੜੀ ਨਹੀਂ ਜੇ ਉਹਦੇ 'ਚ ਲੀਡਰ ਮਾੜੇ ਨਾ ਹੋਣ। ਬਿਲਕੁਲ ਇਵੇਂ ਜੇਕਰ ਜੋ ਲਹਿਰ ਚੱਲਦੀ ਹੈ, ਲਹਿਰ ਮਾੜੀ ਕੰਮ ਨਾਲ ਨਹੀਂ ਚੱਲਦੀ, ਲਹਿਰ ਚਲਾਉਣ ਵਾਲਾ ਬੰਦਾ ਉਸ ਲਹਿਰ ਨੂੰ ਠੀਕ ਚਲਾਉਂਦਾ ਹੈ। ਜੀ, ਭਾਵੇਂ ਕਿਸੇ ਵੇਲੇ ਕੋਈ ਲਹਿਰ ਆਈ, ਅੰਗਰੇਜ਼ ਦੇ ਖਿਲਾਫ ਆਈ, ਮੁਗਲ ਦੇ ਖਿਲਾਫ ਆਈ, ਨਕਸਲਾਈਟ ਆਈ, ਇਹ ਗਰਮ ਦਲ ਫੇਰ ਆਇਆ, ਇਹ ਕਿਸੇ ਇਸ਼ੂ ਤੇ ਲਹਿਰਾਂ ਆਈਆਂ, ਲੇਕਿਨ ਲਹਿਰਾਂ ਲਿਆਉਣ ਵਾਲੇ ਬੰਦੇ ਪਿੱਛੇ ਰਹਿ ਗਏ। ਉਹਨਾਂ ਸ਼ਾਮਲ ਸਰਕਾਰਾਂ ਕੋ ਹੋਰ ਆਨਸਰ ਕਰਾ ਕੇ ਦੂਜੇ ਆਨਸਰ ਭਟਕ ਗਈਆਂ, ਹੌਲੀ ਉਸ ਨੂੰ ਲਾਈਨ ਤੋਂ ਲਾ ਕੇ ਲੈ ਗਏ। ਜਦੋਂ ਲਾਈਨ ਤੋਂ ਲੈ ਜਾਂਦੀ ਹੈ ਉਦੋਂ ਸਰਕਾਰ ਉਸ ਲਹਿਰ ਨੂੰ ਚੱਲਣ ਨਹੀਂ ਦੀ। ਲੋਕ ਲਹਿਰ ਚੱਲਦੀ ਹੈ, ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਇਹ ਲੀ ਤੋਂ ਹਟਣ, ਜਿਵੇਂ ਤੁਹਾਨੂੰ ਸ਼ਾਂਤਮਈ ਮੋਰਚਿਆਂ ਤੋਂ ਦੂਜੇ ਪਾਸੇ ਲਿਆਉਂਦਾ, ਭੜਕਾਉਂਦੇ ਨੇ। ਇਸ ਕਰਕੇ ਉਹ ਜਦੋਂ ਚਲਾਉਣ ਵਾਲੇ ਬੰਦੇ ਨੂੰ ਓਵਰਪਾਵਰ ਕਰ ਜਾਂਦੇ ਨੇ ਜੀ। ਸੋ ਉਸ ਵੇਲੇ ਲਾਈਨ ਤੋਂ ਲੈਣ ਕਰਕੇ ਲਹਿਰਾਂ ਨਾਲ ਫਿਰ ਨੁਕਸਾਨ ਪਬਲਿਕ ਦਾ ਹੁੰਦਾ ਤੇ ਲਹਿਰ ਦਾ ਵੀ ਹੋ ਜਾਂਦਾ। ਲਹਿਰ ਵੀ ਵਿੱਚੇ ਰਹਿ ਜਾਂਦੀ ਹੈ, ਪਬਲਿਕ ਵੀ ਉਸ ਬੜੇ ਵੱਡੇ ਨੁਕਸਾਨ। ਸਾਨੂੰ ਇਹਨਾਂ ਲਹਿਰਾਂ 'ਚ ਕੁੱਲ ਮਿਲਾ ਕੇ ਨੁਕਸਾਨ ਹੋਏ ਨੇ। ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਇਆ। ਇਸ ਕਰਕੇ ਸਾਨੂੰ ਲੋੜ ਹੈ ਸਾਰਿਆਂ ਨੂੰ, ਜੋ ਨਵੀਂ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਹੈ, ਕਿ ਬਹੁਤ ਸੋਚ ਕੇ, ਡੈਮੋਕ੍ਰੇਟਿਕ ਕੰਟਰੀ ਹੈ, ਅਸੀਂ ਡੈਮੋਕ੍ਰੇਸੀ ਦੇ ਥਰੂ ਕੋਸ਼ਿਸ਼ ਕਰੀਏ ਕਿ ਅਸੀਂ ਇਸ ਸਿਸਟਮ ਨੂੰ ਸੁਧਾਰਨਾ ਹੈ। ਪਹਿਲਾਂ ਮੈਂ ਆਪਦੇ ਆਪ ਨੂੰ ਸੁਧਾਰਾਂ ਕਿ ਮੈਂ ਸ਼ਰਾਬ ਨਹੀਂ ਪੀਣੀ, ਮੈਂ ਮਾੜਾ ਕੰਮ ਨਹੀਂ ਕਰਨਾ, ਮੈਂ ਪੈਰ ਨੰਗਾ ਰਹਿ ਸਕਦਾ ਹੈ, ਲੇਕਿਨ ਮੈਂ ਉਹ ਜੁੱਤੀ ਨਹੀਂ ਪਾਉਣੀ ਜਿਹੜੀ ਮੈਂ ਕਿਸੇ ਬਲੈਕ ਮਨੀ ਨਾਲ ਜਾਂ ਕਰਪਸ਼ਨ ਨਾਲ ਲਿਆਵਾਂ। ਜਿੰਨਾ ਚਿਰ ਅਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰਦੇ, ਉੱਚੀ ਗੱਲ ਕਰ ਰਹੇ ਹੋ ਤੁਸੀਂ, ਦੂਜੇ ਨੂੰ ਸਮਝਾ ਕੇ ਅਸੀਂ ਕਰ ਲੈ। ਜੇ ਆਪ ਹੀ ਨਹੀਂ ਸਮਝਦੇ, ਮੈਂ ਕਹਿਣਾ ਵੀ ਬੱਲੇ ਬੱਲੇ ਰੱਬ ਨੂੰ ਮੰਨੋ, ਮੈਂ ਆਪ ਹੱਥ ਨੇ 100 ਗੁਨਾਹ ਕਰਦਾ ਵੀ ਰੱਬ ਹੈ ਹੀ ਨਹੀਂ, ਦੂਜੇ ਮੇਰੀ ਆਖੇ ਕਿਉਂ ਮੰਨਣਗੇ? ਭੁੰਦੜ ਸਾਹਿਬ, ਪਹਿਲਾਂ ਕਿਸੇ ਚੀਜ਼ ਦੀ ਵੀ ਤੁਸੀਂ ਆਪ ਮਿਸਾਲ ਬਣੋ, ਫਿਰ ਤੁਸੀਂ ਅੱਗੇ ਤੁਰ ਸਕਦੇ ਹੋ।
ਮੈਂ ਦਰਸ਼ਕੋ ਇਹੀ ਸਵਾਲ ਭੁੰਦੜ ਸਾਹਿਬ ਵੱਲ ਫਿਰ ਦੁਬਾਰਾ ਲੈ ਕੇ ਜਾਣਾ ਹੈ ਕਿ ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ ਤੇ ਤੁਹਾਡੀ ਜਮਾਤ ਤੇ ਵੀ ਬਹੁਤ ਸਾਰੇ ਇਲਜ਼ਾਮ ਆਉਂਦੇ ਨੇ ਔਰ ਲੋਕ ਸ਼ੱਕ ਕਰਨ ਲੱਗਦੇ ਨੇ ਕਿ ਇਹ ਕਿਤੇ ਭਾਸ਼ਣ ਤਾਂ ਨਹੀਂ ਸਾਡੇ ਲਈ। ਮੈਂ ਜਦੋਂ ਲਹਿਰਾਂ ਦੀ ਗੱਲ ਕੀਤੀ ਸੀ ਤੇ ਉਹਦੇ ਵਿੱਚ ਕੁਝ ਨੈਗੇਟਿਵ ਚੀਜ਼ਾਂ ਵੀ ਨੇ, ਨਕਾਰਾਤਮਕ ਰੁਝਾਨ ਵੀ ਨੇ। ਜਿਸ ਤਰੀਕੇ ਨਾਲ ਹੁਣ ਨਸ਼ਾ, ਦੇਖੋ ਇਹ ਸਾਡੀ ਮਾਨਸਿਕਤਾ ਤੇ ਸੀਗੀ ਨਹੀਂ ਜੀ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਸਾਡੇ ਬੱਚੇ ਜਿਹੜੇ ਆ ਇੱਧਰ ਚਲੇ ਜਾਣ। ਕੀ ਸਾਡਾ ਖੋਖਲਾਪਣ ਸੀਗਾ ਜਾਂ ਜਿਹੜਾ ਮਰਜ਼ੀ ਸਾਨੂੰ ਉਂਗਲ ਲੈ ਕੇ ਤੋੜ ਕੇ ਲੈ ਜੇ? ਸਾਡੇ ਘਰਾਂ ਦੇ ਘਰ ਪੱਟੇ ਗਏ। ਸਾਨੂੰ ਇਹ ਤਾਂ ਹਮੇਸ਼ਾ ਹੀ ਇੱਕ ਗੱਲ ਰਹਿੰਦੀ ਹੈ ਕਿ ਡਿਮਾਂਡ ਸਪਲਾਈ ਦਾ ਮਸਲਾ ਹੈ। ਜੇ ਮੰਗ ਵਧੀ ਤੇ ਸਪਲਾਈ ਵੀ ਹੋਈ, ਇਸ ਤਰ੍ਹਾਂ ਦੇ ਅਨਸਰ ਵੀ ਆ ਗਏ। ਇਹ ਮੇਰਾ ਸਵਾਲ ਤੁਹਾਡੇ ਵੱਲ ਇੱਕ ਦਰਸ਼ਕ ਨਾਲ ਲੈਣਾ ਚਾਹਾਂਗੇ ਜੀ। ਤੁਹਾਡਾ ਸਵਾਗਤ ਕਰਦੇ ਹਾਂ ਜੀ। ਜੋ ਆਖਦਾ ਮੈਂ ਤੁਹਾਨੂੰ ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ। ਭੁੰਦੜ ਸਾਹਿਬ, ਸਤਿ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਭੁੰਦੜ ਸਾਹਿਬ, ਬੇਨਤੀ ਆ ਕਿਸਾਨੀ ਦੇ ਮੁੱਦੇ ਤੇ ਜੀ, ਜਿਹੜਾ ਕਿਸਾਨਾਂ ਦੇ ਲੈਵਲ ਤੇ ਪਿੱਛੇ ਗੱਲ ਚੱਲ ਕੇ ਹਟੀ ਹੈ ਜੀ, ਕਿ ਕਿਸਾਨੀ ਥੱਲੇ ਜਾ ਰਹੀ ਆ। ਮੈਂ ਇਹ ਗੱਲ ਕਰਨੀ ਚਾਹੁੰਦਾ ਵਾਂ ਕਿ ਜਦੋਂ ਕਿਸਾਨ ਦਾ ਫਸਲੀ ਵਿਭਿੰਨਤਾ ਦਾ ਵੀ ਕਹਿੰਦੇ ਆ, ਕਿਸਾਨ ਨੂੰ ਫਸਲੀ ਵਿਭਿੰਨਤਾ ਕਰੋ, ਝੋਨਾ ਛੱਡੋ, ਪਾਣੀ ਥੱਲੇ ਜਾਂਦਾ। ਦਾਲਾਂ ਦਾ ਵੇਖ ਲਓ ਜੀ, ਹੁਣ ਮੂੰਗੀ ਦੀ ਫਸਲ ਬੀਜੀ ਹੋਈ ਆ, 3500 ਨੂੰ ਜਾ ਰਹੀ ਆ। ਆਲੂ ਰੋਲ ਕੇ ਆ, ਪਿੱਛੇ ਮਟਰ ਰੋਲ ਕੇ ਆ, ਟਮਾਟਰ ਬੜੀ ਮਾੜੀ ਹਾਲਤ। ਕੀ ਕੁਝ ਹੋਇਆ ਜੀ? ਅਸੀਂ ਇਹ ਕਹਿੰਦੇ ਆ, ਜੇਕਰ ਇਹੋ ਹੀ ਚੀਜ਼ ਜਿਵੇਂ ਤੁਸੀਂ ਵਪਾਰੀਆਂ ਦੇ ਥੈਲੇ ਵਿੱਚ ਜਾਂਦੀ ਉਦੋਂ ਡਬਲ ਹੋ ਜਾਂਦੀ ਆ। ਵਪਾਰੀ ਕਿਉਂ ਫਿਰ ਉਹ ਕੋਈ ਨਿਰਧਾਰਤ ਹੋਣਾ ਚਾਹੀਦਾ ਵਾ। 3500 ਨੂੰ ਮੂੰਗੀ ਲੈ ਕੇ ਵਪਾਰੀ ਜਿਹੜਾ ਵਾ ਉਸੇ ਵੇਲੇ 7000 ਨੂੰ ਜਾਂ 10000 ਨੂੰ ਦਊਗਾ, ਉਸੇ ਵੇਲੇ ਫੇਰ ਪੈਕਟਾਂ ਦੇ ਵਿੱਚ ਪੈ ਕੇ ਮਾਰਕੀਟ ਦੇ ਵਿੱਚ ਆਉਣੀ ਤੇ ਵਪਾਰੀ ਲੋਕ ਉੱਤੇ ਜਾ ਰਹੇ ਆ। ਕਿਸਾਨੀ ਥੱਲੇ ਤੇ ਜਾਣੀ ਕਿਸਾਨ ਨੂੰ ਨਿਰਧਾਰਤ ਮੁੱਲ ਮਿਲਣਾ ਚਾਹੀਦਾ। ਧੰਨਵਾਦ ਜੀ। ਤੁਸੀਂ ਜੋ ਸਵਾਲ ਕੀਤਾ ਭਾਈ ਸਾਹਿਬ ਬਿਲਕੁਲ ਦਰੁਸਤ ਹੈ। ਕਿਸਾਨੀ ਰੁਲ ਰਹੀ ਹੈ, ਕਿਸਾਨੀ ਤਕਲੀਫ 'ਚ ਹੈ, ਲੇਕਿਨ ਬਦਕਿਸਮਤੀ ਇਹ ਹੈ ਕਿ ਇਸ ਥਾਂ 'ਤੇ ਬੈਠ ਕੇ ਮੈਂ ਦੋ ਲਫ਼ਜ਼ਾਂ 'ਚ ਤੁਹਾਡੀ ਸਾਰੀ ਗੱਲ ਦਾ ਜਵਾਬ ਦੇ ਨਹੀਂ ਸਕਦਾ। ਗੱਲ ਥੋੜ੍ਹੀ ਦਰੁਸਤ ਹੈ। ਇਹਨੂੰ ਦਰੁਸਤ ਕਰਨ ਵਾਸਤੇ ਸਾਨੂੰ ਕਿਸਾਨੀ ਨੂੰ ਆਪਦੀ ਏਕਤਾ, ਜਿੰਨੀਆਂ ਸਾਡੀਆਂ ਯੂਨੀਅਨ ਉਹਨਾਂ ਨੂੰ ਇੱਕ ਆਵਾਜ਼, ਉਸ ਤੋਂ ਬਾਅਦ ਕੋਈ ਬਹਿ ਕੇ ਪਲਾਨ ਕਰਨਾ ਚਾਹੀਦਾ। ਇਕੱਲੇ ਨਾਅਰਿਆਂ ਦੀ ਬਜਾਏ ਜਿੰਨਾ ਚਿਰ ਅਸੀਂ ਕੋਈ ਪਲਾਨ ਕਰਕੇ ਸੋਚਾਂਗੇ ਨਹੀਂ, ਸਰਕਾਰ ਨੂੰ ਮਜਬੂਰ ਨਹੀਂ ਕਰਾਂਗੇ, ਸਰਕਾਰ ਸਾਨੂੰ ਦੇਖੂਗੀ ਨਹੀਂ। ਸਾਡਾ ਆਲੂ ਵੀ ਰੁਲਿਆ, ਸਾਡੇ ਗੰਢੇ ਵੀ ਰੁਲਿਆ, ਸਾਡੇ ਮਟਰ ਵੀ, ਟਮਾਟਰ ਵੀ, ਸਾਡਾ ਝੋਨਾ ਵੀ ਰੁਲਦਾ ਹੈ। ਜਿੰਨਾ ਝੋਨੇ 'ਤੇ ਖਰਚਾ ਨਹੀਂ ਮਿਲਦਾ, ਕਣਕ 'ਤੇ ਖਰਚਾ ਨਹੀਂ ਮਿਲਦਾ। ਪੰਜਾਬ 'ਚ ਤਾਂ ਜੇ ਖਰੀਦ ਹੈ ਭਾਵੇਂ ਮਾੜੀ ਹੈ, ਲੇਕਿਨ ਹਿੰਦੁਸਤਾਨ 'ਚ ਖਰੀਦ ਹੀ ਹੈ ਨਹੀਂ। 800 ਵਿਕੀ ਜਾਂਦਾ, 700 ਵਿਕੀ ਜਾਂਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਸੋਚਣਾ ਪਏਗਾ। ਮੈਂ ਤਾਂ ਇੱਕ ਵਾਰੀ ਰਾਜੇਵਾਰ ਹੋਰਾਂ ਨੂੰ, ਇਹਨਾਂ ਨੂੰ, ਦੂਸਰਿਆਂ ਨੂੰ ਆਖਿਆ ਵੀ ਇਕੱਠੇ ਹੋ ਕੇ ਬੈਠੋ, ਕਦੇ ਆਪਾਂ ਡਿਸਕਸ਼ਨ ਕਰੋ ਕਿ ਆਪਾਂ ਮੂਵਮੈਂਟਾਂ ਤਾਂ ਕਰਦੇ ਹਾਂ, ਸਾਰੇ ਕਹਿੰਦੇ ਕਿਸਾਨ ਹਮੇ, ਆਪਾਂ ਇਹਦਾ ਹੱਲ ਸੋਚਣ ਵਾਸਤੇ ਕੋਈ ਨਾਅਰਾ ਦੇਈਏ। ਉਹਨਾਂ ਕੋਲ ਵੀ ਕੋਈ ਏਜੰਡਾ ਨਹੀਂ, ਉਹਨਾਂ ਕੋਲ ਵੀ ਕੋਈ ਪਲੈਨਿੰਗ ਨਹੀਂ, ਉਹਨਾਂ ਕੋਲ ਵੀ ਕੋਈ ਹੱਲ ਨਹੀਂ। ਬਟ ਮੇਰਾ ਇੱਕ ਸਵਾਲ ਹੈ ਨਾਲ ਭੁੰਦੜ ਸਾਹਿਬ, ਕਿਉਂਕਿ ਤੁਸੀਂ ਸੈਂਟਰ 'ਚ ਬੈਠੇ ਹੋ, ਪਾਰਲੀਮੈਂਟ 'ਚ ਬੈਠੇ ਹੋ, ਇੱਕ ਆਮ ਧਾਰਨਾ ਹੈ ਲੋਕਾਂ 'ਚ ਕਿ ਕੇਂਦਰ ਪੰਜਾਬ ਨੂੰ ਬਹੁਤੀ ਤਵੱਜੋ ਦਿੰਦਾ ਨਹੀਂ। ਇਹਦੇ ਕੀ ਕਾਰਨ ਆ? ਦੂਜੀ ਗੱਲ, ਲੋਕ ਕਹਿੰਦੇ ਨੇ ਕਿ ਇਹ ਪੰਜਾਬ ਉਹਨਾਂ ਲਈ ਜਿਉਂਦਾ ਮਰਦਾ ਅਰਥ ਨਹੀਂ ਰੱਖਦਾ, ਜਾਂ ਤਾਂ ਸਾਡੀਆਂ ਸੀਟਸ ਬੜੀਆਂ ਘੱਟ ਨੇ, ਅਸੀਂ ਬਹੁਤ ਜ਼ਿਆਦਾ ਅਸਰਅੰਦਾਜ਼ ਨਹੀਂ ਹੁੰਦੇ ਸਰਕਾਰਾਂ ਬਣਾਉਣ 'ਚ। ਅਤੇ ਦੂਜੀ ਗੱਲ, ਜਦੋਂ ਤੁਸੀਂ ਵੀ ਪ੍ਰਭਾਵ 'ਚ ਹੁੰਦੇ ਹੋ ਅਤੇ ਤੁਸੀਂ ਨਿੱਜੀ ਤੌਰ 'ਤੇ ਨਾ ਲਿਓ, ਇਹ ਸਮੁੱਚੀ ਜਮਾਤ ਲਈ ਹੈ ਕਿ ਤੁਸੀਂ ਨਿੱਜੀ ਫਾਇਦੇ ਲੈ ਲੈਂਦੇ ਹੋ ਔਰ ਤੁਸੀਂ ਪੂਰੇ ਸਮੁੱਚ ਦੇ ਵਿੱਚ ਸਟੇਟ ਨੂੰ ਧਿਆਨ 'ਚ, ਸੂਬਿਆਂ ਨੂੰ ਧਿਆਨ 'ਚ ਰੱਖ ਕੇ ਫੈਸਲੇ ਨਹੀਂ ਲੈਂਦੇ। ਪੰਜਾਬ ਦੇ ਲੋਕ ਇੰਜ ਫੀਲ ਕਰਦੇ ਆ ਕਿ ਆਪਣਾ ਮੁੰਡਾ ਕੁੜੀ ਲਵਾਉਣਾ ਤਾਂ ਲਵਾ ਲਓ, ਅਤੇ ਜੇਕਰ ਸਟੇਟ ਦੇ ਮਸਲੇ ਆ ਉਹ ਪਿੱਛੇ ਰਹਿ ਜਾਂਦੇ ਆ। ਇਹ ਇਲਜ਼ਾਮ ਤੁਸੀਂ ਲੈਣਾ ਤਾਂ ਨਹੀਂ, ਸਵੀਕਾਰ ਤਾਂ ਨਹੀਂ ਕਰਨਾ, ਪਰ ਮੈਂ ਇਹ ਪੁੱਛੂੰਗਾ ਕਿ ਕੇਂਦਰ ਸਾਨੂੰ ਤਵੱਜੋ ਕਿਉਂ ਨਹੀਂ ਦਿੰਦਾ? ਜੋ ਤੁਸੀਂ ਗੱਲ ਕਰਦੇ ਹੋ, ਆਪਣੇ ਕੁਐਸਚਨ 'ਚ ਆਨਸਰ ਤੁਸੀਂ ਇੱਕ ਢੰਗ ਨਾਲ ਖੁਦ ਦੇਤਾ ਹੈ। ਹਿੰਦੁਸਤਾਨ ਦੀ ਡੈਮੋਕ੍ਰੇਸੀ 'ਚ ਇੱਕ ਇਹ ਵੀ ਕਮੀ ਰਹੀ ਹੈ, ਜਿਵੇਂ ਸੈਂਟਰ ਸਟੇਟ ਰਿਲੇਸ਼ਨ 'ਤੇ ਮੈਂ ਗੱਲ ਕਰਦਾ ਕਿ ਜਿਹੜੀ ਪਾਰਲੀਮੈਂਟ ਹੈ ਉਹਦੇ 'ਚ ਇਕੁਅਲ ਪਾਵਰ ਨਹੀਂ ਸਟੇਟਾਂ ਨੂੰ। ਅੱਛਾ, ਇੱਕ ਸਟੇਟ 'ਚ 80 MP ਨੇ, ਇੱਕ ਸਟੇਟ 'ਚ 4 MP ਨੇ ਜੀ, 4 3 ਪਾਰਟੀਆਂ 'ਚ ਵੰਡੇ ਨੇ। ਲੋਕ ਰਾਜ ਦੇ ਵਿੱਚ ਜੇ ਇੱਕ ਕਾਬਲ MBBS ਡਾਕਟਰ ਹੈ, ਇੱਕ ਅਨਪੜ੍ਹ ਚੌਥੀ ਪੜ੍ਹਿਆ, ਜੇ ਚੌਥੀ ਪੜ੍ਹੇ ਵਾਲੇ 20 ਹੋ ਗਏ ਤੇ ਡਾਕਟਰ ਇੱਕ ਹੈ, ਕਿੱਡਾ ਕਾਬਲ ਹੈ, ਉਹਨੇ 20 ਕਹਿਣਗੇ ਅਸੀਂ ਠੀਕ ਆ ਜੀ। ਡੈਮੋਕ੍ਰੇਸੀ 'ਚ ਮੈਜੋਰਟੀ ਨੂੰ ਸਵੀਕਾਰਿਆ ਜਾਂਦਾ ਹੈ ਅਤੇ ਮੈਜੋਰਟੀ ਦੇ ਵਿੱਚ ਜਿਹੜਾ ਹੈ, ਜੇ ਤਾਂ ਪਾਵਰ ਇਕੁਅਲ ਹੋਵੇ ਤਾਂ ਸਟੇਟ 'ਚ ਅਸੀਂ ਗੱਲ ਬਣਾ ਲਈਏ। ਨਹੀਂ, ਤੁਸੀਂ ਪਾਣੀ ਦਾ ਇਸ਼ੂ ਹੀ ਲੈ ਲਓ ਕਿ ਹਿੰਦੁਸਤਾਨ ਦੇ ਵਿੱਚ ਕਿਤੇ ਧੱਕਾ ਨਹੀਂ ਹੋਇਆ, ਸਾਡੇ ਨਾਲ ਇਕੱਲਿਆਂ ਨਾਲ ਹੋ ਰਿਹਾ। ਅਸੀਂ 3 ਪੁਆਇੰਟ ਕਹਿੰਦੇ ਹਾਂ, ਮੈਂ ਅੱਜ ਵੀ ਇਸ ਤੁਹਾਡੇ ਮਾਧਿਅਮ ਰਾਹੀਂ ਦੁਨੀਆ 'ਚ ਕਹਿਣਾ, ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ। ਇੱਕ ਦੁਨੀਆ ਦਾ ਕਾਨੂੰਨ ਹੈ, ਉਹ ਮੰਨ ਲਓ। ਦੂਸਰਾ ਰਿਪੇਰੀਅਨ ਲਾ,
ਜੋ ਅਸੀਂ ਹਿੰਦੁਸਤਾਨ ਦੁਨੀਆ ਦਾ ਕਾਨੂੰਨ ਹੀ ਹੈ ਉਹਦੇ ਮੁਤਾਬਕ ਦੇਸ਼ 'ਚ ਉਹ ਮੰਨ ਲਓ। ਤੀਜਾ ਹੈ ਕਿ ਜੇ ਪੰਜਾਬ ਹਰਿਆਣਾ ਇੱਕ ਹੈ, ਰਿਪੇਰੀਅਨ ਲਾ ਨਹੀਂ ਮੰਨਦੇ, ਕਹਿੰਦੇ ਅਸੀਂ ਤਾਂ ਇੱਕ ਹੈ, ਤੇ ਫਿਰ ਜਮਨਾ ਤੋਂ ਲੈ ਕੇ ਬਿਆਸ ਤੱਕ ਇਕੱਠਾ ਕਰ ਲਓ ਪਾਣੀ, 60-40 ਤੇ ਹਰਿਆਣਾ ਪੰਜਾਬ ਵੰਡਿਆ ਉਹ ਤੇ ਵੰਡ ਲਓ। ਜੇ ਦੋ ਭਰਾ ਅੱਡ ਹੁੰਦੇ ਨੇ ਜ਼ਮੀਨ ਤੇ ਪਾਣੀ ਵੰਡਦੇ ਨੇ। ਜੇ ਪਿੰਡ 'ਚ 1000 ਕਿੱਲੇ ਤੇ ਮੋਗਾ ਹੈ, 10 ਕਿੱਲੇ ਨੂੰ 10 ਦਾ, 50 ਵਾਲੇ ਨੂੰ 50 ਦਾ ਮਿਲਦਾ। ਤੇ ਜੇ ਜਿਵੇਂ ਸਾਡੀ ਸਟੇਟ ਦੀ ਵੰਡ ਹੈ ਉਹ ਮੰਨ ਲਓ, ਸਾਰੀ ਪਾਣੀ ਇਕੱਠਾ ਕਰ ਲਓ। ਜੇ ਸਟੇਟ ਇੱਕ ਸੀ, ਸਾਰੇ ਸਿੱਖ ਆ। ਰਿਪੇਰੀਅਨ ਲਾ ਮੰਨ ਲਓ, ਕੋਈ ਵੀ ਨਹੀਂ ਮੰਨਦੇ, ਧੱਕਾ ਕਰੇ। ਇਹੀ ਕਾਰਨ ਹੈ ਕਿ ਸਟੇਟਾਂ ਨੂੰ ਇਨਸਾਫ ਨਹੀਂ ਮਿਲਿਆ, ਕਿਉਂਕਿ ਸਟੇਟ ਦੀ ਪਾਵਰ ਉਸ ਵੋਟ ਸ਼ਕਤੀ ਹੈ ਜਿਹੜੀ ਉਹਦੇ 'ਚ ਘੱਟ ਹੈ, ਇਕੁਅਲ ਨਹੀਂ ਮੰਨੀ ਗਈ। ਇੱਕ ਹੋਰ ਸਵਾਲ ਹੈ ਦਰਸ਼ਕੋ, ਅਮੂਮਨ ਇਹ ਗੱਲ ਬਹੁਤ ਸਪਸ਼ਟ ਲਫ਼ਜ਼ਾਂ 'ਚ ਕਹੀ ਜਾਂਦੀ ਹੈ, ਔਰ ਭੁੰਦੜ ਸਾਹਿਬ ਵੀ ਬੜੀ ਅੱਛੀ ਇਹਨਾਂ ਦੀ ਭਾਸ਼ਣ ਸ਼ੈਲੀ ਹੈ। ਬਾਦਲ ਸਾਹਿਬ ਦੀ ਗੱਲ ਕਰੀਏ, ਹੁਣ ਕੈਪਟਨ ਅਮਰਿੰਦਰ ਸਿੰਘ ਹੋ ਰਹੀ ਹੈ, ਹਰ ਕੋਈ ਪੰਜਾਬੀਆਂ ਨੂੰ ਬਹਾਦਰ ਯੋਧੇ, ਆਜ਼ਾਦੀ ਦੇ ਸਭ ਤੋਂ ਵੱਡੇ ਸੰਗਰਾਮੀਏ, ਦੇਸ਼ ਦੀਆਂ ਸਰਹੱਦਾਂ ਤੇ ਜਦੋਂ ਵੀ ਯੁੱਧ ਹੋਇਆ ਉਹਦੇ ਵਿੱਚ ਮੂਹਰਲੇ ਜਰਨੈਲਾਂ ਵਜੋਂ ਪਰਿਭਾਸ਼ਿਤ ਕਰਦੇ ਆ। ਭੁੰਦੜ ਸਾਹਿਬ, ਕੀ ਕੇਂਦਰ ਹੁਣ ਇਹ ਨਹੀਂ ਮੰਨਦਾ ਕਿ ਪੰਜਾਬ ਸਾਨੂੰ ਫਾਇਦਾ ਵੀ ਦਿੰਦਾ ਰਿਹਾ, ਅੰਨ ਦੇ ਰੂਪ 'ਚ, ਸਿਰਾਂ ਦੇ ਰੂਪ ਦੇ ਵਿੱਚ? ਆਜ਼ਾਦੀ ਦੀਆਂ ਗੱਲਾਂ ਭਾਸ਼ਣਾਂ ਤੱਕ ਸੀਮਤ ਰਹਿ ਗਈਆਂ, ਤਵੱਜੋ ਨਹੀਂ ਦਿੰਦੇ ਇਹਨਾਂ ਗੱਲਾਂ ਨੂੰ। ਇਹੋ ਹੀ ਬਦਕਿਸਮਤੀ ਹੈ ਕਿ ਗੱਲਾਂ ਭੁੱਲ ਗਏ ਨੇ। ਨਾ ਆਜ਼ਾਦੀ ਵਾਲੀ ਕੁਰਬਾਨੀ ਯਾਦ ਰਹੀ ਹੈ ਜੀ, ਨਾ ਕੋਈ ਹੱਦਾਂ ਦੀ ਰਾਖੀ ਯਾਦ ਰਹੀ ਹੈ, ਨਾ ਅਨਾਜ ਉਹ ਦੇਸ਼ ਨੂੰ। ਤਾਂ ਅੱਜ ਕਹਿੰਦੇ ਸਾਨੂੰ ਹੁਣ ਅਨਾਜ ਦੀ ਕੋਈ ਲੋੜ ਨਹੀਂ, ਵਾਧੂ ਹੋ ਗਿਆ ਜੀ। ਦੇਸ਼ ਦੀ ਰਾਖੀ ਵਾਸਤੇ ਫੌਜ ਦੀ ਭਰਤੀ, ਛਾਤੀ ਕੱਦ ਖਤਮ ਕਰਤਾ। ਕਹਿੰਦੇ ਜੀ ਸਟੇਟ ਦੀ ਆਬਾਦੀ ਤੇ ਆਊ, ਇੱਥੋਂ ਹੀ ਲਾ ਲਓ ਅੰਦਾਜ਼ਾ ਕਿ ਸਾਡਾ ਗੱਲ ਖਤਮ ਕਰਤੀ। ਪਹਿਲਾਂ ਬਹਾਦਰੀ ਤੇ ਸੀ, ਅੰਗਰੇਜ਼ ਵੇਲੇ 33% ਸੀ, ਜਰਨੈਲ ਜੇ 10 ਸੀ ਤਾਂ 7 ਸਰਦਾਰ ਬੈਠੇ ਹੁੰਦੇ ਸੀ। ਅੱਜ ਕਿਤੇ ਇੱਕ ਵੀ ਨਹੀਂ ਤੁਹਾਨੂੰ ਪੱਗ ਵਾਲਾ ਹਥਿਆਉਣਾ ਜੀ, ਕਿਉਂਕਿ ਭਰਤੀ ਕਹਿੰਦੇ ਜੇ ਤਾਂ ਆਬਾਦੀ ਤੇ ਕਰੋ ਤਾਂ ਰੋਟੀ ਦਾ ਸਵਾਲ ਹੈ, ਤਾਂ ਜੰਗ ਦਾ ਸਵਾਲ ਹੀ ਕੋਈ ਨਹੀਂ ਜੀ। ਸੋ ਇਹ ਕਾਰਨ ਨੇ, ਇਹ ਜਿਹੜੇ ਕਾਰਨਾਂ ਕਰਕੇ ਸੈਂਟਰ ਭੁੱਲਿਆ ਬੈਠਾ ਹੈ। ਬਦਕਿਸਮਤੀ ਹੈ, ਹਾਲਾਤ ਫਿਰ ਪੈਦਾ ਹੁੰਦੇ। ਜਦੋਂ ਚੀਨ ਦੀ ਜੰਗ ਹੋਈ ਤਾਂ ਨਹਿਰੂ ਜੀ ਨੇ ਯਾਦ ਕੀਤਾ ਕਿ ਮੈਨੂੰ ਫੌਜ ਦੀ ਲੋੜ ਹੈ, ਪਹਿਲਾਂ ਕਹਿੰਦੇ ਲੋੜ ਹੀ ਕੋਈ ਨਹੀਂ, ਤਾਂ ਘਾਹ ਖੜਕਾਉਣ ਲਾਤੇ। ਇਸ ਕਰਕੇ ਇਹਨਾਂ ਨੂੰ ਯਾਦ ਫਿਰ ਵੀ ਆਏਗੀ। ਪੰਜਾਬੀ ਹੈ ਬਹਾਦਰ, ਇਹਨੂੰ ਕਮਜ਼ੋਰ ਕਰਨ ਵਾਸਤੇ ਜਿਹੜੀ ਨਸ਼ੇ ਦੀ ਗੱਲ ਹੈ, ਇਹ ਵੀ ਦੁਸ਼ਮਣ ਦੇਸ਼ਾਂ 'ਚੋਂ ਆਈ ਹੈ। ਅੱਜ ਇਹ ਇਕੱਲੀ ਹਿੰਦੁਸਤਾਨ ਨਹੀਂ, ਦੁਨੀਆ ਦੇ ਵਿੱਚ ਵਧ ਗਿਆ, ਲੇਕਿਨ ਬਦਕਿਸਮਤੀ ਪੰਜਾਬੀਆਂ 'ਚ ਨਹੀਂ ਵਧਣਾ ਚਾਹੀਦਾ, ਸਾਡੇ 'ਚ ਵਧਿਆ। ਮੈਂ ਮੁੱਕਰਦਾ ਨਹੀਂ। ਭੁੰਦੜ ਸਾਹਿਬ, ਦੁਸ਼ਮਣ ਨੇ ਤੇ ਹਮਲਾ ਕਰਨਾ ਹੀ ਹੁੰਦਾ ਹੈ, ਤੇ ਹਮਲੇ ਰੋਕਣੇ ਵੀ ਹੁੰਦੇ ਆ, ਤੇ ਹਮਲਾ ਰੋਕਣ ਦੇ ਵਿੱਚ ਅਸੀਂ ਨਾਕਾਮਯਾਬ ਰਹੇ ਆ, ਉਹ ਦੋਸ਼ ਕਿਹਦੇ ਸਿਰ ਪਈ ਹੈ? ਬਿਲਕੁਲ, ਮੈਂ ਤੁਹਾਡੀ ਗੱਲ ਮੰਨਦਾ ਕਿ ਦੁਸ਼ਮਣ ਦੇ ਹਮਲੇ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਕਰ ਸਕੇ। ਮੈਂ ਸਾਰਿਆਂ ਨੂੰ ਅਪੀਲ ਕਰਦਾ, ਹਰ ਪਾਰਟੀ ਨੂੰ ਅਪੀਲ ਕਰਦਾ ਕਿ ਦੋਸ਼ ਦੇਣ ਦੇ ਬਜਾਏ ਅਸੀਂ ਇਸ ਗੱਲ ਨੂੰ ਮੰਨੀਏ ਕਿ ਪੰਜਾਬ 'ਤੇ ਇੱਕ ਵੱਡਾ ਹਮਲਾ ਹੈ। ਇਸ ਹਮਲੇ ਨੂੰ ਰੋਕਣ ਵਾਸਤੇ ਅਸੀਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਅਸੀਂ ਯਤਨ ਕਰੀਏ, ਪਿਆਰ ਵਾਲਾ ਵੀ ਕਰੀਏ, ਕਾਨੂੰਨ ਵਾਲਾ ਵੀ ਕਰੀਏ, ਹਰ ਤਰੀਕਾ ਅਸੀਂ ਵਰਤ ਕੇ ਇਸ ਨੂੰ ਅਸੀਂ ਪੰਜਾਬ ਨੂੰ ਦੁਬਾਰਾ ਉਸ ਤਰ੍ਹਾਂ ਦੇ ਪੰਜਾਬ ਦਾ ਕਿਸਾਨ ਤੇ ਜਵਾਨ ਬਣਾਈਏ, ਤਾਂ ਕਾਮਯਾਬ ਹੋਵਾਂਗੇ। ਨਹੀਂ, ਬੜਾ ਵੱਡੇ ਦੁਸ਼ਮਣ ਦਾ ਹਮਲਾ ਹੈ ਜਿਹੜਾ ਕਿ ਇਸ ਵੇਲੇ ਸਾਡੇ ਤੇ ਮਾਰੂ ਸਿੱਧ ਹੋ ਰਿਹਾ ਹੈ। ਇਹ ਮੰਨਣਾ ਪਏਗਾ, ਐਵੇਂ ਕੋਈ ਕਹੀ ਜਾਵੇ ਇੱਕ ਨਾ ਕਿਸੇ ਇੱਕ ਦੀ ਜ਼ਿੰਮੇਵਾਰੀ ਹੈ, ਇਹ ਸਭ ਦੀ ਜ਼ਿੰਮੇਵਾਰੀ, ਸਮੁੱਚ ਦੀ ਜ਼ਿੰਮੇਵਾਰੀ। ਵੈਸੇ ਭੁੰਦੜ ਸਾਹਿਬ, ਜਦੋਂ ਇਕੱਲੇ ਹੁੰਦੇ ਹੋ ਤੇ ਉਦੋਂ ਥਾਟ ਪ੍ਰੋਸੈਸ ਕਿਵੇਂ ਦਾ ਰਹਿੰਦਾ ਹੈ? ਖਿਆਲ ਪ੍ਰਵਾਹ ਮਨ 'ਚ ਕਿਹੋ ਜਿਹੇ? ਇਹ ਮੇਰਾ ਇੱਕੋ ਹੀ ਖਿਆਲ ਹੈ ਕਿ ਦੇਸ਼ ਨੇ ਜੇ ਬਚਣਾ ਹੈ ਤਾਂ ਇਹ ਸੋਚ ਛੱਡਦੀ ਹੈ ਕਿ ਜੇ ਮੈਂ ਆ ਗਿਆ ਤੇ ਮੈਂ ਰਾਜ ਤੋਂ ਜਾਣਾ ਨਹੀਂ। ਸਾਨੂੰ ਸਾਰੀਆਂ 25 ਸਾਲ ਦਾ ਤੁਸੀਂ ਵੀ ਸਲੋਗਨ ਦਿੱਤਾ। ਬਿਲਕੁਲ, ਮੈਂ ਤਾਂ ਕਹਿਣਾ, ਮੈਂ ਜਿਹੜਾ ਮੇਰਾ ਕਹਿਣ ਦਾ ਮਤਲਬ ਉਹ ਹਰ ਇੱਕ ਤੇ ਢੁਕਦਾ, ਮੇਰੇ ਤੇ ਵੀ ਢੁਕਦਾ, ਦੂਜਿਆਂ ਤੇ ਢੁਕਦਾ ਜੀ। ਮੈਂ ਇਹੋ ਹੀ ਕਹਿਣਾ ਕਿ ਸਾਨੂੰ ਸਲੋਗਨ ਪੋਲੀਟਿਕਸ ਦਿੱਤੇ ਜਾਂਦੇ ਨੇ, ਲੇਕਿਨ ਸਲੋਗਨ ਦੇ ਮੂਹਰੇ ਇੱਕ ਅਸੀਂ ਇਹ ਸਲੋਗਨ ਵੀ ਰੱਖੇ ਕਿ ਦੇਸ਼ ਨੂੰ ਕਿਵੇਂ ਅੱਗੇ ਲਿਜਾਣਾ। ਉਹ ਲਿਜਾਣ ਵਾਸਤੇ ਸਾਨੂੰ ਜਿਸ ਵੀ ਪਾਰਟੀ ਦਾ ਲੀਡਰ ਹੈ, ਕੋਈ ਛੋਟੀ ਹੈ ਵੱਡੀ ਹੈ, ਸਾਰਿਆਂ ਨੂੰ ਇਕੱਠੇ ਬੈਠ ਕੇ ਔਰ ਸਾਰਿਆਂ ਨੂੰ ਸਾਨੂੰ ਇੱਕ ਮਤ ਹੋ ਕੇ ਸੋਚਣਾ, ਬੇਈਮਾਨੀ ਨਹੀਂ ਕਰਨੀ ਜਿਹੜੀ, ਇੱਕ ਮਤ ਹੋ ਕੇ ਸੋਚਣਾ ਹੈ ਕਿ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਕੀ ਕਰਨਾ ਚਾਹੀਦਾ। ਜਿੰਨਾ ਚਿਰ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ, ਅਸੀਂ ਇਹ ਦੇਸ਼ ਨੂੰ ਬਚਾ ਨਹੀਂ ਸਕਦੇ। ਕਬਜ਼ੇ ਦੀ ਪ੍ਰਵਿਰਤੀ ਦਾ ਕੀ ਕਰੀਏ? ਹਰ ਕੋਈ ਕਬਜ਼ਾ ਹੀ ਕਰਨਾ ਚਾਹੁੰਦਾ ਹੈ, ਹਰ ਕੋਈ ਕਬਜ਼ਾ ਕਰੇ। ਮੇਰੇ ਤੇ ਮੇਰੀ ਵੋਟ ਤੇ ਹਰ ਕੋਈ ਕਬਜ਼ਾ ਕਰਨਾ ਚਾਹੁੰਦਾ ਹੈ, ਇਨ ਰਿਟਰਨ ਵਾਪਸੀ ਕੋਈ ਨਹੀਂ ਦੇਣਾ ਚਾਹੁੰਦਾ। ਬਿਲਕੁਲ, ਉਹਦੇ ਦੋ ਹੀ ਤਰੀਕੇ ਨੇ। ਇੱਕ ਤਾਂ ਜਾਂ ਤਾਂ ਲੀਡਰਸ਼ਿਪ, ਨਹੀਂ ਲੀਡਰਸ਼ਿਪ ਨੂੰ ਲੋਕ ਸਿਆਣਾ ਕਰਦੇ ਨੇ। ਜੇ ਲੀਡਰਸ਼ਿਪ ਕਹਿੰਦੀ ਹੈ ਕਿ ਮੈਂ ਪੈਸੇ, ਲੋਕਾਂ ਨੂੰ ਤਾਂ ਤੁਸੀਂ ਹਿਪਨੋਟਾਈਜ਼ ਕਰ ਲੈਂਦੇ ਹੋ। ਮੈਂ ਤਾਂ ਪਹਿਲਾਂ ਵੀ ਸਵਾਲ ਸੁਣੋ, ਮੈਂ ਤੁਹਾਡੇ ਇਸੇ ਦਾ ਜਵਾਬ, ਜੇ ਲੀਡਰਸ਼ਿਪ ਕਹਿੰਦੀ ਹੈ ਮੈਂ ਪੈਸੇ ਨਾਲ ਜਿੱਤ ਸਕਦਾ, ਜੇ ਲੀਡਰਸ਼ਿਪ ਕਹਿੰਦੀ ਹੈ ਮੈਂ ਸ਼ਰਾਬ ਨਾਲ ਜਿੱਤ ਸਕਦਾ, ਜੇ ਲੀਡਰਸ਼ਿਪ ਕਹਿੰਦੀ ਹੈ ਮੈਂ ਡਾਂਗ ਨਾਲ ਜਿੱਤ ਸਕਦਾ, ਫਿਰ ਉਹ ਤੁਹਾਨੂੰ ਕਿਉਂ ਕਹਿਣਗੇ? ਜੇ ਲੀਡਰਸ਼ਿਪ ਕਹਿੰਦੇ ਮੈਨੂੰ ਲੋਕ ਜਿਤਾਉਣਗੇ ਤੇ ਲੋਕ ਇੰਨੀ ਸ਼ਕਤੀ ਪੈਦਾ ਕਰਨ, ਵੋਟ ਤਾਂ ਉਹਨਾਂ ਦੇ ਹੱਥ 'ਚ ਹੈ। ਬਿਲਕੁਲ, ਡਾਂਗ ਨਾਲ ਨਹੀਂ ਪੈਂਦੀ, ਸ਼ਰਾਬ ਨਾਲ ਨਹੀਂ ਪੈਂਦੀ, ਪੈਸੇ ਨਾਲ ਨਹੀਂ ਪੈਂਦੀ। ਇਸ ਕਰਕੇ ਉਸ ਵੇਲੇ ਹਰ ਚੀਜ਼ ਦੀ ਪ੍ਰਵਾਹ ਛੱਡ ਕੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਕਰਨ। ਅੱਛਾ, ਜੇ ਇਹ ਚੰਗਾ ਲੱਗਦਾ ਕਰ ਦੇਣ, ਤੜਕੇ ਸਾਰੇ ਲੀਡਰ ਸਿੱਧੇ ਹੋ ਜਾਣਗੇ 2 ਮਿੰਟ। ਅੱਛਾ, ਇੱਕ ਦਰਸ਼ਕ ਲੋਕਾਂ ਤੋਂ ਡਰ ਲੱਗ ਜਾਣਗੇ। ਭੁੰਦੜ ਸਾਹਿਬ, ਦਰਸ਼ਕ ਇਹ ਜਾਣਨਾ ਚਾਹੁੰਦੇ ਹੋਣਗੇ, ਕਿਉਂਕਿ ਤੁਹਾਡਾ ਸਮਾਂ ਕੀਮਤੀ ਹੁੰਦਾ ਹੈ, ਮਸਾਂ ਤੁਸੀਂ ਸਾਡੇ ਕੋਲ ਆਏ ਹੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਤੁਸੀਂ ਬਹੁਤ ਜ਼ਿਆਦਾ ਕਰੀਬੀ ਹੋ,
ਔਰ ਕਈ ਵਾਰੀ ਲੋਕ ਤੁਹਾਨੂੰ ਪਬਲਿਕ ਮੰਚਾਂ ਤੋਂ ਕੰਨ 'ਚ ਕੁਝ ਨਾ ਕੁਝ ਕਹਿੰਦਿਆਂ ਵੀ ਸੁਣਦੇ। ਸੁਖਬੀਰ ਨਾਲ ਵੀ ਤੁਸੀਂ ਠੀਕ ਹੀ ਵਿਚਰਦੇ ਹੋ। ਦੋਵਾਂ ਬਾਦਲਾਂ 'ਚ ਕਿਹੜੀਆਂ ਸਮਾਨਤਾਵਾਂ ਨੇ ਤੇ ਅੰਤਰ ਕਿਹੜੇ ਨੇ, ਲੋਕ ਜਾਣਨਾ ਚਾਹਣਗੇ ਇੱਕ ਕਰੀਬੀ ਕੋਲੋਂ। ਸਰਦਾਰ ਪ੍ਰਕਾਸ਼ ਸਿੰਘ ਪਰਦੇ ਉਹਲੇ ਵਾਲੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੇਰੇ ਤੋਂ ਉਮਰ 'ਚ 18-20 ਸਾਲ ਵੱਡੇ ਨੇ ਜੀ, ਲੇਕਿਨ ਪਬਲਿਕ ਦੀ ਕਿਰਪਾ ਨਾਲ ਮੈਨੂੰ 72 ਤੋਂ ਸਾਥ ਮਿਲਿਆ ਜੀ। ਪਾਰਟੀ ਵੀ ਉਹੀ, ਲੀਡਰ ਵੀ ਉਹੀ ਲਗਾਤਾਰ ਰਹੇ। ਮੈਂ ਕੋਈ ਇਸ ਕਰਕੇ ਨਹੀਂ ਕਹਿੰਦਾ ਕਿ ਮੇਰਾ ਉਹ ਲੀਡਰ ਹੈ, ਮੇਰਾ ਪਿਆਰ ਹੈ, ਲੇਕਿਨ 1000 ਬੰਦੇ ਉਸ 'ਚ ਕਮੀਆਂ ਕੱਢ ਸਕਦੇ ਨੇ, ਕੋਈ ਇਨਸਾਨ ਕਮੀ ਬਗੈਰ, ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਇਨਸਾਨ ਪੈਦਾ ਹੋਣੇ ਬੜੇ ਘੱਟ ਔਖੇ। ਜ਼ਿੰਦਗੀ 'ਚ ਮਿਹਨਤ ਕਰਨੀ ਹੈ, ਬੁਰਾਈ ਤੋਂ ਡਰਨਾ ਹੈ, ਵਿਰੋਧੀ ਦੇ ਨੁਕਸਾਨ ਕਰਨ ਵੱਲ ਸੋਚਣਾ ਨਹੀਂ, ਆਪ ਕੰਮ ਕਰਕੇ ਅੱਗੇ ਵਧਣਾ, ਇਹੀ ਸਾਥੀ ਨੂੰ ਕਹਿੰਦੇ। ਲੋਕ ਤਾਂ ਆਂਕਣਾ ਚਾਹੁੰਦੇ ਆ ਬਤੌਰ ਪੋਲੀਟੀਸ਼ੀਅਨ, ਇਹ ਬਤੌਰ ਤੁਸੀਂ ਨਿੱਜ ਦੇ ਵਿੱਚ ਕਿੰਨੇ ਚੰਗੇ ਹੋ ਇਹ ਮੈਟਰ ਨਹੀਂ ਕਰਦਾ ਪਬਲਿਕ ਲਾਈਫ 'ਚ। ਇੱਕ ਦਰਸ਼ਕ ਸਾਡੇ ਕੋਲ ਨੇ, ਮੈਨੂੰ ਆਗਿਆ ਦੇ ਦਿਓ, ਫਿਰ ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ। ਬਹੁਤ ਹੀ ਸਤਿਕਾਰਯੋਗ ਭੁੰਦਰ ਸਾਹਿਬ ਤੇ ਰੰਧਾਵਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਤਿੰਦਰ ਭਾਸਕਰ ਬੋਲ ਰਿਹਾ ਪਾਇਲ ਤੋਂ। ਸਵਾਗਤ। ਭੁੰਦਰ ਸਾਹਿਬ, ਰਾਜਨੀਤਿਕਾਂ ਨੂੰ ਅਸੀਂ ਲੋਕ ਵੋਟਾਂ ਪਾ ਕੇ ਚੁਣਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਸਾਰਿਆਂ ਤੋਂ ਵੱਧ ਕੇ ਸਿਆਣੇ ਤੇ ਸਮਝਦਾਰ ਹਨ, ਪਰ ਬੜੇ ਅਫਸੋਸ ਹੁੰਦਾ ਉਦੋਂ ਜਦੋਂ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਇਕੱਠੇ ਹੁੰਦੇ ਨੇ, ਉੱਥੇ ਜਾ ਕੇ ਆਪਸ ਦੇ ਵਿੱਚ ਗੁੱਥਮ-ਗੁੱਥਾ ਹੁੰਦੇ ਆ। ਕੀ ਸਾਡੇ ਸਿਆਸਤਦਾਨਾਂ ਦੇ ਵਿੱਚੋਂ ਨੈਤਿਕਤਾ ਖਤਮ ਹੋ ਗਈ? ਕੀ ਇਹ ਜਿਹੜਾ ਦਰਵੇਸ਼ਪਣਾ ਜਿਹੜਾ ਹੈਗਾ ਵਾਲਾ ਮਖੌਟਾ ਹੈ ਸਿਰਫ ਵੋਟਾਂ ਤੱਕ ਹੀ ਹੁੰਦਾ? ਇਸ ਬਾਰੇ ਦੱਸਿਆ ਜਾਵੇ। ਧੰਨਵਾਦ, ਮਿਹਰਬਾਨੀ ਜੀ। ਮਿਹਰਬਾਨੀ ਜੀ, ਤੁਹਾਡਾ ਸਵਾਲ ਬਹੁਤ ਵਧੀਆ ਹੈ। ਜੋ ਤੁਸੀਂ ਗੱਲ ਕੀਤੀ ਹੈ, ਮੈਂ ਆਪ ਕਹਿੰਦਾ ਇਹ ਮਾੜੀ ਗੱਲ ਹੈ, ਸ਼ਰਮ ਦੀ ਗੱਲ ਹੈ, ਨਹੀਂ ਹੋਣਾ ਚਾਹੀਦਾ ਸੀ ਇਹ। ਇਹਦੇ ਨਾਲ ਜੋ ਲੀਡਰਸ਼ਿਪ ਦੀ ਉਹ ਵੀ ਕਦਰ ਘਟਦੀ ਹੈ, ਜੋ ਡੈਮੋਕ੍ਰੇਸੀ ਉਹ ਵੀ ਥੱਲੇ ਆ ਰਹੀ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਾਨੂੰ ਸਾਰਿਆਂ ਨੂੰ ਜਿਹੜੇ ਤੁਹਾਡੇ ਸਵਾਲ ਹੈ, ਜੋ ਵੀ ਜਿਹੜਾ ਸੁਣਦਾ, ਸਾਨੂੰ ਜਿਹੜੇ ਪੋਲੀਟੀਕਲ ਬੰਦੇ ਸਿਖਾਉਂਦੇ ਆ, ਤੁਹਾਡੇ ਸੇਵਾਦਾਰ, ਸਾਨੂੰ ਆਪਣੇ ਮਨ ਝਾਤੀ ਮਾਰਨੀ ਚਾਹੀਦੀ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਆ। ਤੁਹਾਡਾ ਇੰਨੇ ਹੀ ਮੈਂ ਕਹਿਣਾ ਚਾਹੁੰਦਾ, ਸਵਾਲ ਤੁਹਾਡਾ ਠੀਕ ਹੈ, ਮਾੜੀ ਗੱਲ ਹੈ ਜੋ ਹੋਇਆ, ਇਹਨੂੰ ਮੈਂ ਚੰਗੀ ਨਹੀਂ ਕਹਿੰਦਾ। ਦੂਜਾ ਸਵਾਲ, ਦੂਜੀ ਜੋ ਤੁਸੀਂ ਕੀਤੀ ਸੀ, ਮੈਂ ਨਿੱਜ ਨਹੀਂ ਕਹਿੰਦਾ, ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਬਤੌਰ ਲੀਡਰ ਕਹਿਣਾ ਕਿ ਉਹ ਕਦੇ ਕਿਸੇ ਦੀ ਬੁਰਾਈ ਸੋਚਦੇ ਹੀ ਨਹੀਂ ਸੋਚਦੇ। ਹਰ ਵੇਲੇ ਕੰਮ ਕਰਨ 'ਚ ਮਿਹਨਤ ਕੋਸ਼ਿਸ਼ ਕਰਦਾ ਹੈ, ਲੇਕਿਨ ਮਸਲੇ ਇੰਨੇ ਖੜੇ ਨੇ, ਉਹਦੇ ਯਤਨਾਂ ਦੇ ਬਾਵਜੂਦ ਸਾਹਮਣੇ ਖੜੇ ਨੇਗੇ। ਉਹਦਾ ਕਾਰਨ ਉਹੀ ਹੈ ਜੋ ਮੈਂ ਪਹਿਲਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੋਲ ਕਿਸੇ ਕੋਲ ਵੀ ਪਾਵਰ ਇੰਨੀ ਹੈ ਨਹੀਂ ਕਿ ਸਾਰੇ ਮਸਲੇ ਹੱਲ ਕਰਦੇ। ਜੇ ਤੁਸੀਂ ਇਕੱਲਾ ਪਾਣੀ ਦੇ ਲੈ ਲਓ, ਮੁੱਖ ਮੰਤਰੀ ਚਾਹੁੰਦਾ ਮੈਂ ਨਹੀਂ ਦਿੰਦਾ, ਅਮਰਿੰਦਰ ਵੀ ਕਹਿੰਦਾ ਮੈਂ ਨਹੀਂ ਦਿੰਦਾ, ਪ੍ਰਕਾਸ਼ ਸਿੰਘ ਬਾਦਲ ਮੈਂ ਉਸ ਵੇਲੇ ਅਸੀਂ ਖੁੰਝ ਗਏ ਜਦੋਂ ਪ੍ਰਕਾਸ਼ ਸਿੰਘ ਬਾਦਲ ਅਸੀਂ ਮੋਰਚਾ ਲਾਇਆ ਸੀ, ਆਲ ਪਾਰਟੀ ਲਾਇਆ ਸੀ, ਯਾਦ ਕਰ ਲਓ। ਜੀ। ਬਾਅਦ 'ਚ ਪਾਰਟੀਆਂ ਖਿੰਡ ਗਈਆਂ ਜਦੋਂ ਅੰਮ੍ਰਿਤਸਰ ਚਲਾ ਗਿਆ। ਲੇਕਿਨ ਜੇ ਕਿਤੇ ਉਦੋਂ ਕਾਂਗਰਸ ਪਾਰਟੀ ਦੇ ਲੀਡਰ ਇੰਦਰਾ ਗਾਂਧੀ ਸਟੇਜ 'ਤੇ ਨਾ ਜਾਂਦੇ, ਸਾਡੇ ਨਾਲ ਵੀ ਨਾ ਆਉਂਦੇ, ਤਾਂ ਵੀ ਸ਼ਾਇਦ ਹਾਲਾਤ ਨਾ ਹੁੰਦੇ। ਆਹੀ ਹੈ ਇਕੱਠੇ ਹੋਣ ਦਾ ਮਤਲਬ। ਇਹ ਤੋਂ ਇੱਕ ਇਸ਼ਾਰਾ ਲੈ ਲਓ, ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ। ਨੰਬਰ 1। ਨੰਬਰ 2, ਤੁਸੀਂ ਕਿਹਾ ਸੁਖਬੀਰ ਸਿੰਘ ਬਾਦਲ ਦਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਫਰਕ। ਸੁਖਬੀਰ ਸਿੰਘ ਬਾਦਲ ਵੀ ਸੋਚ ਤੇ ਆਪਣੇ ਪਿਤਾ ਵਾਲੀ ਲੈ ਕੇ ਚੱਲਿਆ ਹੋਇਆ, ਮਿਹਨਤ ਬਹੁਤ ਕਰਦਾ ਹੈ, ਅਕਲਮੰਦ ਬਹੁਤ, એનર્ਜੀ ਵੀ ਬੜੀ ਉਸ ਬੰਦੇ, એનર્ਜੀ ਵੀ, ਪੜ੍ਹਿਆ ਲਿਖਿਆ, ਕਾਬਲ ਹੈ, ਮਿਹਨਤ ਬਹੁਤ ਕਰਦਾ ਹੈ। ਲੇਕਿਨ ਤਜਰਬਾ ਜਿਹੜਾ ਸਮੇਂ ਨਾਲ, ਮਿਹਨਤ ਨਾਲ, ਲੜਾਈਆਂ ਨਾਲ ਆਉਂਦਾ, ਉਹ ਅਜੇ ਉਨਾ ਨਹੀਂ। ਪ੍ਰਕਾਸ਼ ਸਿੰਘ ਬਾਦਲ ਨੂੰ 50-60 ਸਾਲ ਹੋ ਗਏ ਲੜਦੇ ਨੂੰ, ਹਰ ਔਖੀ ਲੜਾਈ ਲੜੀ ਹੈ। ਉਹ ਅਜੇ 10 ਸਾਲ ਹੋਏ ਨੇ ਆਇਆ ਨੂੰ, ਸਿੱਧਾ ਹੀ ਉਸ ਆ ਗਏ, ਅਜੇ ਵੱਡੀ ਲੜਾਈ 'ਚ ਆਏ। ਸੋ ਇਸ ਕਰਕੇ ਸਮੇਂ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਉਸ ਤਰ੍ਹਾਂ ਦੀ ਲਾਈਨ 'ਤੇ ਚੱਲਾਂ। ਮਨ ਉਹਨਾਂ ਦਾ ਇਹ। ਭੁੰਦਰ ਸਾਹਿਬ, ਅਕਾਲੀ ਦਲ ਜਦੋਂ ਬਣਦਾ ਹੈ, ਮੈਂ ਪੜ੍ਹਿਆ ਜਿੰਨਾ ਕਿਤਾਬਾਂ 'ਚ ਵਿੱਚ, ਇਤਿਹਾਸ ਦੇ ਵਿੱਚ, ਜਦੋਂ ਹੋਂਦ 'ਚ ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ, ਔਰ ਫਿਰ ਅੱਗੇ ਜਾ ਕੇ ਸੰਘਰਸ਼ਾਂ ਦੀ ਗਾਥਾ ਹੈ, ਲੰਬੇ ਸਿਲਸਿਲੇ ਨੇ। ਹੁਣ ਜਿੱਥੇ ਖੜਾ ਹੈ ਅਕਾਲੀ ਦਲ, ਉਹਦੇ ਤੇ ਉਹਦੇ ਪਹਿਲੇ ਸਰੂਪ ਦੇ ਵਿੱਚ ਅੰਤਰ ਹੈ। ਤੁਸੀਂ ਢਿੱਡੋਂ ਕਿੰਨੇ ਕੁ ਇਹ ਮੌਜੂਦਾ ਸਰੂਪ ਨੂੰ ਲੈ ਕੇ ਕਿੰਨੇ ਸੈਟੀਸਫਾਈ ਹੋ? ਕਿਉਂਕਿ ਲੋਕ ਕਹਿੰਦੇ ਆ ਕਿ ਸ਼ਾਇਦ ਅਕਾਲੀ ਦਲ ਕਿਤੇ ਜੜ੍ਹਾਂ ਛੱਡਦਾ ਹੈ ਤੇ ਉਦੋਂ ਹੀ ਉਹਨੂੰ ਨੁਕਸਾਨ ਵੀ, ਮਾਰ ਵੀ ਪੈਂਦੀ। ਫਿਰ ਤੁਸੀਂ ਜੜ੍ਹਾਂ ਨੂੰ ਫੜਨ ਪੈਂਦੇ ਹੋ ਤੇ ਉਹ ਆਰਟੀਫੀਸ਼ੀਅਲ ਤੌਰ ਤੇ ਪੈਂਦੇ ਹੋ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਅੱਗ ਵੀ ਲੱਗਦੀ ਹੈ। ਉਹਦੇ 'ਚ ਇਹ ਹੁੰਦਾ ਹੈ ਕਿ ਸਮੇਂ ਨਾਲ ਹਮੇਸ਼ਾ ਪੰਥ ਖਤਰੇ 'ਚ ਵਾਲਾ ਨਾਰਾ ਤੁਹਾਡੇ ਤੇ ਇਲਜ਼ਾਮ ਵੀ ਆਉਂਦਾ, ਜਿਵੇਂ ਸੁਬਾਹ ਸ਼ਾਮ ਹੈ ਜੀ, ਕਦੇ ਨਾ ਸੁਬਾਹ ਰਹੇ ਨਾ ਸ਼ਾਮ ਰਹੇ ਜੀ। ਪਾਰਟੀਆਂ ਤੇ ਵੀ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ ਜੀ। ਸੋ ਸਾਰੇ ਯਤਨ ਕਰਾਂਗੇ। ਜਿਹੜਾ ਇਹ ਥੋੜ੍ਹਾ ਪਾਰਟੀ ਦਾ ਇਸ ਵੇਲੇ ਹਾਲਾਤ ਹੈਗੇ, ਅਸੀਂ ਸਾਰੇ ਤਕੜੇ ਹੋ ਕੇ ਲੱਗੇ ਹੋਏ ਆ, ਇਹਨੂੰ ਉਸੇ ਹਾਲਾਤ 'ਚ ਲੈ ਜਾਵਾਂਗੇ। ਅੱਛਾ, ਪੋਲਿਟਿਕਸ ਦੇ ਵਿੱਚ ਜਿਹੜਾ ਕਾਰੋਬਾਰੀਆਂ ਦਾ ਸਿੱਧਾ ਆ ਜਾਣਾ, ਕਿ ਮੰਨ ਲਓ ਕਿਸੇ ਨੇ ਸ਼ਰਾਬੀਆਂ ਫੈਕਟਰੀਆਂ ਲਾਈਆਂ ਤੇ ਤੁਹਾਨੂੰ ਲੱਗਦਾ ਕੋਈ 500 ਕਰੋੜ ਹੈ ਤੇ ਇਹਨੂੰ ਫਲਾਂ ਜਗ੍ਹਾ ਤੋਂ ਟਿਕਟ ਦੇ ਦਈਏ। ਕਿਸੇ ਬੰਦੇ ਕੋਲ ਵੱਖਰੀ ਤਰ੍ਹਾਂ ਦੇ ਸਾਧਨ ਨੇ,
ਔਰ ਕੋਈ ਬੰਦਾ ਜਿਹੜਾ ਹੈ ਉਹ ਇਸ ਤਰ੍ਹਾਂ ਔਰ ਪੈਸੇ ਨਾਲ ਜਿਹੜਾ ਇਸ ਤਰ੍ਹਾਂ ਦੇ ਸਿਆਸਤ ਵਿੱਚ ਆਊਗਾ ਫਿਰ ਉਹ ਆਪਣਾ ਬੈਨੀਫਿਟ ਵੀ ਚਾਹੂਗਾ। ਜਿੰਨੀ ਇਨਵੈਸਟਮੈਂਟ ਇਹ ਤਾਂ ਕੁਦਰਤ ਅਸੂਲ ਵੀ ਬਣਦਾ ਨਾ ਕਿ ਜੋ ਪੈਸੇ ਲਾਉਂਦੇ ਆ ਤੇ ਵਾਪਸ ਵੀ ਚਾਹੀਦੇ ਆ। ਇਸ ਤਰ੍ਹਾਂ ਦੀਆਂ ਪਰਿਸਥਿਤੀਆਂ, ਇਸ ਤਰ੍ਹਾਂ ਦੇ ਹਾਲਾਤ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਖਿਲਾਫ ਕਦੀ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਡਟੇ ਹੋ ਜਾਂ ਪਾਰਟੀ 'ਚ ਗੱਲਬਾਤ ਹੁੰਦੀ ਹੈ? ਉਹ ਤਾਂ ਜੋ ਤੁਸੀਂ ਕਹਿੰਦੇ ਹੋ ਇਹਦਾ ਆਨਸਰ ਇਹ ਸਾਰੀਆਂ ਪਾਰਟੀਆਂ ਲਈ ਹੈ। ਇਹ ਮੈਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਦੀ ਗੱਲ ਕੀਤੀ। ਮੈਂ ਪਹਿਲਾਂ ਹੀ ਕਿਹਾ ਸ਼ਰਾਬ, ਪੈਸਾ ਤੇ ਡੈਮੋਕ੍ਰੇਸੀ ਆ ਗਈ ਹੈ। ਉਹੀ ਕਾਰਨ ਹੈ ਕਿ ਪਾਰਟੀਆਂ ਫਿਰ ਉਹੋ ਜਿਹੇ ਬੰਦੇ ਲੱਭਣ ਦੀ ਕੋਸ਼ਿਸ਼ ਕਰਦੀਆਂ ਨੇ ਉਹਦਾ ਮੁਕਾਬਲਾ ਕਰਨ ਵਾਸਤੇ। ਇਹਦਾ ਆਨਸਰ ਮੈਂ ਉਦੋਂ ਇਹੀ ਦੇ ਗਿਆ ਸੀ ਕਿ ਇਸ ਚੀਜ਼ ਨੂੰ ਪਬਲਿਕ ਰੋਕ ਸਕਦੀ ਹੈ ਕਿ ਪਬਲਿਕ ਵਾਲੇ ਹਰਾ ਦੇਣ ਆਪੇ। ਅਗਲੇ ਕਿਹੜੇ ਉਹ ਬੰਦਾ ਸਰਮਾਏਦਾਰ ਨਹੀਂ ਆਏਗਾ, ਉਹ ਆਏਗਾ ਜਿਹੜਾ ਲੋਕਾਂ ਦੀ ਸੇਵਾ ਕਰਕੇ ਆਉਂਦਾ। ਜਦੋਂ ਪਬਲਿਕ ਉਸ ਵੇਲੇ ਇਸ ਗੱਲ 'ਚ ਫਸ ਜਾਂਦੀ ਹੈ ਤਾਂ ਕੁਦਰਤੀ ਹੈ ਕਿ ਜੇ ਮੈਂ ਲੀਡਰ ਹਾਂ ਤਾਂ ਮੈਂ ਵੀ ਚਾਹਾਂਗਾ ਕਿ ਭੁੰਦੜ ਸਾਹਿਬ 3 ਪਾਰਟੀਆਂ ਜਾਂ 2 ਪਾਰਟੀਆਂ, ਤੁਸੀਂ 2 ਪਾਰਟੀਆਂ ਦੇ ਵਿੱਚ ਇੱਕ ਨੇ ਇੱਕ ਨੂੰ ਟਿਕਟ ਦੇਤੀ, ਦੂਜੇ ਨੇ ਦੂਜੇ ਨੂੰ ਟਿਕਟ ਦੇਤੀ। ਹੁਣ ਫੈਸਲਾ ਤਾਂ ਤੁਸੀਂ ਕਰ ਦਿੰਦੇ ਹੋ, ਲੋਕਾਂ ਕੋਲ ਸੋਚਣ ਲਈ ਛੱਡਨੇ ਕਿਉਂ? ਤੁਸੀਂ ਕਹਿੰਦੇ ਹੋ ਜੀ ਇਹ 2 ਆਪਸ਼ਨਸ ਨੇ, ਹੁਣ ਜਾਂ ਤਾਂ ਇੱਥੇ ਕਲਿੱਕ ਕਰ ਦਿਓ ਜਾਂ ਇੱਥੇ ਅੰਗੂਠਾ ਲਾ ਦਿਓ। ਉਹ ਤਾਂ ਫਿਰ ਕੰਪੀਟੀਸ਼ਨ ਰਹਿੰਦਾ, ਦੋਵੇਂ ਤਰ੍ਹਾਂ ਹੀ ਸ਼ਰਾਬ ਵੀ ਦਿੰਦੀਆਂ ਨੇ, ਸਭ ਕੁਝ ਦਿੰਦੀਆਂ ਨੇ। ਇਹ ਤਾਂ ਹੈ। ਜੇਕਰ ਤੁਹਾਡੇ ਪੱਧਰ ਤੇ ਐਂਟਰੀ ਬੰਦ ਕਰ ਦਿਓ, ਤੁਸੀਂ ਇੱਕ ਹਲਕੇ ਦੇ 1 ਲੱਖ ਲੋਕਾਂ ਨੂੰ ਕਿਉਂ ਕਹਿੰਦੇ ਹੋ ਵੀ ਇਹਨੂੰ ਨਾ ਚੁਣੋ? ਤੁਸੀਂ ਆਪ ਚੁਣ ਲਓ। ਇੱਕ ਬੰਦਾ ਤੇ ਚੁਣਨਾ ਇੱਕ ਹਲਕੇ 'ਚ, ਉਹਨੂੰ ਕਹੋ ਜੀ ਆ ਬੰਦਾ ਜਿਹੜਾ ਇਹ ਡਿਜ਼ਰਵ ਕਰਦਾ, ਇਹ ਲੋਕਾਂ ਦਾ ਸਹੀ ਨੁਮਾਇੰਦਾ ਹੋ ਸਕਦਾ, ਇਹਨੂੰ ਦੇਾਂਗੇ ਜੀ। ਤੁਹਾਡੀ ਗੱਲ ਬਾਦਲ ਸਾਹਿਬ ਨੂੰ ਹੁਣ ਕਿਸੇ ਚੀਜ਼ ਦੀ ਘਾਟ ਤਾਂ ਨਹੀਂ, ਉਮਰ ਦੇ 90 ਸਾਲਾਂ ਤੋਂ ਉੱਪਰ ਆ ਗਏ। ਤੁਹਾਡੀ ਗੱਲ ਦਰੁਸਤ ਹੈ ਕਿ ਪਾਰਟੀ ਨੂੰ ਪਹਿਲਾਂ ਸੋਚਣਾ ਚਾਹੀਦਾ, ਕੈਂਡੀਡੇਟ ਅੱਛਾ ਦੇਣਾ ਚਾਹੀਦਾ। ਮੈਂ ਇਹਦੇ ਨਾਲ ਸਹਿਮਤ ਹਾਂ। ਅੱਜ ਤੱਕ ਪਾਰਟੀਆਂ ਪਹਿਲਾਂ ਸੋਚਦੀਆਂ ਵੀ ਅਸੀਂ ਚੰਗੀ ਦਿਖ ਵਾਲਾ ਬੰਦਾ ਦਿੰਦੇ ਹਾਂ। ਹੁਣ ਇਹ ਦੌੜ ਪਾਰਟੀਆਂ 'ਚ ਵੀ ਆ ਗਈ। ਜਦੋਂ ਸਾਹਮਣਾ 1000 ਕਰੋੜ ਦਾ ਮਾਲਕ ਆ ਜਾਂਦਾ, ਦੂਜੇ ਕੋਈ ਰੋਟੀ ਦੇਣ ਨੂੰ ਨਹੀਂ, ਉਹਦੀ ਮਜਬੂਰੀ ਬਣਦੀ ਹੈ। ਲੇਕਿਨ ਮੈਂ ਫਿਰ ਵੀ ਕਹਿਣਾ ਕਿ ਲੋਕਾਂ ਕੋਲ ਚੋਇਸ ਹੁੰਦੀ ਹੈ। ਜੇ ਲੋਕ ਇਹ ਫੈਸਲੇ ਕਰਨ ਲੱਗ ਜਾਣਗੇ, ਜੇ ਮੈਂ ਗਲਤੀ ਕਰਾਂਗਾ ਤੇ ਤੁਸੀਂ ਕਰੋਗੇ ਤੇ ਤੀਜੀ ਥਾਂ ਬੰਦੇ ਲੋਕ ਆਜ਼ਾਦ ਖੜਾ ਕਰਕੇ ਲੈ ਆਉਣਗੇ। ਲੋਕਾਂ ਕੋਲੇ ਵੋਟ ਸ਼ਕਤੀ ਲੋਕਾਂ ਕੋਲੇ ਹੈ। ਜਿੰਨਾ ਚਿਰ ਵੋਟਰ ਜਾਗਰਤ ਹੋ ਕੇ ਇੰਨਾ ਤਕੜਾ ਨਹੀਂ ਹੁੰਦਾ ਕਿ ਪੈਸਾ ਸ਼ਰਾਬ ਤੇ ਡਾਂਗ ਨੂੰ ਇੱਕ ਪਾਸੇ ਨਹੀਂ ਕਰਦਾ ਕਿ ਨਹੀਂ ਮੇਰੀ ਵੋਟ ਹੈ, ਮੈਂ ਆਪਦੀ ਅਕਲ ਨਾਲ ਵਰਤੋਂ ਨਾਲ ਪਾਉਣੀ ਹੈ ਔਰ ਸੋਚ ਕੇ ਪਾਉਣੀ, ਇਹਦੇ ਨਾਲ ਮੇਰੇ ਦੇਸ਼ ਦਾ ਭਲਾ ਹੈ, ਮੇਰੇ ਸਮਾਜ ਦਾ ਭਲਾ ਹੈ। ਭੁੰਦੜ ਸਾਹਿਬ, ਜਿੰਨਾ ਚਿਰ ਇਹ ਸੋਚ ਨਹੀਂ ਆਏਗੀ ਉਹਨਾਂ ਚਿਰ ਇਕੱਲੀ ਲੀਡਰਸ਼ਿਪ ਨਹੀਂ ਸੁਧਰ ਕੇ ਕਰਕੇ ਸੁਧਾਰ ਕਰ ਸਕੇਗੀ। ਕਿਉਂਕਿ ਜਦੋਂ ਇੱਕ ਪਾਰਟੀ ਹੁਣ ਸਭ ਤੋਂ ਪਹਿਲਾਂ, ਫਿਰ ਮੈਂ ਇੱਕ ਬੁਰਾਈ 'ਚ ਨਹੀਂ, ਮੈਂ ਤਾਂ ਪੋਜ਼ੀਟਿਵ ਗੱਲਾਂ ਕਰਨੀਆਂ ਚਾਹੁੰਦਾ, ਲੇਕਿਨ ਸਭ ਤੋਂ ਪਹਿਲਾਂ ਸ਼ੁਰੂ ਕਿੱਥੋਂ ਹੋਇਆ? ਪਾਂਡੇ ਬ੍ਰਦਰ ਨੂੰ ਮਿਲਿਆ ਜਿਹਨੇ ਜਹਾਂ ਅਗਵਾ ਕੀਤਾ, ਉੱਥੋਂ ਹੀ ਚੱਲੀ ਲਾਈਨ। ਫਿਰ ਸ਼ੁਰੂ ਕਿੱਥੋਂ ਹੋਇਆ? ਅਮਿਤਾਭ ਬੱਚਨ ਆਇਆ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕੋਈ ਅਮਿਤਾਭ ਬੱਚਨ ਨੂੰ ਕਿਤੇ ਮੈਨੂੰ ਸੋਚ ਲੈਣ, ਲੇਕਿਨ ਪਹਿਲਾ ਐਕਟਰ ਆਇਆ, ਉੱਥੋਂ ਐਕਟਰ ਚੱਲ ਪਏ। ਇਸ ਤਰ੍ਹਾਂ ਲਾਈਨ ਫਿਰ ਸਰਮਾਏਦਾਰ ਚੱਲ ਪਏ। ਪਰ ਭੁੰਦੜ ਸਾਹਿਬ ਫਿਰ ਉਹ ਸਾਰੀਆਂ ਪਾਰਟੀਆਂ ਕਿਸੇ ਜਗ੍ਹਾ ਤੁਸੀਂ ਵੀ 4 ਲੋਕ ਵੱਖ-ਵੱਖ ਪਾਰਟੀਆਂ ਦੇ ਬੈਠ ਕੇ ਸੋਚਦੇ ਹੋਣੇ ਕਿ ਇਹ ਬੰਦਾ ਲੈ ਲਈਏ, ਇਹ ਪਾਰਟੀ ਨੂੰ 10-20 ਕਰੋੜ ਦੇ ਦਊਗਾ, ਇੰਨੇ ਇਸ਼ਤਿਹਾਰ ਲੱਗ ਜਾਣਗੇ, ਇਹਦੇ ਨਾਲ ਪੂਰੇ ਪੰਜਾਬ 'ਚ ਕੰਪੇਨ ਹੋ ਜਾਊ। ਇਹ ਵੀ ਇੱਕ ਫੈਕਟਰ ਤਾਂ ਰਹਿੰਦਾ। ਬਿਲਕੁਲ, ਮੈਂ ਤਾਂ ਕਹੀ ਲੇਕਿਨ ਇੱਕ ਸਵਾਲ ਮੈਂ ਤਾਂ ਕਹੀ ਨਾ ਕਿ ਪੈਸਾ, ਸ਼ਰਾਬ ਤੇ ਡਾਂਗ ਤੇ ਫੈਕਟਰ ਆ ਗਏ, ਮਾੜੇ ਆ ਗਏ। ਪਾਰਲੀਮੈਂਟ 'ਚ ਕਿਵੇਂ ਫੀਲ ਕਰਦੇ ਹੋ ਬੈਠ ਕੇ? ਪਾਰਲੀਮੈਂਟ ਦੇ ਵਿੱਚ ਵੀ ਹੁਣ ਜੋ ਸਥਿਤੀ ਹੈ ਕਿ ਚੈਨਲਾਂ ਦੇ ਮਾਲਕ ਵੀ ਉੱਥੇ ਬੈਠੇ ਨੇ, ਉੱਥੇ ਫੈਕਟਰੀਆਂ ਵਾਲੇ ਵੀ ਬੈਠੇ ਆ, 200-200 500 1000 ਕਰੋੜ ਵਾਲਿਆਂ ਦਾ ਕੋਈ ਪਾਰਾਵਾਰ ਹੀ ਨਹੀਂ। ਉੱਥੇ ਇੱਕ ਕਿਸਾਨ ਬਲਵਿੰਦਰ ਸਿੰਘ ਭੁੰਦੜ ਵੀ ਬੈਠੇ ਆ, ਪ੍ਰਕਾਸ਼ ਸਿੰਘ ਬਾਦਲ ਦੀ ਨਜ਼ਰੇ ਮਿਹਰ ਕਰਕੇ। ਤੇ ਮੈਂ ਇਹੀ ਸਵਾਲ ਕਰੂੰਗਾ ਕਿ ਉੱਥੇ ਤਜਰਬਾ ਕਿਹੋ ਜਿਹਾ? ਉੱਥੇ ਜ਼ਿਆਦਾ ਖੁੱਲ੍ਹ ਕੇ ਤਾਂ ਨਹੀਂ ਮੈਂ ਦੱਸਦਾ, ਛੋਟੀ ਜਿਹੀ ਗੱਲ ਦੱਸ ਦਿੰਦਾ। ਜਦੋਂ ਸੈਂਟਰ ਹਾਲ 'ਚ ਅਸੀਂ ਬਹਿਨੇ ਆ, ਉੱਥੇ ਜਦੋਂ ਟਾਈਮ ਮਿਲ ਜਾਂਦਾ ਉੱਥੇ ਜਾ ਕੇ ਚਾਹ ਚੂ ਪੀਣ ਲੱਗ ਜਾਂਦੇ ਆ। ਕਈ ਵਾਰੀ 100-200 MP ਇਕੱਠਾ ਹੋ ਜਾਂਦੇ, ਲੰਚ ਟਾਈਮ ਹੁੰਦਾ, ਇਕੱਠੇ ਗੱਲਾਂ ਕਰਨ ਵਾਸਤੇ ਚਾਹ ਪੀਣ। ਉਹ ਫਿਰ ਬਈ ਜਿਹੜਾ ਕਿਸਾਨੀ 'ਚੋਂ ਗਿਆ ਉਹ ਤਾਂ ਕੋਈ ਚਾਹ ਵੀ ਨਹੀਂ ਪਿਆਉਣ ਹੁੰਦਾ, ਚਾਹ ਵੀ ਉਹਨੂੰ ਪਿਆਈ ਜਾਂਦੀ ਜਿਹੜਾ 500 ਕਰੋੜ ਦਾ ਮਾਲਕ ਉਹਦੇ ਦੁਆਲੇ ਭੱਜੇ ਫਿਰਦੇ। ਸੋ ਵੀਰੋ, ਹੈ ਤਾਂ ਸਹੀ ਇਹ ਗੱਲਾਂ। ਇਹੀ ਹੈ ਸਾਡੇ ਜਿਹੜਾ ਵੋਟਰ ਹੈ, ਇਕੱਲਾ ਕੋਈ ਲੀਡਰ ਇਸ ਨੂੰ ਸੁਧਾਰ ਨਹੀਂ ਸਕਦਾ, ਜਾਂ ਸਾਰੇ ਜਾਂ ਫਿਰ ਪਬਲਿਕ ਦਾ। ਜਿਹੜਾ ਮੈਂ ਫਿਰ ਬੇਨਤੀ ਕਰਦਾ ਕਿ ਕੋਈ ਬਲਵਿੰਦਰ ਭਲਾ ਨਹੀਂ, ਕੋਈ ਜੇ ਮੈਂ ਆਖਾਂ ਮੈਂ ਬਹੁਤ ਚੰਗਾ, ਮੇਰੇ 1000 ਨੁਕਸਾਨ। ਭੁੰਦੜ ਸਾਹਿਬ, ਇੱਥੇ ਤੁਸੀਂ ਜ਼ਿਆਦਤੀ ਕਰਦੇ ਪਏ ਹੋ। ਬਾਰ-ਬਾਰ ਇੱਕ ਗੱਲ ਜੋ ਤੁਸੀਂ ਕਹਿੰਦੇ ਹੋ, ਮੈਂ ਸਹਿਮਤ ਹਾਂ ਕਿ ਕੁਝ ਹੱਦ ਤੱਕ ਅਵੇਅਰਨੈਸ ਹੈਗੀ ਹੈ। ਇੱਕ ਕੌਂਸਟੀਟੂਐਂਸੀ ਦੇ ਵਿੱਚ ਜੇ 1 ਲੱਖ ਲੋਕ ਹੈ ਤੇ ਉਹ 'ਚੋਂ 1000 ਬੰਦਾ ਅਵੇਅਰ ਹੋਊਗਾ, ਬਾਕੀ ਤਾਂ ਭੇਡ ਚਾਲ ਵਾਂਗ ਜੇ ਵੀ ਕੰਮ ਚੱਲੀ ਜਾਂਦਾ ਹੈ। ਲੇਕਿਨ ਮੈਂ ਫਿਰ ਤੁਹਾਨੂੰ ਉਹ ਸਵਾਲ ਪੁੱਛੂੰਗਾ ਜਿਹੜਾ ਮੈਨੂੰ ਬਾਰ-ਬਾਰ ਨਹੀਂ ਪੁੱਛਣਾ ਚਾਹੀਦਾ ਕਿ ਭੁੰਦੜ ਸਾਹਿਬ ਦਿਲੋਂ, ਮਨ ਤੋਂ ਕਿੰਨੇ ਸੰਤੁਸ਼ਟ ਨੇ ਆਪਣੇ ਸਿਆਸੀ ਜਿੰਨਾ ਵੀ ਕੈਰੀਅਰ ਰਿਹਾ ਹੁਣ ਤੱਕ? ਕਿੰਨੇ ਸੰਤੁਸ਼ਟ ਹੋ ਦਿਲ ਤੋਂ? ਕਿਉਂਕਿ ਨਿਘਾਰ ਹਰ ਖੇਤਰ 'ਚ ਆਇਆ। ਉਸ ਗੱਲ ਤੋਂ ਇੱਕ ਗੱਲ ਤਾਂ ਮੈਂ ਪ੍ਰਮਾਤਮਾ ਤੇ ਪਬਲਿਕ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਲਾਈਨ ਸੀ ਉਹਦੇ ਮੁਤਾਬਕ ਲੋਕਾਂ ਨੇ ਮੇਰਾ ਸਾਥ ਦਿੱਤਾ, ਗੁਰੂ ਨੇ ਮੇਰੀ ਮਦਦ ਕੀਤੀ ਹੈ ਤੇ ਤਕਰੀਬਨ ਬਹੁਤਾ ਮੈਨੂੰ ਭਟਕਣ ਨਹੀਂ ਦਿੱਤਾ। ਇੱਥੋਂ ਤੱਕ ਤਾਂ ਮੈਂ ਹਾਂ ਸੰਤੁਸ਼ਟ।
ਜਿੱਥੋਂ ਤੱਕ ਸਵਾਲ ਹੈ ਅੱਜ ਦੇ ਹਾਲਾਤ ਦਾ, ਇਹ ਹਾਲਾਤ ਬਹੁਤ ਥੱਲੇ ਚਲੇ ਗਏ ਜੀ। ਜਿਸ ਵੇਲੇ ਮੈਂ ਪਹਿਲੀ 72 ਦੀ ਚੋਣ ਲੜੀ ਹੈ, 5 ਚੋਣਾਂ 'ਚ ਕਿਸੇ ਬੰਦੇ ਦੀ, ਮੇਰੀ ਉਮਰ ਸੀ ਉਸ ਵੇਲੇ ਸਾਰੀ 27-28 ਸਾਲ ਜੀ। 5 ਚੋਣਾਂ ਤੱਕ ਮੇਰੀ ਉਮਰ ਬਹੁਤ ਹੀ 80 ਸਾਲ, ਉਹ 'ਚ ਹੋਰ ਜੋੜ ਲਓ ਜੀ 18 ਸਾਲ ਜੀ। ਜਾਂਗੀ ਸੀ, ਕਾਲੀ ਦਾੜੀ ਸੀ, ਮੇਰੇ ਕੋਲ ਕੋਈ ਸ਼ਰਾਬ ਮੰਗਣਾ ਆ ਨਹੀਂ ਸਕਦਾ, ਪੈਸੇ ਦੀ ਕੋਈ ਗੱਲ ਕਰ ਨਹੀਂ ਸਕਦਾ। ਅੱਜ ਸ਼ਰਾਬ ਪੀ ਕੇ ਵੋਟਾਂ ਵੇਲੇ ਸਾਡੇ ਕੋਲ ਮੂੰਹ 'ਤੇ ਕੁਰਲੀਆਂ ਕਰ ਤੱਕ ਬਾਗੇ, ਹੁਣ ਨਿਗਾਰ ਦੇਖ ਲਓ ਕਿੰਨਾ ਆ ਗਿਆ। ਨੰਬਰ 2, ਉਸ ਵੇਲੇ ਲੋਕ ਕਦੇ ਸੋਚਦੇ ਨਹੀਂ ਸੀ ਕਿ ਜਿਹੜਾ ਵੋਟ ਮੰਗਣਾ ਹੈ ਉਸ 'ਤੇ ਕੋਈ ਤੋਂ ਕੋਈ ਮੰਗ ਕਰ ਰਹੇ ਹੋ ਕਿ ਨਾ ਅੱਜ ਇਹ ਮੰਗਣਾ ਆਇਆ ਵੋਟ, ਅੱਜ ਅਸੀਂ ਸੋਚ ਕੇ ਦੇਣੀ ਹੈ। ਅੱਜ ਮੰਗਾਂ ਉਸ ਵੇਲੇ ਵੀ ਕਰੀ ਜਾਂਦੇ ਨੇ, ਇਹ ਵੀ ਦੇਖ ਲਓ ਕਿੰਨੀ ਪਿੱਛੇ ਆ ਗਈ ਰਾਜਨੀਤੀ। ਸੋ ਇਸ ਕਰਕੇ ਅੱਜ ਉਹ ਰਾਜਨੀਤੀ ਨੇ ਜਿਹੜਾ ਸਾਡੀ ਨੇ ਅੱਗੇ ਜਾਣਾ ਸੀ ਡੈਮੋਕ੍ਰੇਸੀ ਨੇ, ਮੈਂ ਕੋਈ ਦੇਸ਼ ਦਾ ਬੁਰਾ ਮੰਨੇ ਕੋਈ ਚੰਗਾ ਮੰਨੇ, ਡੈਮੋਕ੍ਰੇਸੀ ਮੈਂ ਤਾਂ ਲਫ਼ਜ਼ ਤਾਂ ਕੌੜਾ ਹੈ, ਪਤਾ ਨਹੀਂ ਮੇਰੀ ਨਿੰਦਿਆ ਹੀ ਮਗਰੋਂ ਹੋਵੇ, ਡੈਮੋਕ੍ਰੇਸੀ ਲਾਈਨ ਤੋਂ ਲੈਂਦੀ ਜਾਂਦੀ ਹੈ। ਮੈਂ ਸੰਤੁਸ਼ਟ ਨਹੀਂ, ਜਿਹੜੀ ਨੂੰ ਅੱਗੇ ਵਧਣਾ ਚਾਹੀਦਾ ਇਸ ਵਿੱਚ ਕੋਈ MLA MP ਬਣੇ, ਕੋਈ ਵਜ਼ੀਰ ਬਣੇ, ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ, ਲੇਕਿਨ ਦੇਸ਼ ਦਾ ਭਲਾ ਰਾਜਨੀਤੀ ਉੱਪਰ ਉੱਠਣੀ ਚਾਹੀਦੀ ਹੈ। ਕਿਸੇ ਜਿਸ ਦੇਸ਼ ਦੇ ਵਿੱਚ ਗਰੀਬ ਦੀ ਇੱਜ਼ਤ ਨਹੀਂ, ਜਿਸ ਦੇਸ਼ ਦੇ ਵਿੱਚ ਗਰੀਬ ਨੂੰ ਤਸੱਲੀ ਨਹੀਂ ਕਿ ਮੈਨੂੰ ਇਨਸਾਫ ਮਿਲੇਗਾ, ਜਿਸ ਦੇਸ਼ ਦੇ ਵਿੱਚ ਗਰੀਬ ਨੂੰ ਰੋਟੀ ਰੋਜੀ ਦੇ ਤੇ ਮਕਾਨ ਦੇ ਫਿਕਰ ਪੈਣਗੇ, ਅਸੀਂ 70 ਸਾਲ ਦੀ ਆਜ਼ਾਦੀ ਤੋਂ ਬਾਅਦ ਜੇ ਇੱਥੇ ਫਿਰਦੇ ਹਾਂ, ਫਿਰ ਅਸੀਂ ਅੱਗੇ ਨਹੀਂ ਵਧੇ, ਅਸੀਂ ਸਟੈਂਡ ਸਟਿਲ ਕਰ ਗਏ। ਉਹਦਾ ਦੋਸ਼ ਕਿਹਦੇ ਤੇ, ਮੈਂ ਕਿਸੇ ਨੂੰ ਨਹੀਂ ਦਿੰਦਾ, ਉਹ ਸਾਰਿਆਂ ਤੇ ਹੈ। 2 ਇਸ਼ੂ ਹੋਰ ਜਿਹੜੇ ਕੋਰ ਇਸ਼ੂ ਮੈਨੂੰ ਲੱਗਦਾ ਹੈ, ਇੱਕ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਜ਼ਿਆਦਾ ਹੈ ਔਰ ਦਿਨ ਬ ਦਿਨ ਵੱਧ ਰਿਹਾ। ਇਹਦੇ ਪਿੱਛੇ ਨਸ਼ਾ ਵੀ ਹੋ ਸਕਦਾ, ਇਹਦੇ ਵਿੱਚ ਲੁੱਟਮਾਰ ਦੀ ਪ੍ਰਵਿਰਤੀ ਵੀ ਹੋ ਸਕਦੀ ਹੈ। ਆਪਾਂ ਕਾਨੂੰਨ ਦਾ ਰਾਜ ਸਥਾਪਿਤ ਕਿਉਂ ਨਹੀਂ ਕਰ ਪਾਉਂਦੇ? ਤੁਸੀਂ ਰਹੋ ਜਾਂ ਕਾਂਗਰਸ ਆ ਜਾਏ ਜਾਂ ਕੋਈ ਮੈਂ ਕਹਿੰਦਾ ਗਵਰਨਰੀ ਰਾਜ ਆ ਜਾਏ, ਪੰਜਾਬੀਆਂ ਨੂੰ ਕੰਟਰੋਲ ਕਰਨ ਲਈ ਡੰਡੇ ਤੋਂ ਬਿਨਾਂ ਕੋਈ ਰਾਹ ਰਸਤਾ ਨਹੀਂ, ਇਹਨਾਂ ਨੂੰ ਆਪਾਂ ਕੋਈ ਜਾਗਰੂਕ ਨਹੀਂ ਕਰ ਸਕਦੇ। ਤੇ ਦੂਜਾ, ਪੰਜਾਬ ਦੀ ਸਿਹਤ ਵੀ ਡਿੱਗੀ ਆ, ਪੰਜਾਬੀ ਸਮਾਜ ਦੀ ਸਿਹਤ ਵੀ, ਅਸੀਂ ਕਿਰਦਾਰ ਪੱਖੋਂ ਵੀ ਹੌਲੇ ਹੋਏ ਆ। ਸਾਡਾ ਜਿਹੜਾ ਸਾਡੀ ਅੱਖ ਦੇ ਵਿੱਚ ਲੱਚਰਤਾ ਜਿਹੜੀ ਹੈ ਤੇ ਸਾਡੀ ਜ਼ੁਬਾਨ ਦੇ ਉੱਤੇ ਲੱਚਰਤਾ ਉਹ ਵੀ ਵਧੀ ਹੈ। ਇਹਦੇ ਪਿੱਛੇ 3-4 ਗੱਲਾਂ ਥੋੜ੍ਹੀਆਂ ਸੱਚੀਆਂ ਹਨ ਕਿ ਸਮਾਜ ਦੇ ਵਿੱਚ ਨੈਤਿਕਤਾ ਥੱਲੇ ਆ ਗਈ ਹੈ, ਦੂਜੀਆਂ ਬੁਰਾਈਆਂ ਵੱਧ ਗਈਆਂ ਨੇ। ਤੀਜੀ ਗੱਲ, ਕਿਉਂ ਨਹੀਂ ਕੰਟਰੋਲ ਕਰ ਸਕਦੇ? ਪੁਲਿਸ ਦਾ ਸਿਆਸੀਕਰਨ ਜਿਹੜਾ, ਮੈਂ ਇੱਧਰ ਨਹੀਂ ਜਾਂਦਾ, ਮੈਂ ਇਹਦੇ 'ਚ ਇੱਕ ਆਨਸਰ ਹੋਰ ਢੰਗ ਨਾਲ ਦਿੰਦਾ ਜੀ। ਜਿਸ ਵੇਲੇ ਅਸੀਂ 72 ਸੀ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ, ਅਸੀਂ ਵਿਰੋਧੀ ਪਾਰਟੀ ਸੀ ਜੀ। ਅਸੀਂ 11 MLA ਹੁੰਦੇ ਸੀ ਬਠਿੰਡੇ ਦੇ ਜੀ, ਬਾਅਦ 'ਚ ਵੰਡਿਆ ਗਿਆ 9 ਰਹਿ ਗਏ, ਬਾਅਦ 'ਚ ਵੰਡਿਆ ਗਿਆ 5 ਤੇ 4, ਹੁਣ 6 ਤੇ 3 ਹੋ ਗਏ ਜੀ। ਅਸੀਂ 11 ਜਾਂਦੇ, SPDC ਨੂੰ ਮਿਲਦੇ, ਵਾਰੀ ਮਿਲਦੇ, ਪਬਲਿਕ ਮਿਲਦੀ, ਤੇ ਸਾਨੂੰ ਕੋਈ ਫਰਕ ਨਹੀਂ ਸੀ ਲੱਗਦਾ ਰਾਜ ਕਿਹਦਾ ਨਹੀਂ, ਆਪਣੀ ਗੱਲ ਕਰਦੇ, ਜੋ ਇਨਸਾਫ ਹੁੰਦਾ ਅਫਸਰ ਸੁਣਦੇ ਤੇ ਕਰਦੇ। ਹੁਣ ਵੀਰੋ ਉਸ ਕੁਰਸੀਆਂ ਤੇ ਬੈਠ ਕੇ ਬੰਦੇ ਸੋਚਦੇ ਨੇ ਕਿਹੜੀ ਪਾਰਟੀ ਦਾ ਬੰਦਾ ਆ ਗਿਆ, ਤੇ ਜੇ ਪਾਰਟੀ ਦਾ ਬੰਦਾ ਦੇਖ ਕੇ ਇਨਸਾਫ ਹੋਣਾ ਤੇ ਲਾ ਐਂਡ ਆਰਡਰ ਨਹੀਂ ਚੱਲਦਾ, ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਜਿਹੜਾ ਕਿ ਅਸੀਂ ਇਸ ਇੱਕ ਲਫ਼ਜ਼ ਤੋਂ ਮੇਰੇ ਕਿਸੇ ਨਿੰਦਿਆ ਚੁਗਲੀ ਨਹੀਂ, ਇਸ ਤੋਂ ਸਮਝ ਲਓ ਕਿ ਕਿੰਨਾ ਅਸੀਂ ਡਾਊਨ ਆ ਗਿਆ, ਸਾਡੇ ਕੋਲ ਸਮਾਂ ਬਹੁਤ ਘਟ ਗਿਆ, ਜਿਹੜਾ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਉਦੋਂ ਕਿ ਆਪੋਜੀਸ਼ਨ ਤੇ ਸਰਕਾਰ ਕੀ, ਅਸੀਂ ਕਹਿੰਦੇ ਇਨਸਾਫ ਮਿਲੂਗਾ, ਅਸੀਂ ਜਾਵਾਂਗੇ ਤੇ ਇਨਸਾਫ ਮਿਲਦਾ ਸੀ, ਅੱਜ ਹਟ ਗਏ। 1.5 ਮਿੰਟ ਰਹਿ ਗਿਆ। ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਔਰ ਅਟਪਟਾ ਮੀਡੀਆ ਅੱਜ ਕੱਲ੍ਹ ਬੜਾ ਜ਼ੋਰ ਫੜ ਗਿਆ। ਜਿਹਦਾ ਦਿਲ ਕਰਦਾ ਉਹ ਚੱਕ ਕੇ ਕਲਮ ਜੋ ਮਰਜ਼ੀ ਲਿਖ ਦਿੰਦਾ, ਜਿਹੜੀ ਮਰਜ਼ੀ ਵੀਡੀਓ ਅਪਲੋਡ ਹੋ ਜਾਂਦੀ ਆ। ਇਹਦੇ ਨਾਲ ਸੁਸਾਇਟੀ ਨੂੰ ਫਾਇਦਾ ਜਾਂ ਨੁਕਸਾਨ ਤੁਹਾਨੂੰ ਕੀ ਲੱਗਦਾ ਹੈ? ਔਰ ਇਨ 'ਤੇ ਕੋਈ ਚੈੱਕ ਨਹੀਂ ਰੱਖਿਆ ਜਾ ਸਕਦਾ, ਕਿਸੇ ਦੀ ਨਿੱਜਤਾ ਰਹੀ ਨਹੀਂ। ਸਾਨੂੰ ਸਾਰਿਆਂ ਨੂੰ ਮਿਲ ਕੇ ਤੇ ਸੋਚਣਾ ਚਾਹੀਦਾ। ਇੱਕ ਅੱਜ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ, ਜਿਹੜਾ ਸੋਸ਼ਲ ਮੀਡੀਆ ਸੁਧਾਰ ਵਾਸਤੇ ਲੋਕ ਸੋਚਦੇ ਸੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਅੱਛੀ ਮਿਲੂਗੀ ਤਾਂ ਅੱਛੀ ਗਾਈਡੈਂਸ ਮਿਲੂਗੀ, ਉਹਦੀ ਬਜਾਏ ਬੁਰਾਈ ਆ ਗਈ। ਜਿਹਨੂੰ ਜੋ ਮਰਜ਼ੀ ਕਹਿ ਦਿਓ, ਕੋਈ ਉਹਦਾ ਅਨਸਟੇਬਲ ਨਹੀਂ ਕਹਿਣ ਵਾਲਾ, ਝੂਠਾ ਕਿਸ 'ਤੇ ਦੋਸ਼ ਲਾ ਦਿਓ, ਕਿਸੇ ਨੂੰ ਗਾਲ ਕੱਢ ਦਿਓ। ਇਸ ਕਰਕੇ ਸਾਨੂੰ ਪਹਿਲਾਂ ਤਾਂ ਬੁੱਧੀਜੀਵੀ ਨੂੰ ਸਿਰਜੋੜਨਾ ਚਾਹੀਦਾ ਕਿ ਕਿਵੇਂ ਇਸ ਨੂੰ ਤਰੀਕੇ ਸਿਰ ਸਮਾਜਿਕ ਤੌਰ 'ਤੇ ਠੀਕ ਕਰੀਏ, ਫਿਰ ਕਾਨੂੰਨ ਇਹੋ ਜਿਹਾ ਬਣਾਉਣਾ ਚਾਹੀਦਾ ਹੈ ਕਿ ਗੱਲਾਂ ਗਲਤ ਨਹੀਂ ਰੋਕਣੀਆਂ ਚਾਹੀਦੀਆਂ। 30 ਸੈਕਿੰਡ ਰਹਿ ਗਿਆ, ਕੋਈ ਸ਼ੌਂਕ ਬਾਰੇ ਆਪਣੇ ਦੱਸੋ, ਔਰ ਕੋਈ ਦਰਸ਼ਕਾਂ ਨੂੰ ਕੋਈ ਸੁਨੇਹਾ ਦੇ ਕੇ ਜਾਣਾ। ਸ਼ੌਂਕ ਤਾਂ ਸਾਰੀ ਉਮਰ ਮੇਰੇ ਸਾਥੀ ਵੀ ਹੱਸਦੇ ਰਹਿੰਦੇ ਵੀ ਤੂੰ ਉੱਥੇ ਜਾ ਕੇ ਘਾਹ ਖੋਤੀ ਜਾਣਾ। ਮੇਰਾ ਸ਼ੌਂਕ ਤਾਂ ਜਦੋਂ ਤੂੰ ਆ ਗਿਆ ਇਸ ਲਾਈਨ 'ਚ 24 ਘੰਟੇ ਪਾਰਟੀ ਦੇ ਕੰਮਾਂ 'ਚ, ਲੋਕਾਂ ਦੇ ਕੰਮਾਂ 'ਚ, ਪਾਰਟੀ ਦੇ ਕੰਮਾਂ 'ਚ ਲੱਗੇ ਰਹਿਣਾ। ਖੇਤੀ ਤੋਂ ਬਾਅਦ ਆ ਕੇ ਇਸ ਕੰਮ 'ਚ ਆ ਕੇ ਜੇ 5 ਮਿੰਟ ਵੀ ਮਿਲਣ ਤੇ ਮੈਂ ਅੱਜ ਵੀ ਖੇਤੀ ਜਾ ਕੇ ਆਪਦਾ ਕੋਈ ਨਾ ਕੋਈ ਡੱਕਾ ਕੱਟਣ ਲੱਗ ਜਾਣਾ, ਫੁੱਲ ਕੱਟਣ ਲੱਗ ਜਾਣਾ। ਕੋਈ ਇੱਕ ਲਾਈਨ 'ਚ ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਹੋਵੇ ਭੁੰਦੜ ਸਾਹਿਬ? ਮੇਰੀ ਤਾਂ ਪੰਜਾਬ ਦੇ ਲੋਕਾਂ ਨੂੰ ਨਹੀਂ, ਦੇਸ਼ ਦੇ ਲੋਕਾਂ ਨੂੰ ਬੇਨਤੀ ਹੈ ਕਿ ਕੰਮ ਹੀ ਕਰਮ ਹੈ ਜੀ। ਬੁਰਾਈ ਤੋਂ ਬੰਦਾ ਆਪ ਬਚੇ, ਫਿਰ ਦੂਜੇ ਨੂੰ ਕਹਿ ਸਕਦਾ ਹੈ। ਅਸੀਂ ਦੂਜੇ ਵੱਲ ਉਂਗਲ ਕਰਦੇ ਹਾਂ, ਪਹਿਲਾਂ ਆਪ ਦੇ ਵੱਲ ਉਂਗਲ ਕਰੋ। ਮੈਂ ਆਪਦਾ ਪਰਿਵਾਰ, ਆਪਦਾ ਪਿੰਡ, ਜਿੱਥੇ ਮੇਰਾ ਦਾਇਰਾ ਮੈਂ ਉੱਥੇ ਕਿਵੇਂ ਵਿਚਰਨਾ ਹੈ, ਆਪ ਨੂੰ ਠੀਕ ਕਰਨਾ ਹੈ। ਫਿਰ ਮੈਂ ਦੂਜਿਆਂ ਨੂੰ ਕਹਿਣਾ ਤੂੰ ਕੰਮ ਕਰ,
ਮੈਂ ਕੰਮ ਕਰਕੇ ਭੁੰਦਰ ਸਾਹਿਬ ਰੋਟੀ ਸਮਾਂ ਖਾਂਦਾ। ਸਾਡੇ ਕੋਲ ਮੁੱਕ ਇਸ ਕਰਕੇ ਕੰਮ ਕਰਮ ਹੈ ਤੇ ਬੁਰਾਈ ਤੋਂ ਬਚਣਾ ਤੁਹਾਡਾ ਧਰਮ ਹੈ। ਬਹੁਤ ਇਹ ਦੋ ਗੱਲਾਂ ਸਾਨੂੰ ਸਾਰੇ ਜੇ ਅਸੀਂ ਪੈ ਜਾਈਏ, ਲੋਕਾਂ ਦੀ ਸ਼ਰਮ ਮੰਨਣ ਲੱਗ ਜਾਈਏ, ਅਸੀਂ ਇੱਕ ਦੂਜੇ ਦੀ ਸਾਰਾ ਠੀਕ ਹੋ ਜਾਵੇ। ਪਹਿਲਾਂ ਮੰਨਦੇ ਸੀ। ਭੁੰਦਰ ਸਾਹਿਬ ਬਹੁਤ 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 ਧੰਨਵਾਦ। ਔਰ ਦਰਸ਼ਕੋ ਤੁਹਾਡਾ ਵੀ ਧੰਨਵਾਦ। ਇਹ ਯੁੱਧ, ਇਹ ਜੰਗ ਘਰ ਤੋਂ ਸ਼ੁਰੂ ਹੋਣੀ, ਜਿਹੜੀ ਸਮਾਜਿਕ ਸੁਧਾਰਾਂ ਵਾਲੀ ਜਾਂ ਕਿਸੇ ਵੀ ਪੱਧਰ ਤੇ ਸੁਧਾਰ ਚਾਹੁੰਦੇ ਆ, ਤੇ ਇਹ ਜੰਗ ਖੁਦ ਤੋਂ ਸ਼ੁਰੂ ਕਰਨੀ ਪੈਣੀ, ਜਿਹੜਾ ਸੁਨੇਹਾ ਭੁੰਦਰ ਸਾਹਿਬ ਦਾ ਹੈ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਰੰਧਾਵਾ ਸਾਹਿਬ, ਬਹੁਤ ਧੰਨਵਾਦ। ਕੋਈ ਭਾਈ ਲਫ਼ਜ਼ ਢਿੱਲਾ ਮਿੱਠਾ ਪੜ੍ਹ ਜਾਠਾਂ ਮਾਫ ਕਰ ਦੇ। ਮਿਹਰਬਾਨੀ। ਸਭ ਦਾ ਬਹੁਤ ਧੰਨਵਾਦ।